ओके ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀਓ, ਆਪ ਜੀ ਨੂੰ ਸਿੱਖ ਮਿਸ਼ਨਰੀ ਕਾਲਜ ਵੱਲੋਂ ਚਲਾਈ ਜਾ ਰਹੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਹਰ ਸ਼ਨੀਚਰਵਾਰ ਨੂੰ ਅਸੀਂ ਕਿਸੇ ਨਾ ਕਿਸੇ ਅਹਿਮ ਵਿਸ਼ੇ ਦੇ ਉੱਤੇ ਪ੍ਰੈਜੈਂਟੇਸ਼ਨ ਰਾਹੀਂ ਜਾਂ ਗੁਰਮਤਿ ਵਿਚਾਰਾਂ ਰਾਹੀਂ ਵੱਖ-ਵੱਖ ਬੁਲਾਰਿਆਂ ਨੂੰ ਇਸ ਕਲਾਸ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕਰਦੇ ਹਾਂ। ਅੱਜ ਸਾਡੇ ਕੋਲ ਭਾਈ ਸਾਹਿਬ ਭਾਈ ਕੁਲਬੀਰ ਸਿੰਘ ਜੀ, ਜੋ ਇੱਥੇ ਹਿਊਸਟਨ ਦੇ ਵਿੱਚ ਹੀ ਅਮਰੀਕਾ ਦੇ ਵਿੱਚ ਹੀ ਹਨ। ਗੁਰਦੁਆਰਾ ਸਿੱਖ ਸੈਂਟਰ ਹਿਊਸਟਨ ਦੇ ਵਿੱਚ ਇਹ ਸੇਵਾ ਕਰਦੇ ਹਨ। ਐਜ਼ ਏ ਕਥਾਕਾਰ, ਵਿਆਖਿਆਕਾਰ, ਇਹਨਾਂ ਦੀ ਉੱਥੇ ਸੇਵਾ ਹੈ। ਬਹੁਤ ਹੀ ਸੁਲਝੇ ਹੋਏ ਵਿਚਾਰ ਉੱਥੇ ਇਹਨਾਂ ਪਾਸੋਂ ਅਸੀਂ ਸਰਵਣ ਕਰਦੇ ਹਾਂ। ਇਹਨਾਂ ਨੂੰ ਇਹ ਵਿਸ਼ਾ ਦਿੱਤਾ ਹੈ ਜੋ ਅੱਜ ਦਾ ਅਹਿਮ ਵਿਸ਼ਾ ਹੈ, ਅੱਜ ਯੂਥ, ਸਾਡਾ ਨੌਜਵਾਨ ਸਾਡੇ ਨਾਲ ਕਿਉਂ ਨਹੀਂ ਜੁੜ ਰਿਹਾ, ਕੀ ਕਾਰਨ ਹਨ। ਵੀ ਅਸੀਂ ਇਹਨਾਂ ਕਲਾਸਾਂ ਵਿੱਚ ਵੀ ਦੇਖਦੇ ਹਾਂ, ਗੁਰਦੁਆਰਾ ਸਾਹਿਬ ਵਿਖੇ ਵੀ ਦੇਖਦੇ ਹਾਂ, ਹੋਰ ਵੀ ਜਿੱਥੇ ਵੀ ਸਾਡੇ ਸਿੱਖ ਮਸਲੇ ਹੁੰਦੇ ਹਨ ਉੱਥੇ ਗਿਣਤੀ ਨੌਜਵਾਨਾਂ ਦੀ ਨਹੀਂ ਹੁੰਦੀ। ਤੇ ਕੌਮਾਂ ਦੇ ਭਵਿੱਖ ਹਮੇਸ਼ਾ ਨੌਜਵਾਨਾਂ ਦੇ ਉੱਤੇ ਖੜੇ ਹੁੰਦੇ। ਅਗਰ ਕੌਮ ਦਾ ਨੌਜਵਾਨ ਕੌਮ ਦੇ ਨਾਲ ਨਹੀਂ ਜੁੜਦਾ ਤਾਂ ਭਵਿੱਖ ਜਿਹੜਾ ਧੁੰਦਲਾ ਹੁੰਦਾ। ਉਹ ਕਿਵੇਂ ਜੁੜੇ, ਦੂਰ ਕਿਉਂ ਨੇ, ਕੀ ਕਾਰਨ ਹਨ, ਉਹਦੇ ਅਸੀਂ ਉਹਨੂੰ ਹੱਲ ਕਿਵੇਂ ਕਰ ਸਕਦੇ ਹਾਂ, ਸਾਡੇ ਕੋਲ ਕੀ ਸਾਧਨ ਹਨ। ਕੁਝ ਇਹ ਵਿਚਾਰਾਂ ਇਹਨਾਂ ਨੂੰ ਬੇਨਤੀ ਕੀਤੀ ਹੈ, ਕਿਉਂਕਿ ਕਾਫੀ ਸਮੇਂ ਤੋਂ ਮੈਂ ਬੇਨਤੀ ਕਰ ਰਿਹਾ ਹਾਂ ਵੀ ਯੂਥ ਨੂੰ ਅਸੀਂ ਕਿਵੇਂ ਜੋੜ ਸਕਦੇ ਹਾਂ। ਇਹਨਾਂ ਕਲਾਸਾਂ 'ਚ ਵੀ ਬੇਨਤੀ ਕੀਤੀ ਹੈ, ਬਾਰ-ਬਾਰ ਬੇਨਤੀ ਕਰਦਾ ਹਾਂ ਕਿ ਆਪ ਜੀ ਦੇ ਬੱਚੇ ਜਿਹੜੇ ਵੀ ਨੌਜਵਾਨ ਹਨ ਉਹਨਾਂ ਦਾ ਸਾਡੇ ਨਾਲ ਲਿੰਕ ਬਣਾਓ। ਅਸੀਂ ਉਹਨਾਂ ਦੇ ਮੁਤਾਬਕ ਉਹਨਾਂ ਦੀ ਗੱਲਬਾਤ ਸੁਣੀਏ, ਉਹਨਾਂ ਦੇ ਮੁਤਾਬਕ ਅਸੀਂ ਕੁਝ ਗੱਲਾਂ ਕਰੀਏ ਤਦ ਕਿ ਉਹ ਕੱਲ੍ਹ ਨੂੰ ਕੌਮ ਦੀ ਵਾਗਡੋਰ ਸੰਭਾਲ ਲੈ। ਇਸ ਅਹਿਮ ਵਿਸ਼ੇ ਦੇ ਉੱਤੇ ਵਿਚਾਰਾਂ ਕਰਨ ਲਈ ਭਾਈ ਸਾਹਿਬ ਕੁਲਬੀਰ ਸਿੰਘ ਜੀ ਸਾਡੇ ਨਾਲ ਹਾਜ਼ਰ ਹਨ। ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਆਪਣੇ ਇਹਨਾਂ ਵਿਚਾਰਾਂ ਦੀ ਆਰੰਭਤਾ ਕਰਨ। ਭਾਈ ਸਾਹਿਬ ਭਾਈ ਕੁਲਬੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਵਿਸ਼ਾ ਅੱਜ ਤੁਸੀਂ ਮੈਨੂੰ ਦਿੱਤਾ ਹੈ ਜੀ, ਇਸ ਵਿਸ਼ੇ ਦੇ ਨਾਲ ਸੰਬੰਧਿਤ ਬਹੁਤ ਸਾਰੇ ਲੈਕਚਰਸ ਅਵੇਲੇਬਲ ਨੇ, ਬਹੁਤ ਸਾਰੀਆਂ। ਈਵਨ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕਿਤਾਬ ਸਰਬੱਤ ਦਾ ਭਲਾ ਦਾ ਇੱਕ ਪੂਰਾ ਚੈਪਟਰ ਇਸ ਵਿਸ਼ੇ ਦੇ ਨਾਲ ਸੰਬੰਧਿਤ ਹੈ। ਉਹਨਾਂ ਦੀ ਸਰਬੱਤ ਦਾ ਭਲਾ ਕਿਤਾਬ ਦਾ ਅਖੀਰਲਾ ਜਿਹੜਾ ਚੈਪਟਰ ਹੈ, ਬਕਾਇਦਾ ਉਹਦਾ ਟਾਈਟਲ ਹੀ ਇਹੋ ਹੈ, ਸਿੱਖ ਨੌਜਵਾਨਾਂ ਦੀ ਗੁਰਬਾਣੀ ਪ੍ਰਤੀ ਬੇਰੁਖੀ ਕਿਉਂ। ਉਹਦੇ ਨਾਲ ਇੱਕ ਚੀਜ਼ ਜਿਹੜੀ ਹੋਰ ਐਡ ਕੀਤੀ ਹੈ ਉਹਨਾਂ ਨੇ, ਉਹ ਹੈ ਪੜ੍ਹੇ ਲਿਖੇ ਸਿੱਖ ਨੌਜਵਾਨਾਂ ਦੀ ਜਿਹੜੀ ਝਲਕ ਉਹਦੇ ਵਿੱਚੋਂ ਕਿਤਾਬ ਪੜ੍ਹਦਿਆਂ ਹੋਇਆਂ ਜਾਂ ਖਾਸ ਤੌਰ ਤੇ ਉਹ ਚੈਪਟਰ ਪੜ੍ਹਦਿਆਂ ਹੋਇਆਂ ਸਾਹਮਣੇ ਆਉਂਦੀ ਹੈ। ਉਹ ਪੜ੍ਹੇ ਲਿਖੇ ਹੋਏ ਸਿੱਖ ਨੌਜਵਾਨਾਂ ਦੀ ਗੁਰਬਾਣੀ ਪ੍ਰਤੀ ਬੇਰੁਖੀ ਕਿਉਂ। ਤੇ ਇਸ ਚੀਜ਼ ਨੇ, ਇਸ ਨੁਕਤੇ ਨੇ ਨਾ, ਕਿ ਇੱਕ ਜਿਹੜਾ ਘੱਟ ਪੜ੍ਹਿਆ ਲਿਖਿਆ ਜਾਂ ਜਿਹਨੂੰ ਅੱਖਰੀ ਗਿਆਨ, ਗੁਰਬਾਣੀ ਦੀ ਭਾਸ਼ਾ, ਲਿਪੀ, ਵਿਆਕਰਨ ਜਾਂ ਉਹਦੇ ਜਿਹੜੇ ਮੁਹਾਵਰੇ ਨੇ, ਕਹਾਵਤਾਂ ਨੇ, ਰੈਫਰੈਂਸਸ ਨੇ, ਇੱਕ ਆਮ ਬੰਦੇ ਨੂੰ ਜੇ ਉਹਦੀ ਜਾਣਕਾਰੀ ਨਹੀਂ, ਪਰ ਫਿਰ ਵੀ ਉਹਦੀ ਗੁਰਬਾਣੀ ਦੇ ਵਿੱਚ ਸ਼ਰਧਾ ਇਸ ਪੱਖ ਦੀ, ਇਸ ਪੱਧਰ ਦੀ ਹੈ ਕਿ ਉਹ ਗੁਰਬਾਣੀ ਦੇ ਅੱਖਰ ਅੱਖਰ ਨੂੰ ਸਤਿਕਾਲ ਸਦੀਵ ਮੰਨਦਾ ਹੈ। ਪਰ ਦੂਜੇ ਪਾਸੇ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ, ਉਹ ਗੁਰਬਾਣੀ ਦੀ ਬੋਲੀ ਪੜ੍ਹ ਸਕਦਾ ਆ, ਉਹਦੇ ਕੋਲੇ ਟੂਲਸ, ਸਕਿੱਲਸ ਹੈਗੀਆਂ ਨੇ ਭਾਸ਼ਾ ਦੀਆਂ, ਪਰ ਉਹ ਫਿਰ ਵੀ ਬਾਣੀ ਵਾਲੇ ਪਾਸੇ ਨੂੰ, ਬਾਣੀ ਦੀ ਬੋਲੀ ਦੇ ਸਰੂਪ ਵਾਲੇ ਪਾਸੇ ਨੂੰ ਨਹੀਂ ਤੁਰ ਰਿਹਾ। ਤਾਂ ਇਹਦੇ ਕੁਝ ਕਾਰਨ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ ਵੀ ਲਿਖੇ ਨੇ, ਕੁਝ ਕੁ ਮੈਂ
ਆਪਣੇ ਤੌਰ ਦੇ ਉੱਪਰ ਜੋ ਮਹਿਸੂਸ ਕੀਤਾ ਆ, ਉਹ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰੂੰਗਾ। ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਉਹ ਮੈਂ ਲਿਖਤ ਨੂੰ ਪੜ੍ਹਿਆ, ਇੱਕ ਦੋ ਥਾਵਾਂ ਦੇ ਉੱਪਰ ਉਹਨਾਂ ਨੇ ਨੁਕਤਾ ਸਾਂਝਾ ਕੀਤਾ ਆ ਕਿ ਗੁਰਬਾਣੀ ਪੜ੍ਹਾਉਣ ਵਾਲੇ ਜਿਹੜੇ ਉਸਤਾਦ ਨੇ, ਉਹਨਾਂ ਉਸਤਾਦਾਂ ਨੂੰ ਉਸ ਪੱਧਰ ਦੇ ਬਾਕੀ ਦੇ ਵਿਸ਼ੇ ਮਜ਼ਮੂਨ ਪੜ੍ਹਾਉਣ ਵਾਲੇ ਉਸਤਾਦਾਂ ਦੇ ਮੁਕਾਬਲੇ ਤੇ ਉਹ ਸੰਸਾਰੀ ਪੱਧਰ ਦਾ ਰੁਜ਼ਗਾਰ ਤੇ ਸਤਿਕਾਰ ਨਹੀਂ ਦਿੱਤਾ ਜਾਂਦਾ। ਜਿਸ ਕਰਕੇ ਅਧਿਆਪਕ ਨੂੰ ਸ਼ਾਇਦ ਇਹ ਕਦੇ ਗੱਲ ਮਹਿਸੂਸ ਨਾ ਹੋਵੇ, ਕਿਉਂਕਿ ਉਹ ਗੁਰਬਾਣੀ ਪੜ੍ਹਾਉਣ ਵਾਲਾ ਹੈ, ਉਹਦੇ ਕੋਲੇ ਸਬਰ ਸੰਤੋਖ ਵੀ ਹੈ। ਪਰ ਜਿਹੜੇ ਉਹਦੇ ਵਿਦਿਆਰਥੀ ਨੇ, ਉਹਨਾਂ ਦੇ ਮਨਾਂ ਦੇ ਵਿੱਚ ਇਹ ਜ਼ਰੂਰ ਗੱਲ ਜਾਂਦੀ ਹੈ ਕਿ ਗੁਰਬਾਣੀ ਪੜ੍ਹਾਉਣ ਵਾਲੇ ਦਾ ਜੇ ਉਹਨਾਂ ਰੁਜ਼ਗਾਰ ਤੇ ਸਤਿਕਾਰ ਨਹੀਂ, ਇਹਦਾ ਮਤਲਬ ਕਿ ਗੁਰਬਾਣੀ ਦਾ ਵਿਸ਼ਾ ਕੋਈ ਅਹਿਮ ਵਿਸ਼ਾ ਨਹੀਂ ਹੈ। ਜੇ ਇਸ ਗੱਲ ਨੂੰ ਅਸੀਂ ਆਮ ਸਕੂਲਾਂ ਦੇ ਹੁਣ ਦੇ ਪੱਖ ਦੇ ਵਿੱਚ ਲਈਏ, ਤਾਂ ਉੱਥੇ ਪੰਜਾਬੀ ਪੜ੍ਹਾਉਣ ਵਾਲਾ ਅਧਿਆਪਕ, ਉਹਨੇ ਵੀ PhD ਕੀਤੀ ਹੋ ਸਕਦੀ ਹੈ, ਪੰਜਾਬੀ ਦੇ ਕਿਸੇ ਵਿਸ਼ੇ ਦੇ ਵਿੱਚ ਮੁਹਾਰਤ ਕੀਤੀ ਹੋ ਸਕਦੀ ਹੈ, ਪਰ ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕ ਨੂੰ ਵੱਧ ਰੁਜ਼ਗਾਰ ਤੇ ਸਤਿਕਾਰ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ। ਕਿਉਂਕਿ ਭਾਸ਼ਾ ਨੂੰ ਅਸੀਂ ਅਕਲ ਦੇ ਨਾਲ ਜਾਂ ਮਾਡਰਨਿਜ਼ਮ ਦੇ ਨਾਲ, ਜਾਂ ਭਾਸ਼ਾ ਨੂੰ ਅਸੀਂ ਓਪਰਚੁਨਿਟੀਜ਼ ਦਾ ਗੇਟਵੇ, ਜਾਂ ਭਾਸ਼ਾ ਨੂੰ ਅਸੀਂ ਤਰੱਕੀ ਦੀਆਂ ਪੌੜੀਆਂ ਸਮਝ ਲਿਆ, ਅੰਗਰੇਜ਼ੀ ਭਾਸ਼ਾ ਨੂੰ। ਇਹ ਚੀਜ਼ ਪੰਜਾਬੀ ਦੇ ਉੱਪਰ ਵੀ ਲਾਗੂ ਹੁੰਦੀ ਹੈ ਵੀ ਜੇ ਅਸੀਂ ਅਧਿਆਤਮਕ ਜਾਂ ਗੁਰਬਾਣੀ ਪੱਖ ਤੋਂ ਤਰੱਕੀ ਕਰਨੀ ਹੈ, ਤਾਂ ਫਿਰ ਸਾਨੂੰ ਪੰਜਾਬੀ ਗੁਰਮੁਖੀ ਭਾਸ਼ਾ ਦਾ ਸਤਿਕਾਰ ਤੇ ਇਹਨੂੰ ਭਾਸ਼ਾ ਨੂੰ ਪੜ੍ਹਾਉਣ ਵਾਲੇ ਉਸਤਾਦਾਂ ਦਾ ਸਤਿਕਾਰ ਤੇ ਰੁਜ਼ਗਾਰ। ਇਹ ਤੋਂ ਅਗਲੀ ਗੱਲ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੀ ਹੈ ਕਿ ਉਹ ਉਸ ਸਮੇਂ ਦੀ ਉਹਨਾਂ ਨੇ ਗੱਲ ਕੀਤੀ ਹੈ, ਲਗਭਗ 1915 ਦੇ ਸਨ ਦੀ ਉਹ ਸ਼ਾਇਦ ਗੱਲ ਦੱਸ ਰਹੇ, ਜਦੋਂ ਕਿਸੇ ਖਾਲਸਾ ਕਾਲਜ ਦੇ ਵਿੱਚ ਪੜ੍ਹਾਉਂਦੇ ਸਨ। ਜਿਹੜਾ ਇਹ ਇੱਕ ਸਮੇਂ ਦੀ ਪ੍ਰਚਾਰਕਾਂ ਵੱਲੋਂ, ਕਥਾਕਾਰਾਂ ਵੱਲੋਂ, ਵਿਆਖਿਆਕਾਰਾਂ ਵੱਲੋਂ ਗੁਰਬਾਣੀ ਦੇ ਬਹੁ ਅਰਥੀ ਜਿਹੜੀ ਪ੍ਰਪਾਟੀ ਚੱਲੀ ਹੈ, ਇੱਕ ਸ਼ਬਦ ਦੇ ਬਹੁਤ ਸਾਰੇ ਅਰਥ ਕਰਨ ਦੇ, ਉਹਦੇ ਵਿੱਚ ਪ੍ਰਚਾਰਕ ਦੀ, ਕਥਾਕਾਰ ਦੀ, ਗਿਆਨੀ ਦੀ ਵਿਦਵਤਾ ਤਾਂ ਪ੍ਰਗਟ ਹੋਵੇਗੀ ਕਿ ਇਹਨੂੰ ਜਾਣਕਾਰੀ ਬਹੁਤ ਹੈ, ਬਹੁਤ ਨੌਲੇਜ ਹੈ, ਪਰ ਉਹਦੇ ਨਾਲ ਸਰੋਤੇ ਨੂੰ ਕਿੰਨਾ ਕੁ ਪ੍ਰਾਪਤ ਹੁੰਦਾ, ਉਹਦੀ ਕਿੰਨਾ ਕੁ ਪਕੜ ਦੇ ਵਿੱਚ ਆਉਂਦਾ ਆ, ਇਹ ਚੀਜ਼ ਨੂੰ ਅਸੀਂ ਨਹੀਂ ਵਾਚਦੇ। ਇਹ ਵੀ ਉਹਨਾਂ ਨੇ ਇੱਕ ਕਾਰਨ ਦੱਸਿਆ, ਤੇ ਉਹਨਾਂ ਕਾਰਨਾਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਉਹਨਾਂ ਨੇ ਐਂਡ ਦੇ ਉੱਪਰ ਲਿਖੀ ਹੈ, ਉਹ ਹੈਗੀ ਹੈ ਗੁਰਬਾਣੀ ਦੀ ਭਾਸ਼ਾ ਦੇ ਨਾਲ ਸੰਬੰਧਿਤ, ਕਿ ਜਿਹੜਾ ਗੁਰਬਾਣੀ ਦਾ ਸਰੂਪ ਹੈ ਗੁਰਮੁਖੀ ਅੱਖਰਾਂ ਦੇ ਵਿੱਚ, ਉਹਦੀ ਸਮਝ ਤੇ ਉਹਦੇ ਨਾਲ ਪਿਆਰ, ਜਦੋਂ ਤੱਕ ਇਹ ਦੋ ਚੀਜ਼ਾਂ ਅਸੀਂ ਗੁਰਬਾਣੀ ਦੀ ਸਮਝ, ਭਾਸ਼ਾ ਦਾ ਸਰੂਪ ਤੇ ਗੁਰਬਾਣੀ ਦੇ ਬੋਲੀ ਦਾ ਪਿਆਰ, ਜਦੋਂ ਤੱਕ ਇਹ ਪੈਦਾ ਨਹੀਂ ਕਰਦੇ ਅਸੀਂ, ਉਦੋਂ ਤੱਕ ਆਮ ਸਿੱਖ ਨੌਜਵਾਨ ਨੇ, ਆਮ ਸਿੱਖ ਵਿਦਿਆਰਥੀ ਨੇ ਗੁਰਬਾਣੀ ਵਾਲੇ ਪਾਸੇ ਨੂੰ ਨਹੀਂ ਤੁਰਨਾ। ਉਹ ਉਸ ਤੋਂ ਬਾਅਦ ਦੀਆਂ ਗੱਲਾਂ ਹੋਰਨੀਆਂ ਨੇ ਜੀ, ਕਿ ਉਹਨੂੰ ਅੰਗਰੇਜ਼ੀ ਪੜ੍ਹ ਕੇ ਜਾਂ ਸਾਇੰਸ ਪੜ੍ਹ ਕੇ ਰੁਜ਼ਗਾਰ ਮਿਲਦਾ ਆ, ਉਹਦੇ ਕੋਲੇ ਵੱਡੇ ਮੌਕੇ ਪ੍ਰਾਪਤ ਹੁੰਦੇ ਆ। ਗੁਰਬਾਣੀ ਪੜ੍ਹ ਕੇ ਉਹਨੇ ਵੱਧ ਤੋਂ ਵੱਧ ਕਿਸੇ ਪੰਜਾਬੀ ਸਕੂਲ ਦਾ ਟੀਚਰ ਹੀ ਲੱਗਣਾ ਆ, ਵੱਧ ਤੋਂ ਵੱਧ ਕਿਸੇ ਗੁਰਦੁਆਰਾ ਸਾਹਿਬ ਦਾ ਕਥਾਕਾਰ ਬਣ ਜਾਣਾ ਆ। ਇਸ ਤੋਂ ਵੱਧ ਕੇ ਵੱਡੇ ਮੌਕੇ ਉਹਦੇ ਕੋਲੇ ਨਹੀਂ ਹੋਣਗੇ। ਇਸ ਕਰਕੇ ਦੂਰ ਦ੍ਰਿਸ਼ਟੀ ਦੇ ਨਾਲ ਜਾਂ ਲੌਂਗ ਟਰਮ ਦੇ ਵਿੱਚ ਨੌਜਵਾਨ ਇਸ ਵਾਲੇ ਪਾਸੇ ਨੂੰ ਨਹੀਂ ਤੁਰਦੇਗੇ। ਇਹ ਤਾਂ ਹੈ ਕਿ ਕਾਰਨ ਨੇ ਕੁਝ ਕੁ, ਉਹਨਾਂ ਕਾਰਨਾਂ ਦੇ ਵਿੱਚ ਇਹ ਵੀ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਜੀ ਰਾਜਸੀ ਕਾਰਨਾਂ ਦੇ ਕਰਕੇ, ਕਿਉਂਕਿ ਲੋਕਾਂ ਦੀ ਰੁਚੀ ਪੋਲਿਟਿਕਸ ਦੇ ਵਿੱਚ ਹੈ। ਪਰ ਇਹਦਾ ਹਰਗਿਜ਼ ਇਹ ਮਤਲਬ ਨਹੀਂ ਕਿ ਜਿਹੜਾ ਰਾਜਸੀ ਰੁਚੀ ਵਾਲਾ ਆ ਉਹਦੇ ਚ ਗੁਰਬਾਣੀ ਦਾ ਕੋਈ ਪ੍ਰੇਮ ਘਟ ਜਾਣਾ ਚਾਹੀਦਾ ਹੈ, ਜਾਂ ਉਹਦੀ ਬੇਰੁਖੀ ਹੋ ਸਕਦੀ ਹੈ, ਵਕਤੀ ਹੋ ਸਕਦੀ ਹੈ। ਪਰ ਗੁਰਬਾਣੀ ਆਤਮਿਕ ਸ਼ਾਂਤੀ ਦੇ ਵਾਸਤੇ ਹੈ, ਤੇ ਆਤਮਿਕ ਸ਼ਾਂਤੀ ਜਿੰਨੀ ਇੱਕ ਪੋਲੀਟੀਕਲ ਬੰਦੇ ਨੂੰ ਚਾਹੀਦੀ ਹੈ, ਉਨੀ ਸ਼ਾਇਦ ਹੋਰ ਕਿਸੇ ਨੂੰ ਨਾ ਚਾਹੀਦੀ ਹੋਵੇ, ਕਿਉਂਕਿ ਉਹਦੇ ਆਈਡੀਆਜ਼ ਦੇ ਕਰਕੇ ਲੱਖ ਵਿਰੋਧੀ ਹੋਣਗੇ, ਉਹਦੀ ਆਈਡੀਓਲੋਜੀ ਦੇ ਕਰਕੇ ਉਹਦੇ ਲੱਖ ਵਿਰੋਧੀ ਹੋਣਗੇ। ਸਾਰਾ ਦਿਨ ਲੋਕਾਂ ਦੇ ਨਾਲ ਸਿਰ ਖਪਾਈ ਕਰਨ ਤੋਂ ਬਾਅਦ ਉਹ ਹਾਰਿਆ, ਥੱਕਿਆ, ਅੱਕਿਆ ਹੋਵੇਗਾ। ਗੁਰਬਾਣੀ ਉਸ ਪੱਖ ਦੇ ਵਿੱਚ ਉਹਨੂੰ ਕਿਵੇਂ ਸਕੂਨ ਦਿੰਦੀ ਹੈ, ਮਨ ਸ਼ਾਂਤ ਕਰਦੀ ਹੈ, ਉਹਨੂੰ ਸਗੋਂ ਗੁਰਬਾਣੀ ਦੀ ਵਧੇਰੇ ਲੋੜ ਹੈ। ਜੇ ਅਸੀਂ
ਪਿਛਲੀ ਸਦੀ ਦੇ ਵਿੱਚ ਚੱਲ ਗਏ, ਉਸ ਤੋਂ ਵੀ ਪਿੱਛੇ, ਤਾਂ ਮਹਾਰਾਜਾ ਰਣਜੀਤ ਸਿੰਘ ਇੱਕ ਰਾਜਸੀ ਸਿੱਖ ਨੇ, ਪਰ ਗੁਰਬਾਣੀ ਦੇ ਨਾਲ ਉਹਨਾਂ ਦਾ ਪ੍ਰੇਮ ਇਹ ਹੈ ਵੀ ਉਹ ਸਵੇਰੇ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ, ਗ੍ਰੰਥੀ ਸਿੰਘ ਜੀ ਤੋਂ ਹੁਕਮਨਾਮਾ ਪਾਠ ਸੁਣ ਕੇ ਫਿਰ ਆਪਣੇ ਰਾਜ ਦਰਬਾਰ ਦੇ ਵਿੱਚ ਜਾਂਦੇ ਆ। ਤਾਂ ਇਹ ਜਿਹੜਾ ਇੱਕ ਸਟੀਰੀਓਟਾਈਪ ਸਾਡਾ ਕਾਰਨ ਹੈਗਾ ਆ ਨਾ, ਕਿ ਰਾਜਸੀ ਰੁਚੀ ਦੇ ਕਰਕੇ ਗੁਰਬਾਣੀ 'ਚ ਰੁਚੀ ਘਟ ਰਹੀ ਹੈਗੀ ਹੈ, ਇਹ ਵਕਤੀ ਕਾਰਨ ਤਾਂ ਹੋ ਸਕਦਾ ਹੈ, ਪਰ ਇਹ ਚਿਰ ਸਥਾਈ ਕਾਰਨ ਨਹੀਂ ਹੈਗਾ ਗਾ। ਕਿਉਂਕਿ ਗੁਰਬਾਣੀ ਨੂੰ ਅਸੀਂ ਮਨ ਦੀ ਆਤਮਿਕ ਸ਼ਾਂਤੀ ਦੇ ਵਾਸਤੇ ਉਸ ਪ੍ਰਸੰਗ ਦੇ ਵਿੱਚ ਅਜੇ ਤੱਕ ਦੇਖਣਾ ਸ਼ੁਰੂ ਨਹੀਂ ਕੀਤਾ ਗਾ। ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਹੈਗਾ ਜੀ, ਅਸੀਂ ਸਿੱਖੀ ਨੂੰ ਇੱਕ ਰਿਫਾਰਮ ਮੂਵਮੈਂਟ ਦੇ ਤੌਰ ਦੇ ਉੱਪਰ ਦੇਖ ਰਹੇ ਹਾਂ। ਜਿਹੜੇ ਰੈਵੋਲੂਸ਼ਨਸ ਨੇ ਜਾਂ ਰਿਫਾਰਮੈਂਟਸ ਨੇ, ਕ੍ਰਾਂਤੀਆਂ ਨੇ, ਬਦਲਾਵ ਨੇ, ਉਹ ਕਿਸੇ ਕਾਰਨ ਦੇ ਕਰਕੇ ਹੁੰਦੇ ਆ। ਜਦੋਂ ਕਾਰਨ ਮਿਟ ਜਾਂਦੇ ਆ ਤਾਂ ਰੈਵੋਲੂਸ਼ਨ ਦੀ ਮਹੱਤਤਾ ਘਟ ਜਾਂਦੀ ਹੈ। ਜਦੋਂ ਕਾਰਨ ਮੁੱਕ ਜਾਂਦੇ ਆ ਤਾਂ ਉਸ ਕਾਰਨਾਂ ਦੇ ਨਾਲ ਉਹਨਾਂ ਕਾਰਨਾਂ ਚੋਂ ਪੈਦਾ ਹੋਈਆਂ ਚੀਜ਼ਾਂ ਦਾ ਅਸਰ ਜਾਂ ਰੂਪ ਸਰੂਪ, ਮਹੱਤਤਾ ਉਹ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ। ਕੀ ਸਿੱਖੀ ਜਾਂ ਗੁਰਬਾਣੀ ਕਿਸੇ ਘਟਨਾਕ੍ਰਮ ਦੇ ਵਿੱਚੋਂ, ਕਿਸੇ ਕਾਰਨਾਂ ਦੇ ਵਿੱਚੋਂ ਪ੍ਰਗਟ ਹੋਈ ਹੈ? I don't think so, ਮੈਨੂੰ ਨਹੀਂ ਲੱਗਦਾ ਹੈਗਾ। ਇਸ ਕਰਕੇ ਅੱਜ ਦੇ ਵਰਤਾਰੇ ਦੇ ਵਿੱਚ ਇਹ ਚੀਜ਼ ਵੇਖਣ ਦੀ ਲੋੜ ਆ ਕਿ ਗੁਰਬਾਣੀ ਨੂੰ ਅਸੀਂ ਅੱਜ ਦੀ ਬੋਲੀ ਦੇ ਵਿੱਚ, ਜਿਹਨੂੰ ਲੋਕ ਅਸੀਂ ਉਹਨੂੰ ਆਤਮਿਕ ਸ਼ਾਂਤੀ ਕਹਿ ਦਿੰਦੇ ਆ, ਮਨ ਦਾ ਸਕੂਨ ਕਹਿ ਦਿੰਦੇ ਆ, ਅਸੀਂ ਸਹਿਜ ਕਹਿ ਦਿੰਦੇ ਆ, ਸੰਤੋਖ ਕਹਿ ਦਿੰਦੇ ਆ। ਮਾਡਰਨ ਵਰਲਡ ਹੈ ਜਿਹੜਾ, ਵੈਸਟਰਨ ਵਰਲਡ ਹੈ, ਇਹਨਾਂ ਨੂੰ ਸਪਿਰਿਚੁਅਲਿਜ਼ਮ ਕਹਿੰਦਾ ਆ, ਅਧਿਆਤਮਵਾਦ। ਸਰਦਾਰ ਹਰਜੀਤ ਸਿੰਘ ਜੀ ਜਾਣਦੇ ਨੇ, ਮੇਰੀ ਇੱਥੇ ਕੁਝ ਨੌਜਵਾਨਾਂ ਦੀ ਕਲਾਸ ਚੱਲਦੀ ਆ ਆਨਲਾਈਨ। ਉਹਦੇ ਵਿੱਚ ਸਾਰੇ ਇੱਥੋਂ ਦੇ ਜੰਪਲ ਨੌਜਵਾਨ ਬੱਚੇ ਨੇ, ਕੁਝ ਮੈਰਿਡ ਨੇ, ਕੁਝ ਅਨਮੈਰਿਡ ਨੇ, ਕੋਈ ਡਾਕਟਰ ਨੇ, ਇੰਜੀਨੀਅਰ ਨੇ, ਸੌਫਟਵੇਅਰ ਇੰਜੀਨੀਅਰ ਨੇ, ਕੋਈ ਅਟਰਨੀਜ਼ ਨੇ। ਹੁਣ ਉਹਨਾਂ ਨਾਲ ਮੇਰੀ ਜਿਹੜੀ ਵਾਰਤਾਲਾਪ ਹੁੰਦੀ ਹੈ, ਉਹ ਸਿੱਖ ਧਰਮ ਦੇ ਜਿਹੜੇ ਅਧਿਆਤਮਿਕ ਪੱਖ ਨੇ ਉਹਨਾਂ ਨੂੰ ਸੁਣਨਾ ਚਾਹੁੰਦੇ ਆ। ਉਹ ਮੈਨੂੰ ਬਕਾਇਦਾ ਕਹਿੰਦੇ ਆ ਵੀ ਭਾਈ ਸਾਹਿਬ, ਅਸੀਂ ਗੁਰਬਾਣੀ ਦੀ ਅੱਖਰ ਅੱਖਰ ਵਿਆਖਿਆ ਉਸ ਤਰ੍ਹਾਂ ਦੇ ਨਾਲ ਨਾ ਪੜ੍ਹੀ ਹੈ ਤੇ ਨਾ ਹੁਣ ਅਸੀਂ ਸਿੱਖ ਸਕਦੇ ਹਾਂ, ਕਿਉਂਕਿ ਹੁਣ ਅਸੀਂ ਕਰਦੇ ਹਾਂ ਕੰਮ, ਸਵੇਰ ਤੋਂ ਸ਼ਾਮ ਤੱਕ ਸਾਡੀ ਜੌਬ ਹੈ। ਸਾਨੂੰ ਇਹ ਦੱਸੋ ਵੀ ਜੇ ਸਾਨੂੰ ਮਨ ਦੀ ਸ਼ਾਂਤੀ, ਅਧਿਆਤਮਿਕ ਸਕੂਨ, ਆਤਮਿਕ ਸੁੱਖ ਚਾਹੀਦਾ ਹੈ, ਤਾਂ ਗੁਰਬਾਣੀ ਦਾ ਮੈਸੇਜ ਸਾਡੇ ਵਾਸਤੇ ਕੀ ਹੈ ਜਿਹੜਾ ਸਾਨੂੰ 60 ਸੈਕਿੰਡਸ ਦੇ ਵਿੱਚ, 1 ਮਿੰਟ ਦੇ ਵਿੱਚ ਮਿਲ ਜਾਵੇ। ਕਿਉਂਕਿ ਹੋਰ ਜਿਹੜੇ ਸਾਡੇ ਕੰਟੈਂਪਰੇਰੀ ਕਲਚਰਸ ਨੇ, ਰਿਲੀਜੀਅਸ ਕਲਚਰਸ ਨੇ, ਉਹਨਾਂ ਦੇ ਨੇ YouTube ਚੈਨਲ, ਇੰਨੇ ਪੋਡਕਾਸਟ, ਜਿਨ੍ਹਾਂ ਨੂੰ ਲੋਕ ਐਵਰੀ ਡੇ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ 1 ਮਿੰਟ ਵਾਸਤੇ ਸੁਣਦੇ ਹੈ ਕਿ ਅੱਜ ਸਾਡੇ ਵਾਸਤੇ ਸਾਡੇ ਪੀਰ ਪੈਗੰਬਰ ਦਾ ਸਾਡੇ ਲਈ ਕੀ ਸੁਨੇਹਾ ਆ। 1 ਮਿੰਟ ਇਹ ਉਹਨਾਂ ਦਾ ਰਿਲੀਜੀਅਸ ਕਹਿ ਲਓ ਵੀ ਨਿਤਨੇਮ ਬਣਿਆ ਹੋਇਆ ਵੀ ਉਹਨਾਂ ਨੇ ਉਹ ਪੋਡਕਾਸਟ 1 ਮਿੰਟ ਵਾਸਤੇ ਸੁਣਨਾ ਹੀ ਸੁਣਨਾ ਹੈ ਕਿ ਅੱਜ ਸਾਡੇ ਧਰਮ ਗੁਰੂ ਦਾ ਸਾਡੇ ਵਾਸਤੇ ਕੀ ਮੈਸੇਜ ਹੈ। ਸਾਡੇ ਵਿੱਚ ਇਹ ਸੀਗਾ ਕਿ ਅਸੀਂ ਹੁਕਮਨਾਮਾ ਸੁਣਦੇ ਸੀ, ਹੁਕਮਨਾਮਾ ਗੁਰਦੁਆਰਾ ਸਾਹਿਬ ਜਾ ਕੇ ਪੜ੍ਹਦੇ ਸੀ। ਉਹ ਕਲਚਰ ਜਿਹੜਾ ਇੱਥੇ ਬਹੁਤ ਸਮੇਂ ਤੋਂ ਡਿਸਅਪੀਅਰ ਹੋ ਚੁੱਕਾ ਆ, ਤੇ ਹੁਣ ਹੌਲੀ ਹੌਲੀ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚੋਂ ਵੀ ਉਹ ਨਿਕਲਦਾ ਜਾ ਰਿਹਾ ਹੈ, ਮਨਫੀ ਹੁੰਦਾ ਜਾ ਰਿਹਾ। ਤੋ ਇਹ ਚੀਜ਼ ਜਿਹੜੀ ਹੈ ਇਹ ਮੈਨੂੰ ਪ੍ਰਭਾਵਿਤ ਕਰਦੀ ਹੈ। ਮੈਨੂੰ ਜਦੋਂ ਅਪਰੋਚ ਕਰਦੇ ਨੇ ਨੌਜਵਾਨ ਨੇ ਉਹ ਵੀ, ਕਿ ਸਾਨੂੰ ਸਪਿਰਿਚੁਅਲ ਜਿਹੜਾ, ਕਿਉਂਕਿ ਦੂਸਰੀ ਗੱਲ ਜਿਹੜੀ ਹੈਗੀ ਹੈ, ਸਪਿਰਿਚੁਅਲਿਟੀ ਰਿਲੀਜਨ ਦਾ ਇੱਕ ਹਿੱਸਾ ਹੁੰਦੀ ਹੈ। ਤਾਂ ਇੱਕ ਹਿੱਸੇ ਦੇ ਨਾਲ ਜਦੋਂ ਸਾਡਾ ਨੌਜਵਾਨ ਜੁੜਨਾ ਚਾਹੁੰਦਾ ਆ, ਤਾਂ ਉਹਦੇ ਵਿੱਚ ਵੀ ਸਾਨੂੰ ਥੋੜੀ ਜਿਹੀ ਸੰਤੁਸ਼ਟੀ ਹੋਣੀ ਚਾਹੀਦੀ ਹੈ ਵੀ ਉਹ ਗੁਰਬਾਣੀ ਦੇ, ਸਿੱਖੀ ਦੇ ਕਿਸੇ ਪ੍ਰਕਰਨ ਦੇ ਨਾਲ ਤਾਂ ਜੁੜ ਰਹੇ ਆ ਨਾ। ਅਸੀਂ ਸਿੱਖੀ ਨੂੰ ਜਦੋਂ ਸਿਰਫ ਕ੍ਰਾਂਤੀਕਾਰੀ ਜਾਂ ਅਸੀਂ ਇੱਕ ਰੈਵੋਲੂਸ਼ਨ ਦੇ ਤੌਰ ਦੇ ਉੱਪਰ ਪੇਸ਼ ਕਰਦੇ ਹਾਂ, ਰਿਫਾਰਮ ਮੂਵਮੈਂਟ ਦੇ ਤੌਰ ਦੇ ਉੱਪਰ ਪੇਸ਼ ਕਰਦੇ ਹਾਂ, ਤੇ ਸਾਡਾ ਸਾਰਾ ਜ਼ੋਰ ਉਦੋਂ ਲੱਗ ਜਾਂਦਾ ਹੈ ਵੀ ਆਹ ਕਰਮਕਾਂਡ ਨਹੀਂ ਕਰਨਾ, ਉਹ ਕਰਮਕਾਂਡ ਨਹੀਂ ਕਰਨਾ, ਏਦਾਂ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ, ਓਦਾਂ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ। ਜਿਹੜਾ ਅੱਜ ਦਾ ਨੌਜਵਾਨ ਵਰਗ ਆ,
ਉਹ ਕਿਉਂਕਿ ਆਪਣੇ ਸਟੱਡੀ ਕਲਚਰ ਦੇ ਵਿੱਚੋਂ, ਆਪਣੇ ਪੋਡਕਾਸਟ ਦੇ ਵਿੱਚੋਂ, ਸੋਸ਼ਲ ਮੀਡੀਆ ਦੇ ਵਿੱਚੋਂ, ਆਪਣੇ ਕੰਮ ਦੇ ਵਿੱਚੋਂ, ਕੋਲੀਗਸ ਕਲਚਰ ਦੇ ਵਿੱਚੋਂ, ਵਰਕ ਜੌਬ ਕਲਚਰ ਦੇ ਵਿੱਚੋਂ ਇੱਕ ਚੀਜ਼ ਲਗਾਤਾਰ ਸਿੱਖ ਰਿਹਾ ਹੈ ਕਿ ਜਿੱਥੇ ਕੋਈ ਨੈਗੇਟਿਵਿਟੀ ਦੀਆਂ ਗੱਲਾਂ ਕਰ ਰਹੇ ਆ ਨਾ, ਵੀ ਡੋਂਟਸ ਔਰ ਡੋਂਟਸ ਦੀ ਗੱਲਾਂ ਹੋ ਰਹੇ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਉੱਥੋਂ ਪਿੱਛੇ ਹਟ ਜਾਓ। ਉਹ ਆਪਣੇ ਵਰਕ ਕਲਚਰ ਦੇ ਵਿੱਚ ਉਹਨਾਂ ਨੇ ਇਹ ਚੀਜ਼ ਦੇਖੀ ਹੈ, ਆਪਣੀ ਸਟੱਡੀ ਦੇ ਵਿੱਚ ਦੇਖੀ ਹੈ, ਆਪਣੀ ਕਾਲਜ ਲਾਈਫ ਦੇ ਵਿੱਚ ਦੇਖੀ ਹੈ। ਸੇਮ ਬੱਚੇ ਜਦੋਂ ਗੁਰਦੁਆਰੇ ਆਉਣਗੇ, ਜੇ ਉਹਨਾਂ ਦੇ ਸਾਹਮਣੇ ਵੀ ਅੱਧੇ ਘੰਟੇ ਦੇ ਵਖਿਆਨ ਦੇ ਵਿੱਚ ਇਹੀ ਹੋ ਰਿਹਾ ਕਿ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਉਹ ਅਗਰੈਸਿਵ ਹੋ ਜਾਂਦੇ ਆ ਜਾਂ ਉਹ ਪਿੱਛੇ ਹਟ ਜਾਂਦੇ ਆ ਵੀ ਇੱਥੇ ਵੀ ਸਾਰੀਆਂ ਗੱਲਾਂ ਨੈਗੇਟਿਵਿਟੀ ਦੀਆਂ ਹੋ ਰਹੀਆਂ ਨੇ, ਵੀ ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਬਾਕੀ ਉਹਨਾਂ ਦੀ ਪੜ੍ਹਾਈ ਦਾ, ਉਹਨਾਂ ਦੇ ਕਲਚਰ ਦਾ, ਉਹਨਾਂ ਦੇ ਰਹਿਣ ਸਹਿਣ ਦਾ, ਉਹਨਾਂ ਦੇ ਕਲੀਗ, ਉਹਨਾਂ ਦੇ ਫਰੈਂਡ ਸਰਕਲ ਦਾ ਪ੍ਰਭਾਵ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਉੱਪਰ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਦੇ ਪ੍ਰਭਾਵ ਦੇ ਵਿੱਚੋਂ ਗੁਰਦੁਆਰਾ ਸਾਹਿਬ ਵੀ ਆਉਣਗੇ, ਤਾਂ ਉੱਥੇ ਵੀ ਜੇ ਉਹਨਾਂ ਨੂੰ ਕੁਝ ਪੋਜ਼ਿਟਿਵ ਨਹੀਂ ਦਿੱਤਾ ਜਾ ਰਿਹਾ ਵੀ ਤੁਸੀਂ ਆਹ ਕਰਨਾ ਹੈ, ਔਰ ਇਹ ਬੜਾ ਟੈਂਜੀਬਲ ਹੋਣਾ ਚਾਹੀਦਾ ਆ, ਬੜਾ ਟੈਂਜੀਬਲ। ਕਿਉਂਕਿ ਜਦੋਂ ਇੱਕ ਗੱਲ ਮੈਂ ਹੋਰ ਨਾਲ ਕਹਿੰਦੇ ਐਡ ਕਰਨੀ ਚਾਹੁੰਦਾ ਹੈਗਾ ਆ ਜੀ, ਜਦੋਂ ਅਸੀਂ ਇਹ ਚੀਜ਼ ਨੂੰ ਦੇਖਦੇ ਆ ਨਾ ਕਿ ਅੱਜ ਦਾ ਨੌਜਵਾਨ ਆਪਣੀ ਬੋਲੀ ਦੇ ਵਿੱਚ, ਆਪਣੀ ਭਾਸ਼ਾ ਵਿੱਚ, ਆਪਣੇ ਗਾਣਿਆਂ ਦੇ ਵਿੱਚ, ਆਪਣੀਆਂ ਲਿਖਤਾਂ ਦੇ ਵਿੱਚ ਗਾਹੇ ਬਗਾਹੇ, ਜਿਵੇਂ ਹੁਣ ਤਾਂ ਬੜੇ ਓਪਨਲੀ ਗਾਣਿਆਂ ਦੇ ਵਿੱਚ ਵੀ ਉਹ ਆਪਣਾ ਇੱਕ ਇੱਕ ਤਰ੍ਹਾਂ ਦਾ ਵਿਰੋਧ ਹੈ ਜਿਹੜਾ ਉਹ ਪ੍ਰਗਟਾਉਣਾ ਸ਼ੁਰੂ ਕਰਤਾ ਉਹਨਾਂ ਨੇ, ਵੀ ਪੰਥ ਇਕੱਲਾ ਤੁਹਾਡਾ ਤਾਂ ਨਹੀਂ। ਤੋ ਅਸਲ ਦੇ ਵਿੱਚ ਕੀ ਹੈ ਕਿ ਪੰਥ ਧੜਿਆਂ ਤੋਂ ਉੱਪਰ ਵੱਡੀ ਚੀਜ਼ ਹੈ। ਜਦੋਂ ਅਸੀਂ ਪੰਥਕ ਹੋ ਕੇ ਤੁਰਦੇ ਹਾਂ, ਫਿਰ ਸਾਡਾ ਕੋਈ ਮਤਲਬ ਨਹੀਂ ਰਹਿ ਜਾਂਦਾਗਾ ਕਿ ਸਿੱਖ ਕਿਹੜੇ ਰੂਪ ਸਰੂਪ ਦੇ ਵਿੱਚ, ਕਿਹੜੀ ਜਥੇਬੰਦੀ ਦੇ ਨਾਲ, ਕਿਹੜੇ ਧੜੇ ਦੇ ਨਾਲ ਜੁੜ ਕੇ ਕੰਮ ਕਰ ਰਹੇ ਆ। ਉਦੋਂ ਅਸੀਂ ਪੰਥਕ ਹੋ ਕੇ ਸੋਚਦੇ ਹਾਂ ਵੀ ਪੰਥ ਦੇ ਵਾਸਤੇ ਕੀ ਹੋ ਰਿਹਾ ਹੈ। ਇਹ ਜਿਹੜਾ ਉਹਨਾਂ ਦੀ ਬੋਲੀ ਦੇ ਵਿੱਚ ਅੱਜ ਪ੍ਰਗਟਾਵਾ ਹੋ ਰਿਹਾ ਹੈ ਨਾ, ਇੱਕ ਪਾਸੇ ਜ਼ਰੂਰ ਇਹ ਗੱਲ ਹੈਗੀ ਹੈ ਕਿ ਉਹ ਆਪਣੇ ਆਪ ਨੂੰ ਪੰਥ ਦਾ ਹਿੱਸਾ ਸਮਝਦੇ ਆ, ਅੱਜ ਵੀ ਸਮਝਦੇ ਆ ਵੀ ਪੰਥ ਇਕੱਲਾ ਤੁਹਾਡਾ ਤਾਂ ਨਹੀਂ ਗਾ, ਸਾਡਾ ਵੀ ਹੈ। ਪਰ ਪੰਥਕ ਹੋਣ ਦੇ ਵਾਸਤੇ ਜੋ ਜੋ ਚਾਹੀਦਾ ਆ, ਗੁਰਬਾਣੀ ਤੋਂ ਲੈ ਕੇ ਗੁਰ ਇਤਿਹਾਸ ਤੇ ਗੁਰ ਮਰਿਆਦਾ, ਉਹਨਾਂ ਦੀ ਨੌਲੇਜ, ਉਹਨਾਂ ਦਾ ਐਕਸੈਸ, ਉਹਨਾਂ ਦਾ ਪ੍ਰਚਾਰ, ਉਹਨਾਂ ਦਾ ਵਾਧਾ, ਉਹਨਾਂ ਦਾ ਰੂਪ ਸਰੂਪ ਇਸ ਢੰਗ ਦੇ ਨਾਲ ਨਹੀਂ ਪ੍ਰਗਟਾਇਆ ਜਾ ਸਕਿਆ ਅੱਜ ਦੀ ਜਨਰੇਸ਼ਨ ਦੀਆਂ ਨੀਡਸ ਦੇ ਹਿਸਾਬ ਦੇ ਨਾਲ, ਅੱਜ ਦੀ ਨੌਜਵਾਨ ਪੀੜ੍ਹੀ ਦੀ ਰੁਚੀ ਦੇ ਹਿਸਾਬ ਦੇ ਨਾਲ। ਤੋ ਇਹ ਚੀਜ਼ ਦੇਖਣ ਵਾਲੀ ਹੁੰਦੀ ਹੈ। ਆਈ ਥਿੰਕ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨੋਟਿਸ ਇਹਨਾਂ ਦਾ ਲਿਆ ਹੋਣਾ, ਨੋਟ ਕਰਦੇ ਹੋਵੋਗੇ ਸਾਡੇ ਐਵਰੀਡੇ ਨੌਜਵਾਨ ਜੀਵਨ ਦੇ ਵਿੱਚੋਂ, ਕਿ ਉਹ ਵਿਰੋਧ ਕਰ ਰਹੇ ਆ ਜਾਂ ਬਾਗੀ ਹੋ ਰਹੇ ਹੈ। ਇਹ ਰਿਐਕਸ਼ਨ ਹੈ ਜਾਂ ਰਿਵੋਲਟ ਹੈ। ਉਹ ਵਿਰੋਧ ਕਰ ਰਹੇ ਆ, ਪ੍ਰਤੀਕਿਰਿਆ ਦੇ ਰਹੇ ਆ ਜੋ ਅਸੀਂ ਹੁਣ ਤੱਕ ਪ੍ਰਚਾਰ ਕੀਤਾ ਉਹਦਾ, ਜਾਂ ਉਹ ਵਾਕਿਆ ਬਾਗੀ ਹੋ ਰਹੇ ਆ। ਬਾਗੀ ਹੋਣਾ ਆਈ ਥਿੰਕ ਕਿ ਵੱਡਾ ਸ਼ਬਦ ਹੈ ਅੱਜ ਦੇ ਨੌਜਵਾਨਾਂ ਦੇ ਵਾਸਤੇ। ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਅੱਜ ਵੀ ਸਿੱਖੀ ਦੇ ਜਿਹੜੇ ਅਸੂਲ ਨੇ, ਵੰਡ ਕੇ ਛਕੋ, ਸੇਵਾ ਕਰੋ, ਉਹਨਾਂ ਨੂੰ ਉਹ ਪ੍ਰੈਕਟਿਸ ਕਰਦੇ ਆ। ਇੱਥੇ ਕਿਸੇ ਖਾਸ ਤੌਰ ਦੇ ਉੱਪਰ ਵੈਸਟਰਨ ਵਰਲਡ ਦੇ ਵਿੱਚ ਸੇਵਾ ਦਾ ਕਨਸੈਪਟ, ਜੇ ਕੋਈ ਬੱਚਾ ਗੁਰਦੁਆਰੇ ਆ ਰਿਹਾ ਉਹਨੂੰ ਵੀ ਪਤਾ, ਨਹੀਂ ਆ ਰਿਹਾ ਉਹਨੂੰ ਵੀ ਪਤਾ ਹੈ। ਉਹ ਠੀਕ ਹੈ ਕਿ ਉਹਨੂੰ ਇਹਦੇ ਪਿੱਛੇ ਜਿਹੜੇ ਮੋਟਿਵਸ ਨੇ ਵੀ ਸੇਵਾ ਕਰਤ ਹੋਏ ਨਿਹਕਾਮੀ, ਉਹ ਸ਼ਾਇਦ ਉਹਨੂੰ ਨਾ ਪਤਾ ਹੋਵੇ, ਜਾਂ ਸੇਵਾ ਥੋੜੀ ਮੰਗਣ ਬਹੁਤਾ ਦਾ ਉਹਨੂੰ ਨਾ ਪਤਾ ਹੋਵੇ, ਜਾਂ ਮਤ ਥੋੜੀ ਸੇਵ ਗਵਾਈਆ ਦੀ ਉਹਨੂੰ ਜਾਣਕਾਰੀ ਨਾ ਹੋਵੇ। ਪਰ ਇੱਕ ਗੱਲ ਉਹਨੂੰ ਪਤਾ ਹੈ ਵੀ ਸੇਵਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਤੇ ਅਸੀਂ ਸੰਸਾਰ ਦੇ ਭਲੇ ਵਾਸਤੇ ਸੇਵਾ ਕਰਨੀ। ਫਿਰ ਉਹਨਾਂ ਨੂੰ ਵੰਡ ਕੇ ਛਕਣ ਦਾ ਵੀ ਪਤਾ ਆ ਵੀ ਸ਼ੇਅਰ ਵਿਦ ਨੀਡੀ, ਅਸੀਂ ਵੰਡ ਕੇ ਛਕਣਾ ਆ। ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਆ। ਤਾਂ ਇੰਝ ਨਹੀਂ ਮੈਂ ਕਹਿ ਸਕਦਾ ਵੀ ਉਹਨਾਂ ਦੇ ਵਿੱਚ ਬਾਗੀਪਣ ਆ ਗਿਆ, ਕਿਉਂਕਿ ਬਾਗੀਪੁਣਾ ਹੁੰਦਾ ਆ ਵਿਰੋਧ ਦੇ ਵਿੱਚ ਖੜੇ ਹੋ ਜਾਣਾ ਵੀ ਇਸ ਚੀਜ਼ ਤੋਂ ਮੈਂ ਬਾਗੀ ਹਾਂ, ਮੈਂ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਹੈਗਾ ਗਾ। ਜਿਵੇਂ ਸਿੱਖ ਸਰਕਾਰ ਤੋਂ 18ਵੀਂ ਸਦੀ ਦੇ ਵਿੱਚ ਜਦੋਂ ਬਾਗੀ ਹੋ ਜਾਂਦੇ ਸੀ, ਉਹਦਾ ਮਤਲਬ ਹੁੰਦਾ ਸੀਗਾ ਕਿ ਸਰਕਾਰ ਦੇ ਕਾਨੂੰਨ, ਸਰਕਾਰ ਦੇ ਨਿਯਮ, ਉਹਨਾਂ ਨੂੰ ਅਸੀਂ ਮੰਨਦੇ ਨਹੀਂ, ਉਹ ਸਾਡੇ ਤੇ ਲਾਗੂ ਨਹੀਂ ਹੁੰਦੇ।
ਸਿੱਖ ਸੰਸਥਾਵਾਂ ਤੋਂ ਹੋ ਸਕਦਾ ਆ, ਸਿੱਖਾਂ ਦੇ ਪ੍ਰਚਾਰ ਸਿਸਟਮ ਤੋਂ ਹੋ ਸਕਦਾ ਨੌਜਵਾਨ ਵਰਗ ਬਾਗੀ ਹੋਇਆ ਵੀ ਅਸੀਂ ਇਹਨੂੰ ਸਬਸਕ੍ਰਾਈਬ ਨਹੀਂ ਕਰਦੇ, ਇਹਨੂੰ ਨਹੀਂ ਅਸੀਂ ਮੰਨਦੇ। ਪਰ ਸਿੱਖੀ ਤੋਂ ਬਾਗੀ ਜਾਂ ਗੁਰਬਾਣੀ ਤੋਂ ਬਾਗੀ, ਉਹ ਆਈ ਡੋਂਟ ਥਿੰਕ ਸੋ ਕਿ ਉਹ ਹਲੇ ਇਸ ਐਵੀਨਿਊ ਤੱਕ ਪਹੁੰਚ ਚੁੱਕੇ ਨੇ। ਤਾਂ ਇਹ ਘੜੀ ਸਾਡੇ ਵਾਸਤੇ ਥੋੜਾ ਜਿਹਾ ਚਿੰਤਨ ਦਾ ਵਿਸ਼ਾ ਆ, ਤੇ ਚਿੰਤਨ ਵੀ ਤਾਂ ਹੀ ਹੁੰਦਾ ਜਦੋਂ ਕਿਸੇ ਗੱਲ ਦੀ ਚਿੰਤਾ ਹੋ ਰਹੀ ਹੋਵੇ। ਤਾਂ ਇਹ ਇਸ ਚਿੰਤਾ ਦੇ ਵਿੱਚੋਂ ਸਾਡੇ ਲਈ ਚਿੰਤਨ ਦਾ ਵਿਸ਼ਾ ਜ਼ਰੂਰ ਹੈਗਾ ਆ ਕਿ ਉਹਨਾਂ ਦੀ ਵਾਪਸੀ ਕਿਵੇਂ ਕੀਤੀ ਜਾਵੇ। ਮੈਂ ਸਰਦਾਰ ਹਰਜੀਤ ਸਿੰਘ ਜੀ ਹੋਣਾ ਨਾਲ ਪਿਛਲੇ ਬੁੱਧਵਾਰ ਗੁਰਬਾਣੀ ਦੀ ਵਿਚਾਰ ਕਰਦੇ ਇੱਕ ਪੰਕਤੀ ਅਸੀਂ ਸਾਂਝੀ ਕੀਤੀ ਸੀ ਵੀ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੈ ਗੋ। ਅਸੀਂ ਸਿਰਫ ਕਰਮ ਕਾਂਡਾਂ ਦੀ ਨਿਖੇਧੀ ਹੀ ਕੀਤੀ ਹੈ, ਅਸੀਂ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਆਤਮਿਕ ਸੁੱਖ ਦੇ ਵਾਸਤੇ ਜਿਹੜਾ ਧਰਮ ਦਾ ਮੂਲ ਕਾਰਨ ਹੈਗਾ ਆ, ਕਿਉਂਕਿ ਉਹ ਸੁੱਖ ਨਾ ਪੈਸੇ ਨੇ ਦੇਣਾ ਹੈ, ਨਾ ਰਾਜ ਨੇ ਦੇਣਾ ਆ, ਨਾ ਪਰਿਵਾਰ ਨੇ ਦੇਣਾ, ਨਾ ਪਦਾਰਥ ਨੇ ਦੇਣਾ, ਜਿਹੜਾ ਪਰਮਾਰਥ ਨੇ ਦੇਣਾ ਆ। ਪਰਮਾਰਥ ਦੀ ਗੱਲ ਬਹੁਤ ਘੱਟ ਹੋਈ ਹੈ ਸਾਡੇ ਕੀਰਤਨ ਦੇ ਵਿੱਚ ਵੀ ਪਰਮਾਰਥਕ ਧੁਨਾਂ ਨਹੀਂ ਰਹੀਆਂ। ਰਾਗ ਜਿਹੜਾ ਗੁਰਬਾਣੀ ਦਾ ਇੱਕ ਅਸੈਂਸ਼ੀਅਲ ਪਾਰਟ ਆ, ਜਿਹਨੇ ਸਾਡੀਆਂ ਨਰਵਸ ਨੂੰ ਮੇਰੇ ਕੋਲੇ ਸ਼ਾਇਦ ਇੱਥੇ ਪਿਆ ਹੋਵੇ ਜੀ, ਮੈਂ ਆਪਣੇ ਰੂਮ ਦੇ ਵਿੱਚ ਐਰੋਮਾ ਥੈਰੇਪੀ ਦੇ ਵਾਸਤੇ ਅਸੈਂਸ਼ੀਅਲ ਆਇਲਸ ਨੇ ਜਿਹੜੇ ਉਹ ਮੂਡ ਚੇਂਜ ਕਰਨ ਵਾਸਤੇ ਹੁੰਦੇ ਆ, ਉਹਨਾਂ ਨੂੰ ਯੂਜ਼ ਕਰਦਾ ਆ। ਇਹ ਗੁਰਬਾਣੀ ਦੇ ਜਿਹੜੇ ਰਾਗ ਨੇ ਅਸੈਂਸ਼ੀਅਲ ਚੀਜ਼ਾਂ ਨੇ, ਇਹਨਾਂ ਨੇ ਸਾਡੇ ਮੂਡ ਨੂੰ ਕਾਮ ਡਾਊਨ ਕਰਨਾ ਹੈ, ਟ੍ਰਿਗਰ ਕਰਨਾ ਹੈ, ਚੈਨਲਾਈਜ਼ ਕਰਨਾ ਹੈ, ਤਾਂ ਕਿ ਰਾਗ ਦੇ ਨਾਲ ਮਨ ਹੈ ਜਿਹੜਾ ਟਿਕੇ ਤੇ ਉਸ ਤੋਂ ਬਾਅਦ ਟਿਕੇ ਮਨ ਦੇ ਉੱਪਰ ਗੁਰਬਾਣੀ ਦੇ ਸ਼ਬਦ ਦਾ ਅਸਰ ਹੋਵੇ। ਜਿਹੜੀਆਂ ਚੀਜ਼ਾਂ ਸਾਡੀਆਂ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸਾਨੂੰ ਦਿੱਤੀਆਂ ਨੇ, ਉਹਨਾਂ ਤੋਂ ਅਸੀਂ ਇੱਕ ਇੱਕ ਕਰਕੇ ਪ੍ਰਚਾਰਕ ਵਰਗ ਵੀ ਹੈ ਪਿੱਛੇ ਹਟਦਾ ਜਾ ਰਿਹਾ, ਪਰ ਉਹਦੇ ਵਿੱਚ ਮੈਂ ਥੋੜੇ ਜਿਹੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਦੀ ਘਾਟ ਵੀ ਮਹਿਸੂਸ ਕਰਦਾ ਆ ਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਲਾਗੂ ਕਰਨ ਵਾਸਤੇ ਪ੍ਰਬੰਧਕੀ ਢਾਂਚੇ ਵਿੱਚ ਆਏ ਨੇ, ਪਰ ਉਹ ਚੀਜ਼ਾਂ ਲਾਗੂ ਨਹੀਂ ਕਰ ਸਕੇ। ਫਾਰ ਐਗਜ਼ਾਮਪਲ, ਜੇ ਮੈਂ ਆਪਣੀ ਗੱਲ ਕਰਾਂ, ਮੇਰੇ ਤੋਂ ਇੱਥੇ ਹਿਊਸਟਨ ਦੇ ਵਿੱਚ ਬਿਹਤਰ ਕਥਾਵਾਚਕ ਮੌਜੂਦ ਸਨ ਤੇ ਬਿਹਤਰ ਕਥਾਵਾਚਕ ਆਏ ਨੇ, ਪਰ ਇਹਨਾਂ ਨੂੰ ਕਥਾਵਾਚਕ ਪ੍ਰਚਾਰਕ ਦੀ ਲੋੜ ਸੀ ਜਿਹੜਾ ਅੰਗਰੇਜ਼ੀ ਬੋਲ ਸਕਦਾ ਹੋਵੇ। ਠੀਕ ਹੈ ਜੀ, ਇਹਨਾਂ ਨੇ ਮੇਰੀ ਸਿਲੈਕਸ਼ਨ ਕਰ ਲਈ ਸਿਰਫ ਅੰਗਰੇਜ਼ੀ ਭਾਸ਼ਾ ਦੇ ਕਰਕੇ, ਹਾਲਾਂਕਿ ਜਿਹੜੇ ਕਥਾਕਾਰ ਮੇਰੇ ਤੋਂ ਵਧੀਆ ਸ਼ੈਲੀ ਦੇ ਵਿੱਚ ਕਥਾ ਕਰਦੇ ਹੈ, ਕਨੈਕਟ ਕਰਦੇ ਆ ਸੰਗਤ ਦੇ ਨਾਲ, ਉਹਨਾਂ ਨੂੰ ਗੁਰਬਾਣੀ ਦੀ ਮੇਰੇ ਨਾਲੋਂ ਜ਼ਿਆਦਾ ਜਾਣਕਾਰੀ ਹੈ, ਪਰ ਮੇਰੀ ਸਿਲੈਕਸ਼ਨ ਹੋ ਗਈ ਅੰਗਰੇਜ਼ੀ ਭਾਸ਼ਾ ਦੇ ਕਰਕੇ। ਪਰ ਹੁਣ ਮੈਂ ਦੇਖਿਆ ਵੀ ਪਿਛਲੇ 5 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਕਰਕੇ ਪ੍ਰਬੰਧਕਾਂ ਨੇ ਮੇਰੀ ਅੰਗਰੇਜ਼ੀ ਕਾਬਲੀਅਤ ਕਰਕੇ ਸਿਲੈਕਸ਼ਨ ਕੀਤੀ ਸੀ, ਮੈਨੂੰ ਰੱਖਿਆ ਸੀ, ਉਹਦਾ ਮੇਰੇ ਤੋਂ ਇਹਨਾਂ ਨੇ ਕੋਈ ਲਾਭ ਨਹੀਂ ਲਿਆ ਅਜੇ ਤੱਕ। ਮੇਰੀ ਉਸ ਸਕਿੱਲ ਦਾ ਮੇਰੇ ਤੋਂ ਅਜੇ ਤੱਕ ਕੋਈ ਫਾਇਦਾ ਨਹੀਂ ਉਠਾਇਆ ਗਿਆ। ਚਾਹੀਦਾ ਤਾਂ ਇਹ ਸੀ ਨਾ ਕਿ ਉਹ ਕਿਸੇ ਢੰਗ ਦੇ ਨਾਲ ਕੋਈ ਪ੍ਰਬੰਧ ਕਰਦੇ, ਕੋਈ ਵੱਖਰੇ ਅਰੇਂਜਮੈਂਟ ਕਰਦੇ ਵੀ ਜੇ ਸਾਡਾ ਨੌਜਵਾਨ ਨਹੀਂ ਵੀ ਗੁਰਦੁਆਰੇ ਦੀਵਾਨ ਦੇ ਵਿੱਚ ਬੈਠਦਾ, ਕਿਉਂਕਿ ਦੀਵਾਨ ਦੇ ਵਿੱਚ ਹਰ ਪ੍ਰਕਾਰ ਦੇ ਸਰੋਤੇ ਨੇ, ਪਰ ਵੱਖਰੇ ਇੰਤਜ਼ਾਮ ਵੀ ਕੋਈ ਨਹੀਂ ਹੋਏਗੇ ਜਿਹਦੇ ਵਿੱਚ ਮੇਰੀ ਸਕਿੱਲ ਦੀ ਵਰਤੋਂ ਕੀਤੀ ਜਾਂਦੀ। ਤਾਂ ਮੈਂ ਇਹ ਚੀਜ਼ ਮਹਿਸੂਸ ਕਰਦਾ ਹਾਂ ਕਿ ਕਿਤੇ ਨਾ ਕਿਤੇ ਸਾਡੇ ਪ੍ਰਚਾਰ ਤੇ ਪ੍ਰਬੰਧਕੀ ਢਾਂਚਿਆਂ ਦੇ ਵਿੱਚ ਇੱਕ ਖੜੋਤ ਆਈ ਹੋਈ ਹੈ, ਜਾਂ ਗੁਰਮਤ ਰਾਹ ਤੋਂ ਦੂਰੀ ਬਣੀ ਹੋਈ ਹੈ, ਜਾਂ ਸਾਨੂੰ ਬਾਕੀਆਂ ਕੌਮਾਂ ਦੇ ਮੁਕਾਬਲੇ ਅਜੇ ਤੱਕ ਅਗਾਂਹ ਵਧਣ ਦੇ ਅੱਜ ਦੇ ਮਾਹੌਲ ਦੇ ਵਿੱਚ ਅਗਾਂਹ ਵਧਣ ਦੇ ਸਾਨੂੰ ਬਾਕੀਆਂ ਕੌਮਾਂ ਦੇ ਮੁਕਾਬਲੇ ਢੰਗ ਤਰੀਕਿਆਂ ਨੂੰ ਵਰਤਣ ਤੋਂ ਅਸੀਂ ਜਾਂ ਤਾਂ ਗੁਰੇਜ਼ ਕਰ ਰਹੇ ਹਾਂ, ਸੰਕੋਚ ਕਰ ਰਹੇ ਹਾਂ, ਜਾਂ ਸਾਡੇ ਮਨ ਦੇ ਵਿੱਚ ਅਜੇ ਕੋਈ ਦੁਬਿਧਾ ਆ। ਤਾਂ ਮੈਂ ਨਾ ਤਾਂ ਦੂਜੀਆਂ ਕੌਮਾਂ ਦੇ ਨਾਲ ਆਪਣੀ ਕੌਮ ਨੂੰ ਮਿਲਾ ਕੇ ਦੇਖਦਾ ਹਾਂ, ਕਿਉਂਕਿ ਸਾਡੀ ਗਿਣਤੀ ਦੇ ਹਿਸਾਬ ਦੇ ਨਾਲ ਸਾਡੇ ਉੱਪਰ ਪਿਛਲੀਆਂ 5 ਸਦੀਆਂ ਦੇ ਵਿੱਚ ਜੋ ਕਹਿਰ ਵਾਪਰੇ ਨੇ, ਉਸ ਮੁਕਾਬਲੇ ਅਸੀਂ ਅਜੇ ਵੀ ਜੇ ਸਰਵਾਈਵ ਕਰ ਰਹੇ ਹਾਂ, ਥਰਾਈਵ ਕਰ ਰਹੇ ਹਾਂ, ਅਸੀਂ ਸਗੋਂ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਅਸੀਂ ਸਰਵਾਈਵ ਵੀ ਕੀਤਾ, ਅਸੀਂ ਥਰਾਈਵ ਵੀ ਕੀਤਾ, ਅਸੀਂ ਹੋਰ ਗਿਣਤੀ 'ਚ ਵਧੇ ਹਾਂ। ਪਰ ਉਹ ਜਿਹੜਾ
ਇੱਕ ਸੰਗਤੀ ਪ੍ਰਭਾਵ ਸਾਡੇ ਆਮ ਨੌਜਵਾਨ ਦੇ ਵਿੱਚ ਵੇਖਣ ਨੂੰ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲ ਰਿਹਾ। ਜਿਹਦੇ ਕਰਕੇ ਅੱਜ ਦਾ ਵਿਸ਼ਾ ਅਸੀਂ ਲੈ ਰਹੇ ਹਾਂ ਕਿ ਇਹ ਉਹਨਾਂ ਦੀ ਅਰੁਚੀ ਦੇ ਕਾਰਨ ਕੀ ਹੈ, ਆਪਣੀ ਗੁਰਬਾਣੀ ਜਾਂ ਆਪਣੇ ਵਿਰਸੇ ਤੋਂ। ਤਾਂ ਮੈਨੂੰ ਲੱਗਦਾ ਆ, ਕਿਉਂਕਿ ਮੈਂ ਇਸ ਵਿਸ਼ੇ ਦੇ ਉੱਪਰ ਦੂਜੀਆਂ ਕੌਮਾਂ ਦੇ ਜਿਹੜੇ ਪਾਸਟਰਸ ਨੇ ਜਾਂ ਚਰਚ ਫਾਦਰ ਨੇ, ਪ੍ਰਚਾਰਕ ਨੇ, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸੁਣਦਾ ਆ। ਉਹਨਾਂ ਨੇ ਨਵੇਂ ਢੰਗ ਡਿਵੈਲਪ ਕਰ ਲਏ। ਸੋਸ਼ਲ ਮੀਡੀਆ, ਉਹਨਾਂ ਦੇ ਪ੍ਰਚਾਰਕ ਟਿਕਟੌਕ ਦੇ ਉੱਪਰ ਨੇ। ਟੌਪ ਕਲਾਸ ਜਿਹੜੇ ਉਹਨਾਂ ਦੇ ਪਾਸਟਰਸ ਨੇ, ਜਿਨ੍ਹਾਂ ਨੂੰ ਚਰਚ ਦੇ ਵਿੱਚ 1 ਲੱਖ ਜਣੇ ਸੁਣਦੇ ਆ, ਤਾਂ ਟਿਕਟੌਕ ਦੇ ਉੱਪਰ ਉਹਨਾਂ ਨੂੰ 10 ਲੱਖ ਜਣੇ ਸੁਣ ਰਹੇ ਆ। ਤਾਂ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਉਸ ਢੰਗ ਦੇ ਵਿੱਚ ਅਜੇ ਨਹੀਂ ਕਰ ਸਕੇ। ਅਸੀਂ ਕੰਟੈਂਟ ਨਹੀਂ ਕ੍ਰੀਏਟ ਕਰ ਸਕੇ। ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਸਿੱਖੀ ਪ੍ਰਚਾਰ ਦੇ ਵਾਸਤੇ ਅਜੇ ਤੱਕ ਨਹੀਂ ਕਰ ਸਕੇ। ਤਾਂ ਇੱਕ ਅਗਲੀ ਗੱਲ ਜੀ, ਜਿਹੜੀ ਹੋ ਸਕਦਾ ਹੈ ਕਈਆਂ ਨੂੰ offend ਕਰ ਜਾਵੇ। ਮੈਂ ਇਹਦੀ ਟੇਕ ਗੁਰਬਾਣੀ ਤੋਂ ਹੀ ਲੈਣਾ ਚਾਹੁੰਦਾ ਆ। ਜਦੋਂ ਅਸੀਂ ਇੱਕ ਸ਼ਬਦ ਪੜ੍ਹਦੇ ਆ ਨਾ ਕਿ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਆ ਕਿ ਜਦੋਂ ਕਾਲੇ ਨੇ, ਜਦੋਂ ਜਵਾਨੀ ਹੈ, ਉਦੋਂ ਕੋਈ ਜਪ ਲਵੇ ਤਾਂ ਜਪ ਲਵੇ। ਪਰ ਗੁਰੂ ਅਮਰਦਾਸ ਪਾਤਸ਼ਾਹ ਨੇ ਨਾਲ ਕਿਹਾ ਵੀ ਨੌਜਵਾਨੀ 'ਚ ਵੀ ਜਪਿਆ ਜਾ ਸਕਦਾ ਹੈ, ਬਜ਼ੁਰਗੀ 'ਚ ਵੀ ਜਪਿਆ ਜਾ ਸਕਦਾ ਹੈ। ਪਰ ਉੱਥੇ ਇੱਕ ਨਾਲ ਗੱਲ ਮੇਨ ਜਿਹੜੀ ਗੁਰੂ ਸਾਹਿਬ ਨੇ ਜੋੜੀ ਹੈ, ਉਹ ਹੈ ਜੇ ਕੋ ਚਿੱਤ ਕਰੇ। ਚਿੱਤ ਦੀ ਗੱਲ ਆ। ਹੁਣ ਸਾਡੇ ਪ੍ਰਚਾਰ ਸਿਸਟਮ ਦੇ ਵਿੱਚੋਂ ਜਾਂ ਸਾਡੇ ਪ੍ਰਬੰਧਕੀ ਢਾਂਚਿਆਂ ਦੇ ਵਿੱਚੋਂ ਸਾਡਾ ਚਿੱਤ ਹੈ ਜਿਹੜਾ, ਉਹ ਨਾ ਸਾਹਿਬ ਦੇ ਨਾਲ ਜੁੜਿਆ ਹੋਇਆ, ਨਾ ਪੰਥ ਦੇ ਨਾਲ ਜੁੜਿਆ ਹੋਇਆ। ਇਹ ਇੱਕ ਵੱਡਾ ਕਾਰਨ ਆ। ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਰੋਸਾ ਜ਼ਰੂਰ ਹੈ ਵੀ ਜਦੋਂ ਤਾਂ ਅਸੀਂ ਦੁਨਿਆਵੀ ਅਹੁਦਿਆਂ ਦੇ ਉੱਪਰ ਛੋਟੀ ਉਮਰ ਦੇ ਵਿੱਚ ਬੈਠ ਜਾਂਦੇ ਆ, ਤਾਂ ਲੋਕ ਸਾਡੀ ਵਾਹ-ਵਾਹ ਕਰਦੇ ਆ, ਸਾਨੂੰ ਸਰੋਪੇ ਦਿੰਦੇ ਆ, ਥੱਕਦੇ ਨਹੀਂ। ਪਰ ਉਹੀ ਨੌਜਵਾਨ ਜਿਹਦੇ ਕੋਲੇ ਆਫਿਸ ਮੈਨੇਜਮੈਂਟ ਹੈ, ਜਿਹਦੇ ਕੋਲੇ ਮਾਰਕੀਟਿੰਗ ਸਕਿੱਲਸ ਨੇ, ਜਿਹਦੇ ਕੋਲੇ ਪਬਲਿਕ ਸਪੀਕਿੰਗ ਸਕਿੱਲਸ ਨੇ, ਜਿਹਦੇ ਕੋਲੇ ਸੋਸ਼ਲ ਮੀਡੀਆ ਮੈਨੇਜਿੰਗ ਸਕਿੱਲਸ ਨੇ, ਜਿਹਦੇ ਕੋਲੇ ਇੱਕ ਵੱਡਾ ਫਰੈਂਡ ਸਰਕਲ ਦਾ ਖੇਤਰ ਦਾਇਰਾ ਹੈਗਾ ਆ, ਜੇ ਉਹ ਗੁਰਦੁਆਰਿਆਂ ਦੇ ਸਿੱਖੀ ਪ੍ਰਚਾਰ ਸੰਸਥਾਵਾਂ ਦੇ ਹਿੱਸੇਦਾਰ ਬਣਨਾ ਚਾਹੁੰਦੇ ਆ, ਉਦੋਂ ਉਹਨਾਂ ਦੀ ਉਮਰ ਨੂੰ ਵੇਖਿਆ ਜਾਂਦਾ ਹੈ ਕਿ ਤੁਹਾਡੀ ਉਮਰ ਛੋਟੀ ਹੈ, ਤੁਹਾਨੂੰ ਤਜਰਬਾ ਨਹੀਂ। ਪਰ ਉਹੀ ਬੱਚੇ ਜਦੋਂ ਦੁਨਿਆਵੀ ਪੱਧਰ ਦੇ ਵੱਡੇ ਅਹੁਦਿਆਂ ਤੇ ਪਹੁੰਚਦੇ ਆ, ਤਾਂ ਉਹਨਾਂ ਦਾ ਹੀ ਮਾਨ ਸਨਮਾਨ ਗੁਰਦੁਆਰਿਆਂ ਦੇ ਵਿੱਚ ਹੁੰਦਾ ਆ। ਤਾਂ ਅਸੀਂ ਕਿਤੇ ਨਾ ਕਿਤੇ ਜਿਹੜੀ ਗੁਰਦੁਆਰਾ ਆਫਿਸ ਮੈਨੇਜਮੈਂਟ ਆ, ਉਹਨੂੰ ਇੰਨਾ ਕੁ ਵੱਡਾ ਹਊਆ ਬਣਾ ਦਿੱਤਾ ਆ ਵੀ ਇਹਦੇ ਵਾਸਤੇ ਤਾਂ ਤੁਹਾਨੂੰ ਕੋਈ 60 ਕੁ ਸਾਲ ਦੇ ਹੋਣਾ ਜ਼ਰੂਰੀ ਹੈ, ਤੁਹਾਨੂੰ ਤਜਰਬਾ ਹੋਵੇ। ਪਰ 60 ਸਾਲ ਦੇ ਵਿੱਚ ਰਿਟਾਇਰਮੈਂਟ ਦੀ ਉਮਰ ਹੋ ਜਾਂਦੀ ਹੈ। ਇਹ ਯੰਗ ਬੱਚੇ 25-30 ਸਾਲ ਦੀ ਉਮਰ ਵਾਲੇ ਜਿਹੜੇ ਟੌਪ ਦੇ ਅਟਰਨੀਜ਼ ਬਣ ਜਾਂਦੇ ਆ, ਈਵਨ ਕਿ ਵੱਡੇ-ਵੱਡੇ ਜਿਹੜੇ ਆਫਿਸ ਨੇ ਦੁਨੀਆ ਦੇ, ਉਹਨਾਂ 'ਚ ਪਹੁੰਚ ਜਾਂਦੇ ਆ, ਵੱਡੀਆਂ ਰਾਜਸੀ ਮੱਲਾਂ ਮਾਰ ਲੈਂਦੇ ਆ। ਉਹਨਾਂ ਨੌਜਵਾਨਾਂ ਦੀ ਸ਼ਕਤੀ ਨੂੰ ਅਸੀਂ ਨਜ਼ਰਅੰਦਾਜ਼ ਕੀਤਾ ਆ। ਨੋਇੰਗਲੀ, ਅਨਨੋਇੰਗਲੀ ਸਾਡੇ ਆਪਣੇ ਬਾਇਸਸ ਹੋ ਸਕਦੇ ਆ, ਵਾਹਿਗੁਰੂ ਜਾਣੇ। ਪਰ ਇਹ ਚੀਜ਼ ਹੈਗੀ ਹੈ ਕਿ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਨਿਰਾਸ਼ ਕੀਤਾ ਆ, ਜਾਂ ਉਹਨਾਂ ਨੂੰ ਡੀਮੋਰਲਾਈਜ਼ ਕੀਤਾ ਆ, ਜਾਂ ਉਹਨਾਂ ਨੂੰ ਇਹ ਮਹਿਸੂਸ ਕਰਵਾਇਆ ਆ ਵੀ ਤੁਹਾਡਾ ਕੰਮ ਸਿਰਫ ਇੱਥੇ ਆਉਣਾ ਆ, ਮੱਥਾ ਟੇਕੋ ਤੇ ਆਪਣਾ ਸੇਵਾ ਕਰੋ। ਕਿਉਂਕਿ ਤੁਸੀਂ ਯੰਗ ਹੋ, ਤੁਸੀਂ ਆਫਿਸ ਮੈਨੇਜਮੈਂਟ ਨਹੀਂ ਕਰ ਸਕਦੇ, ਤੁਸੀਂ ਵੱਡੇ ਭਾਂਡੇ ਮਾਂਜਣ ਵਾਲੇ ਪਏ ਆ, ਤੁਸੀਂ ਯੰਗ ਹੋ ਤੇ ਯੰਗ ਬੱਚੇ ਭਾਂਡੇ ਹੀ ਮਾਂਜਣ। ਅਸੀਂ ਉਹਨਾਂ ਨੂੰ ਜਾਣੇ ਅਣਜਾਣੇ, ਚਾਹੁੰਦਿਆਂ ਨਾ ਚਾਹੁੰਦਿਆਂ ਸਿੱਖੀ ਪ੍ਰਚਾਰ ਦੇ ਸਿਸਟਮ ਦਾ ਅੰਗ ਨਹੀਂ ਬਣਾ ਸਕੇ। ਤਾਂ ਮੇਰਾ ਤਾਂ ਮੂਲ ਇੰਨਾ ਹੀ ਹੈ ਜੀ ਵੀ ਮੇਰੇ ਨਾਲੋਂ ਵੱਧ ਤਜਰਬੇਕਾਰ ਹੋ ਤੁਸੀਂ ਸਾਰੇ। ਮੈਂ ਤਾਂ ਇੱਕ ਨੌਜਵਾਨ ਖੁਦ ਹਾਂ, ਨੌਜਵਾਨ ਪ੍ਰਚਾਰਕ ਹਾਂ। ਮੇਰੇ ਆਪਣੇ ਮਨ ਦੇ ਜਿਹੜੇ ਵਲਵਲੇ ਜਾਂ ਰੋਸੇ ਨੇ, ਉਹਨਾਂ ਨੂੰ ਮੈਂ ਪ੍ਰਚਾਰਕ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਤਾ ਆ ਕਿ ਇਹ
ਸੱਚਾਈ ਹੈ। ਇਹ ਕਿਤੇ ਨਾ ਕਿਤੇ ਅੰਡਰ ਕਰੰਟ ਚੀਜ਼ਾਂ ਚੱਲ ਰਹੀਆਂ ਨੇ ਇਹ ਸਾਡੇ ਨੌਜਵਾਨ ਵਰਗ ਦੇ ਵਿੱਚ। ਜਿਹੜੀ ਉਹਨਾਂ ਦੀ ਇਹ ਗੱਲ ਹੈ ਨਾ ਵੀ ਗੁਰਬਾਣੀ ਦੀ ਸਮਝ ਨਹੀਂ ਆਉਂਦੀ, ਉਹ ਵੀ ਇੱਕ ਕਾਰਨ ਹੈਗਾ ਆ। ਉਹ ਕਾਰਨ ਰਹਿਣਗੇ, ਉਹ ਕਾਰਨ ਇਸ ਕਰਕੇ ਰਹਿਣਗੇ ਜੀ, ਪੰਜਾਬ ਦੇ ਵਿੱਚ ਤੁਸੀਂ ਜੇ ਆਪਾਂ ਉਦਾਹਰਨਾਂ ਲਾਈਏ, ਪੰਜਾਬ ਦੇ ਪਿੰਡਾਂ ਦੇ ਵਿੱਚ ਆ ਕੇ ਜੇ ਕੋਈ ਬੰਬੇ ਦਾ, ਕੇਰਲਾ ਦਾ ਜੰਪਲ ਸਿੱਖ ਪ੍ਰਚਾਰਕ ਆ ਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਥਾ ਕਰੇਗਾ ਨਾ, ਲੋਕ ਕਨੈਕਟ ਨਹੀਂ ਕਰਨਗੇ, ਕਿਉਂਕਿ ਉਹਨੇ ਉਦਾਹਰਨਾਂ ਦੇਣੀਆਂ ਨੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ। ਪੰਜਾਬ ਦੇ ਪਿੰਡਾਂ ਦੀ ਬੋਲੀ ਤੇ ਸੱਭਿਆਚਾਰ ਤੇ ਉਦਾਹਰਨਾਂ ਪਿੰਡਾਂ ਵਾਲੀਆਂ ਹੋਣਗੀਆਂ। ਉਹ ਪ੍ਰਚਾਰਕ ਨੂੰ ਸਿੱਖੀ ਦਾ ਗਿਆਨ ਹੋਏਗਾ, ਪਰ ਸਿੱਖੀ ਨੂੰ ਲੋਕਲ ਖੇਤਰੀ ਉਦਾਹਰਨਾਂ ਦੇ ਨਾਲ ਜੋੜ ਕੇ ਕਿਵੇਂ ਦੱਸਣਾ ਆ, ਹੋ ਸਕਦਾ ਹੈ ਇਹਦੀ ਉਹਨੂੰ ਨੌਲੇਜ ਨਾ ਹੋਵੇ। ਆਹ ਸੇਮ ਚੀਜ਼ ਇਹਨਾਂ ਮੁਲਕਾਂ ਦੇ ਵਿੱਚ ਵਾਪਰ ਰਹੀ ਹੈ। ਮੈਂ 2 ਕੁ ਮਹੀਨੇ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਲੋਕਾਂ ਦੇ ਵਿਚਾਰ ਅਸੀਂ ਸੰਗਤ ਨਾਲ ਸ਼ੁਰੂ ਕੀਤੀ ਕਲਾਸ ਰੂਪ ਦੇ ਵਿੱਚ। ਦਿੱਲੀ ਦੀ ਜੰਪਲ ਇੱਕ ਸਿੱਖ ਬੀਬੀ ਇੱਥੇ ਜਿਹੜੀ ਲੰਬੇ ਸਮੇਂ ਤੋਂ ਡਾਕਟਰੀ ਪੇਸ਼ੇ ਦੇ ਨਾਲ ਜੁੜੀ ਹੋਈ ਹੈ, ਉਹ ਕਲਾਸ ਵਿੱਚ ਆਈ। ਮੈਂ ਥੋੜੀ ਜਿਹੀ ਪੰਜਾਬੀ, ਥੋੜੀ ਜਿਹੀ ਅੰਗਰੇਜ਼ੀ ਰਲਵੀਂ ਭਾਸ਼ਾ 'ਚ ਗੱਲ ਕਰਦਾ ਰਿਹਾ। ਉਹਨੇ ਮੈਨੂੰ ਐਂਡ ਦੇ ਉੱਪਰ ਮੈਂ ਫੀਡਬੈਕ ਲਈ ਪੁੱਛਿਆ ਤੇ ਇੱਕ ਮੈਨੂੰ ਉਹਨਾਂ ਨੇ ਜਵਾਬ ਦਿੱਤਾ ਜਿਹੜਾ ਮੇਰੇ ਵਾਸਤੇ ਬੜਾ ਹੈਰਾਨਕੁਨ ਸੀ। ਉਹ ਬੀਬੀ ਜੀ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਗੁਰਬਾਣੀ ਨੂੰ ਟਰਾਂਸਲੇਟ ਕਰ ਰਹੇ ਹੋ ਇੰਗਲਿਸ਼ ਦੇ ਵਿੱਚ, ਪਰ ਜਿਹੜੀਆਂ ਗੁਰਬਾਣੀ ਦੀਆਂ ਐਗਜ਼ਾਮਪਲਸ ਨੇ ਮੈਨੂੰ ਉਹਨਾਂ ਦੀ ਸਮਝ ਹੀ ਕੋਈ ਨਹੀਂ ਹੈਗੀ। ਉਹ ਕਹਿੰਦੇ ਮੈਂ ਭਾਵੇਂ ਦਿੱਲੀ ਦੀ ਜੰਪਲ ਹਾਂ, ਪਰ ਤੁਸੀਂ ਉਦਾਹਰਨਾਂ ਆਪਣੇ ਖੇਤਰ ਦੀਆਂ, ਪੰਜਾਬ ਦੀਆਂ ਉਹ ਸਾਂਝੀਆਂ ਕਰ ਰਹੇ ਹੋ, ਮੇਰਾ ਉਹਦੇ ਨਾਲ ਕਨੈਕਸ਼ਨ ਹੀ ਨਹੀਂ ਬਣ ਰਿਹਾ। ਤੁਸੀਂ ਗੁਰਬਾਣੀ ਨੂੰ ਟਰਾਂਸਲੇਟ ਕਰੋਗੇ ਪੰਜਾਬੀ ਤੋਂ ਅੰਗਰੇਜ਼ੀ, ਮੈਂ ਸਮਝ ਲੂੰਗੀ, ਪਰ ਉਹ ਮੈਂ ਟਰਾਂਸਲੇਸ਼ਨ ਸਮਝੂੰਗੀ ਉਹਦਾ ਕਲਚਰਲ ਬੈਕਗਰਾਉਂਡ ਕੀ ਹੈ, ਉਹਦਾ ਖੇਤਰੀ ਪ੍ਰਭਾਵ ਕੀ ਹੈ, ਖੇਤਰੀ ਉਹਦਾ ਰੂਪ ਕੀ ਹੈ, ਇਹ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਹੈ ਤੁਸੀਂ ਕਿਹਦੇ ਬਾਰੇ ਗੱਲਾਂ ਕਰ ਰਹੇ ਹੋ। ਤਾਂ ਕਿਤੇ ਨਾ ਕਿਤੇ ਸਾਡੇ ਔਰ ਅਗਲੀ ਗੱਲ ਮੈਂ ਦੇਖੋ ਜੀ, ਕੈਨੇਡਾ 'ਚ ਵੀ ਦੇਖਿਆ ਗਿਆ ਤੇ ਇੰਗਲੈਂਡ ਦੇ ਪ੍ਰਚਾਰਕਾਂ 'ਚ ਵੀ ਮੈਂ ਦੇਖ ਰਿਹਾ ਹਾਂ, ਜਿਹੜੇ ਕੈਨੇਡਾ 'ਚੋਂ ਹੀ ਪੜ੍ਹ ਕੇ ਨੌਜਵਾਨ ਉੱਥੋਂ ਦੇ ਜੰਪਲ ਸਿੱਖੀ ਪ੍ਰਚਾਰ ਦੇ ਖੇਤਰ 'ਚ ਆਏ ਹੈ, ਉਹਨਾਂ ਨੂੰ ਨੌਜਵਾਨ ਵਰਗ ਬਹੁਤ ਸੁਣਦਾ ਹੈ। ਇੰਗਲੈਂਡ ਦੇ ਨੌਜਵਾਨ ਪ੍ਰਚਾਰਕ ਨੇ ਜਿਹੜੇ ਗੁਰਬਾਣੀ ਦੀ ਮੂਲ ਵਿਆਖਿਆ ਉਹਨਾਂ ਨੂੰ ਕਿੰਨੀ ਕੁ ਪਤਾ ਆ, ਸਿਧਾਂਤਾਂ ਦੀ ਕਿੰਨੀ ਕੁ ਸਮਝ ਹੈ, ਇਹ ਬਾਅਦ ਦੀ ਗੱਲ ਹੈ ਜੀ। ਪਰ ਜਿਹੜਾ ਇੰਗਲੈਂਡ ਦਾ ਜੰਪਲ ਬੱਚਾ ਕੋਈ ਸਿੱਖ ਪ੍ਰਚਾਰਕ ਬਣਿਆ ਨਾ, ਉਹਨੂੰ ਪੂਰੀ ਦੁਨੀਆ ਦੇ ਨੌਜਵਾਨ ਸਿੱਖ ਬੱਚੇ ਸੁਣਦੇ ਆ। ਕਿਉਂ ਸੁਣਦੇ ਆ? ਕਿਉਂਕਿ ਉਹਦੇ ਕੋਲੇ ਇਕੱਲਾ ਗੁਰਬਾਣੀ ਦਾ ਨਹੀਂ, ਉਹਦੇ ਕੋਲੇ ਖੇਤਰੀ ਉਦਾਹਰਨਾਂ ਦਾ ਖਜ਼ਾਨਾ ਵੀ ਹੈ। ਇਹ ਚੀਜ਼ ਦੀ ਸਾਡੇ 'ਚ ਕਿਤੇ ਨਾ ਕਿਤੇ ਕਮੀ ਰਹੀ ਹੈ। ਅਸੀਂ ਉਹ ਉਦਾਹਰਨਾਂ ਨਹੀਂ ਬਰਾਬਰ ਦੀਆਂ ਸਿੱਖ ਸਕੇ ਜਾਂ ਸਿਰਜ ਸਕੇ ਬੱਚਿਆਂ ਨੂੰ ਕਨੈਕਟ ਕਰਨ ਦੇ ਵਾਸਤੇ। ਇਹ ਤਾਂ ਹੈਗੇ ਨੇ ਜੀ ਜਿਹੜੇ ਆਪਾਂ ਮਸਲਿਆਂ ਦੀ, ਪ੍ਰੋਬਲਮਸ ਦੀ ਗੱਲ ਕੀਤੀ ਹੈ। ਸੋਲਿਊਸ਼ਨ ਜਿਹੜਾ ਹੈਗਾ ਆ ਉਹ ਇੱਕ ਵਕਤੀ ਆਈ ਥਿੰਕ ਕਿ ਕੋਈ ਸੋਲਿਊਸ਼ਨ ਨਹੀਂ ਹੋਣਾਗਾ। ਇਹਦੇ ਬਾਰੇ ਦੀਰਘ ਵਿਚਾਰ ਕੀਤੀ ਜਾਵੇ ਤੇ ਜਿਨ੍ਹਾਂ ਮੋਰਚਿਆਂ ਦੇ ਵਿੱਚ ਅਜੇ ਸਾਡੀ ਹਾਜ਼ਰੀ ਨਹੀਂ ਲੱਗੀ, ਉੱਥੇ ਪਹੁੰਚ ਬਣਾਉਣ ਵਾਸਤੇ ਸਾਨੂੰ ਕੰਮ ਕਰਨ ਦੀ ਲੋੜ ਆ। ਉੱਥੇ ਸਾਨੂੰ ਕੁਝ ਨਵਾਂ ਸਿਰਜਣ ਦੀ ਜ਼ਰੂਰਤ ਹੈ। ਮੈਂ ਸਰਦਾਰ ਹਰਜੀਤ ਸਿੰਘ ਜੀ ਹੋਣਾ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਸੀ ਕਿ ਜਿਹੜਾ ਸਿੱਖ ਨੌਜਵਾਨ ਆ ਇੱਥੋਂ ਦਾ, ਖਾਸ ਤੌਰ ਦੇ ਉੱਪਰ, ਉਹ ਗੁਰਬਾਣੀ ਸਿੱਖਣਾ ਚਾਹੁੰਦਾ ਆ, ਪਰ ਉਹ ਉਸ ਤਰ੍ਹਾਂ ਦੇ ਨਾਲ ਨਹੀਂ ਸਿੱਖ ਸਕਦਾਗਾ ਜਿਵੇਂ ਸਿੱਖ ਸੰਸਥਾਵਾਂ ਦੇ ਵਿੱਚ, ਵਿਦਿਆਲਿਆਂ ਦੇ ਵਿੱਚ, ਕਾਲਜਸ ਜਾਂ ਟਕਸਾਲਾਂ ਦੇ ਵਿੱਚ 2 ਸਾਲ 3 ਸਾਲ ਰਹਿ ਕੇ ਕਿਸੇ ਨੂੰ ਸਿਖਾਇਆ ਜਾਂਦਾ ਹੈ। ਇਹ ਤਾਂ ਜਪਜੀ ਸਾਹਿਬ ਦੀਆਂ 5 ਪੌੜੀਆਂ ਸਿੱਖ ਲੈਣ ਤੇ ਇਹਨਾਂ ਨੂੰ ਇੰਝ ਮਹਿਸੂਸ ਹੁੰਦਾ ਆ ਵੀ ਅਸੀਂ ਬਹੁਤ ਕੁਝ ਅਚੀਵ ਕਰ ਲਿਆ, ਕਿਉਂਕਿ ਉਹਨਾਂ ਵਾਸਤੇ ਇੱਕ ਵੱਡਾ ਅਚੀਵਮੈਂਟ ਹੈ। ਅਗਲੀ ਗੱਲ, ਸਾਨੂੰ ਜਿਹੜੇ ਆਪਣੇ ਬਾਇਸਸ ਜਾਂ ਆਪਣੀ ਜਿਹੜੀ ਨਿਜਤਾ ਹੈਗੀ ਹੈ ਸਿੱਖੀ ਪ੍ਰਚਾਰ ਦੇ ਵਿੱਚ, ਉਹਨੂੰ ਖਤਮ ਕਰਨਾ ਪਊਗਾ। ਕਿਉਂਕਿ ਜੇ ਮੈਂ ਪ੍ਰਚਾਰਕ ਹਾਂ, ਮੈਂ ਬਾਣਾ ਪਾ ਕੇ ਜਾਂਦਾ ਆ, ਤੇ ਮੈਂ ਜੇ ਉਹੀ ਲੈਂਸ, ਉਹੀ ਫੋਕਸ ਰੱਖਦਾ ਆ ਵੀ ਸਾਰਿਆਂ ਦੇ ਬਾਣਾ ਪਾਇਆ ਹੋਵੇ, ਤਾਂ ਆਈ ਥਿੰਕ ਮੈਂ
ਯੂਨਿਟੀ ਦੇ ਨਾਲੋਂ ਯੂਨੀਫਾਰਮਿਟੀ ਨੂੰ ਜ਼ਿਆਦਾ ਤਵੱਜੋ ਦੇ ਰਿਹਾ ਹੈ। ਉੱਥੇ ਯੂਨਿਟੀ ਦੀ ਲੋੜ ਆ, ਉੱਥੇ ਇੱਕੋ ਤਰ੍ਹਾਂ ਦੇ ਲਿਬਾਸ ਦੀ ਜ਼ਰੂਰਤ ਨਹੀਂ ਹੈ। ਜਿਹੜਾ ਪ੍ਰਚਾਰਕ ਆ ਉਹਨੇ ਪ੍ਰਚਾਰ ਉਸ ਢੰਗ ਦੇ ਨਾਲ ਕਰਨਾ ਆ ਕਿ ਲੋਕ ਪ੍ਰਭਾਵਿਤ ਹੋਣ, ਪਰ ਉਹ ਆਪ ਇਸ ਪ੍ਰਭਾਵ ਤੋਂ ਮੁਕਤ ਹੋਣਾ ਚਾਹੀਦਾ ਆ ਕਿ ਸਾਰੇ ਮੇਰੇ ਵਰਗੇ ਹੀ ਹੋਣੇ ਚਾਹੀਦੇ ਨੇ। ਨਹੀਂ, ਇਹ ਕਦੇ ਵੀ ਨਹੀਂ ਹੋ ਸਕਦਾ ਹੈਗਾ, ਇਹ ਕਦੇ ਵੀ ਨਹੀਂ ਹੋ ਸਕਦਾ। ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ, ਜਿਹੜੇ ਸਾਡੀ ਕੋਈ ਆਪਣੇ ਪਰਸਨਲ ਬਾਇਸਸ ਹੈਗੇ ਆ ਨਾ ਸਾਡੀ, ਜਾਂ ਉਹਦੇ ਵਿੱਚ ਕੋਈ ਇੰਡੀਵਿਜੂਅਲਿਟੀ ਜਿਹੜੀ ਹੈ ਉਹ ਓਵਰਟੇਕ ਕਰ ਰਹੀ ਹੈ, ਉਹਨੂੰ ਪਾਸੇ ਰੱਖਣਾ ਪਊਗਾ। ਹਰ ਕੰਮ ਦੇ ਵਿੱਚ, ਹਰ ਪੱਖ ਦੇ ਵਿੱਚ ਪੰਥਕ ਹੋ ਕੇ ਸਾਨੂੰ ਸੋਚਣ ਦੀ ਜ਼ਰੂਰਤ ਹੈ। ਹਾਂ, ਤੇ ਜਿੱਥੋਂ ਮੈਂ ਗੱਲ ਨਾਲ ਸ਼ੁਰੂ ਕੀਤੀ ਸੀ ਜੀ, ਇਹ ਇੱਕ ਵੱਡਾ ਕਾਰਨ ਆ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਉਹਨਾਂ ਨੇ ਲਿਖਿਆ 1915 ਦੇ ਵਿੱਚ, ਉੱਥੋਂ ਦਾ ਚੱਲ ਰਿਹਾ। ਅੱਜ 2021 ਦੇ ਵਿੱਚ 100 ਸਾਲ ਬਾਅਦ ਵੀ ਇਹ ਚੀਜ਼ ਐਗਜ਼ਿਸਟ ਕਰ ਰਹੀ ਹੈ ਕਿ ਗੁਰਬਾਣੀ ਪੜ੍ਹਾਉਣ ਵਾਲੇ ਪੰਜਾਬੀ ਜਾਂ ਖਾਲਸਾ ਸਕੂਲਾਂ ਦੇ ਉਸਤਾਦ, ਜੇ ਹੁਣ ਵੀ ਉਹ ਕਲਚਰ 'ਚ ਹੈਗਾ ਆ ਤਾਂ ਪਤਾ ਨਹੀਂ, ਜੇ ਹੈਗਾ ਆ ਤਾਂ ਗੁਰਬਾਣੀ ਪੜ੍ਹਾਉਣ ਵਾਲੇ ਜਿਹੜੇ ਪ੍ਰਚਾਰਕ ਨੇ, ਉਹਨਾਂ ਦੀ ਸਕਿੱਲ ਦੇ ਹਿਸਾਬ ਦੇ ਨਾਲ ਉਹਨਾਂ ਦੇ ਰੁਜ਼ਗਾਰ ਤੇ ਸਤਿਕਾਰ ਦਾ ਜੇ ਖਿਆਲ ਨਹੀਂ ਰੱਖਿਆ ਜਾਂਦਾ, ਕਿਉਂਕਿ ਵਲੰਟੀਅਰ ਤੁਸੀਂ ਕਿੰਨਾ ਕਰਦੇ ਹੈਗੇ ਹੋ, ਇਹ ਤੁਹਾਡੀ ਇੱਛਾ, ਤੁਹਾਡਾ ਸਮਾਂ, ਤੁਹਾਡੀ ਸਿਹਤ ਤੇ ਤੁਹਾਡੀ ਸੇਵਾ ਭਾਵਨਾ ਉਹਦੇ ਤੇ ਡਿਪੈਂਡ ਕਰਦਾ ਆ। ਉਹਦੇ ਵਾਸਤੇ ਫਿਰ ਤੁਹਾਨੂੰ ਕਿਸੇ ਮਾਇਆ ਦੀ ਜ਼ਰੂਰਤ ਨਹੀਂ ਹੈ, ਉਹ ਤਾਂ ਤੁਸੀਂ ਜੇਬ ਚੋਂ ਖਰਚ ਕਰਕੇ ਫਿਰ ਆਪਣਾ ਤੇਲ ਬਾਲ ਕੇ ਜਾਓਗੇ, ਬੱਚਿਆਂ ਨੂੰ ਦੋਹਾਂ ਨੂੰ ਪੜ੍ਹਾਓ, ਪੰਜਾਂ ਨੂੰ ਪੜ੍ਹਾਓ, 10 ਨੂੰ ਪੜ੍ਹਾਓ। ਉਹ ਤੁਹਾਡੀ ਸੇਵਾ ਭਾਵਨਾ ਹੈ, ਤੁਹਾਡੀ ਸਿਹਤ ਆ, ਉਹ ਤੁਹਾਡੀ ਸਿੱਖੀ ਸਮਰਪਣ ਭਾਵਨਾ ਆ। ਪਰ ਜੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਵਿੱਚੋਂ ਮੂਲ ਗੁਰਦੁਆਰਾ ਸਾਹਿਬ ਨੇ, ਤੇ ਉੱਥੋਂ ਸਿੱਖੀ ਪ੍ਰਚਾਰ ਜਿਸ ਢੰਗ ਦੇ ਨਾਲ ਗੁਰੂ ਕਾਲ ਦੇ ਵਿੱਚ ਉਸ ਤੋਂ ਬਾਅਦ ਹੁੰਦਾ ਰਿਹਾ, ਉਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਕਿ ਜਿਵੇਂ ਅੱਗੇ ਮਦਰਸੇ ਜਿਹੜੇ ਨੇ ਉਹ ਗੁਰਦੁਆਰੇ ਹੀ ਬਣੇ ਹੁੰਦੇ ਸੀਗੇ, ਗੁਰਦੁਆਰਿਆਂ ਦੇ ਵਿੱਚੋਂ ਹੀ ਲੋਕ ਗੁਰਮੁਖੀ, ਪੰਜਾਬੀ ਜਾਂ ਬਾਕੀ ਦੀ ਜਾਣਕਾਰੀ ਪ੍ਰਾਪਤ ਕਰਦੇ ਸੀ। ਮੂਲ ਉਹਨਾਂ ਦਾ ਘਰ ਤੋਂ ਬਾਅਦ ਸਿੱਖਿਆ ਸਾਧਨ ਗੁਰਦੁਆਰਾ ਸਾਹਿਬ ਸੀ। ਹੁਣ ਗੁਰਦੁਆਰਾ ਸਾਹਿਬ ਸਿਰਫ ਪੂਜਾ ਸਥਾਨ ਤੇ ਆਪਣਾ ਇੱਕ ਮੱਥਾ ਟੇਕਣ ਦਾ ਕੇਂਦਰ ਬਣ ਗਿਆ ਆ। ਤੇ ਜੇ ਅਸੀਂ ਉੱਥੋਂ, ਜਿਹੜੇ ਸਾਡੇ ਧੁਰੇ ਨੇ, ਉੱਥੋਂ ਜੇ ਅਸੀਂ ਸਿੱਖੀ ਪ੍ਰਚਾਰ ਦੀ ਗੱਲ ਵੱਡੇ ਪੱਧਰ ਤੇ ਕਰਨੀ ਹੈ ਤਾਂ ਸਾਨੂੰ ਇਹਨਾਂ ਆਈਆਂ ਕਮਜ਼ੋਰੀਆਂ ਦੇ ਵੱਲ ਧਿਆਨ ਦੇਣਾ ਪਊਗਾ। ਮੈਨੂੰ ਲੱਗਦਾ ਹੈਗਾ ਜਿਵੇਂ ਜਿਹੜੀਆਂ ਮੂਲ ਗੱਲਾਂ ਸੀਗੀਆਂ, ਬਾਕੀ ਤਾਂ ਉਹਨਾਂ ਦੀ ਸਾਰੀ ਵਿਆਖਿਆ ਹੀ ਹੈ। ਮੇਰੇ ਵੱਲੋਂ ਜਿਹੜੀਆਂ ਮੈਨੂੰ ਗੱਲਾਂ ਸਮਝ ਆਈਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਨੇ। ਗੁਰਬਾਣੀ ਦੀ ਬੋਲੀ ਦੇ ਵਿੱਚ ਦਿਲਚਸਪੀ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਜੇ ਉਹ ਸਾਡੀ ਗੁਰਬਾਣੀ ਦੀ ਬੋਲੀ ਤੇ ਲਿਪੀ, ਉਹਦੇ ਵਿੱਚੋਂ ਦਿਲਚਸਪੀ ਗੁਆਚ ਗਈ ਤਾਂ ਉਹਦੇ ਨਾਲ ਜਿਹੜਾ ਉਸ ਬੋਲੀ ਦੇ ਵਿੱਚ ਖਜ਼ਾਨਾ ਆ, ਉਹਦੇ ਵਿੱਚੋਂ ਦੂਰੀ ਆਟੋਮੈਟਿਕਲੀ ਬਣ ਜਾਣੀ ਹੈ। ਹਾਂਜੀ, ਸਰਦਾਰ ਹਰਜੀਤ ਸਿੰਘ ਜੀ, ਜੇ ਕੋਈ ਸਵਾਲ ਹੈਗੇ ਨੇ ਤਾਂ ਉਹ ਤੁਸੀਂ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਜੇ ਉਹਨਾਂ ਦਾ ਵਕਤੀ ਮੇਰੇ ਕੋਲੇ ਜਵਾਬ ਹੋਇਆ ਤਾਂ ਮੈਂ ਜਵਾਬ ਦੇਵਾਂਗਾ, ਜੇ ਉਹਨਾਂ ਦਾ ਜਵਾਬ ਸਮਾਂ ਮੰਗਦਾ ਆ ਤਾਂ ਉਹ ਫਿਰ ਮੈਂ ਤੁਹਾਡੇ ਨਾਲ ਬਾਅਦ ਚ ਸਾਂਝੇ ਕਰ ਸਕਦਾ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜਵਾਬ ਦਾ ਸੈਸ਼ਨ ਅਸੀਂ ਰੱਖਿਆ ਹੋਇਆ ਹੈ 8:50 ਤੋਂ ਤਕਰੀਬਨ ਇੱਥੋਂ ਦੇ ਟਾਈਮ ਮੁਤਾਬਕ। ਉਹਦੇ ਸਵਾਲ ਤਾਂ ਅਸੀਂ ਲੈਣੇ ਹੀ ਆ, ਰੋਜ਼ ਹੀ ਸਾਡਾ ਸਿਸਟਮ ਹੈ ਸਵਾਲ ਲੈਣ। ਠੀਕ ਹੈ, 10 ਮਿੰਟ ਆਪ ਜੀ ਹੋਰ ਸਬਜੈਕਟ ਨੂੰ ਕਰਦੇ, ਫਿਰ ਉਸ ਤੋਂ ਬਾਅਦ ਅਸੀਂ ਸਵਾਲ ਲਵਾਂਗੇ। ਓਕੇ, ਹਾਂਜੀ ਜ਼ਰੂਰ। ਆਲਰੇਡੀ ਇੱਕ ਹੈਂਡ ਰੇਜ਼ ਹੋਇਆ ਹੈ, ਜੇ ਤੁਸੀਂ ਪਹਿਲਾਂ ਉਹਨਾਂ ਦਾ ਸਵਾਲ ਲੈਣਾ ਚਾਹੁੰਦੇ ਹੋ ਜਾਂ ਜੇ ਪਹਿਲਾਂ ਕੋਈ ਐਡੀਸ਼ਨਲ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਪਹਿਲਾਂ ਉਹ ਕਰ ਲਓ। ਨਹੀਂ, ਕੋਈ ਗੱਲ ਨਹੀਂ। ਐਕਚੁਅਲੀ ਕਿਉਂਕਿ ਜਿਹੜਾ ਮੇਰਾ ਮੂਲ ਗੱਲਾਂ ਮੈਂ ਸਾਂਝੀਆਂ ਕਰਨੀਆਂ ਸੀਗੀਆਂ ਆਲਮੋਸਟ ਹੋ ਚੁੱਕੀਆਂ ਨੇ। ਹੁਣ ਉਹਨਾਂ ਦੀ ਵਿਆਖਿਆ ਹੀ ਹੈ, ਤੇ ਮੈਂ ਨਹੀਂ ਸਮਝਦਾ ਵੀ ਇਸ ਪੈਨਲ ਦੇ ਵਿੱਚ ਜਾਂ ਇਹਨਾਂ ਸੰਗਤਾਂ ਦੇ ਵਿੱਚ ਉਹਦੀ ਜ਼ਿਆਦਾ ਵਿਆਖਿਆ ਦੀ ਕੋਈ ਜ਼ਰੂਰਤ ਹੈਗੀ ਹੈ, ਕਿਉਂਕਿ ਤੁਸੀਂ ਸਾਰੇ ਸਰਕਲ ਦੇ ਨਾਲ ਜੁੜੇ ਹੋਏ ਹੈਗੇ ਹੋ। ਉਹ ਤਾਂ ਐਵੇਂ ਸਮਾਂ ਬਤੀਤ ਕਰਨ ਵਾਸਤੇ ਮੈਂ ਉਹਨੂੰ ਖਿੱਚਦਾ ਰਹੂੰਗਾ, ਲੰਬਾ ਕਰਦਾ ਰਹੂੰਗਾ। ਨਹੀਂ, ਕੋਈ ਨਹੀਂ, ਫਿਰ ਪਹਿਲਾਂ ਅਸੀਂ ਸਵਾਲ ਜਵਾਬ ਤੋਂ ਹੀ ਸ਼ੁਰੂ ਕਰ ਲੈਂਦੇ, ਉਹਦੇ ਵਿੱਚ ਜੋ ਫਿਰ ਐਡੀਸ਼ਨਲ ਆ ਜਾਏਗਾ ਮੈਟਰ ਸਾਹਮਣੇ ਆ ਜਾਏਗਾ। ਪਰ 1 ਮਿੰਟ ਤੁਹਾਡੇ ਤੋਂ ਪਹਿਲਾਂ ਇਜਾਜ਼ਤ ਚਾਹਾਂਗੇ, ਸਿਰਫ
ਸਰਦਾਰ ਰਾਜਾ ਸਿੰਘ ਜੀ ਜਿਹੜੇ 1-2 ਨਵੇਂ ਮੈਂਬਰ ਅੱਜ ਜੁਆਇਨ ਕੀਤੇ ਨੇ, ਉਹਨਾਂ ਦੀ ਜਾਣ ਪਛਾਣ ਕਰਵਾ ਦੇਣ, ਉਸ ਤੋਂ ਬਾਅਦ ਆਪਾਂ ਸਵਾਲ ਜਵਾਬ ਸ਼ੁਰੂ ਕਰਾਂਗੇ। ਸਰਦਾਰ ਰਾਜਾ ਸਿੰਘ ਜੀ ਹੈਂਡ ਰੇਜ਼ ਨੇ, ਮੈਂ ਇੱਕ ਇੱਕ ਕਰਕੇ ਸਾਰਿਆਂ ਨੂੰ ਰਿਕੁਐਸਟ ਕਰਦਾ ਜਾਵਾਂਗਾ। तो ਸਭ ਤੋਂ ਪਹਿਲੇ ਡਾਕਟਰ ਕਿਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੀ ਤਾਂ ਗੱਲ ਜੀ, ਦਿਸ ਇਜ਼ ਅ ਵੈਰੀ ਕਮੈਂਡੇਬਲ ਲੈਕਚਰ ਜਿਹੜਾ ਭਾਈ ਕੁਲਵੀਰ ਸਿੰਘ ਨੇ ਪੇਸ਼ ਕੀਤੀਆਂ ਗੱਲਾਂ। ਇਹ ਦਿਸ ਇਜ਼ ਬਹੁਤ ਮਤਲਬ ਸਾਡੇ ਇਹ ਖਾਮੀਆਂ ਨੇ ਜਿਹੜੀਆਂ ਉਹਨਾਂ ਨੇ ਸਾਡੇ ਮੂਹਰੇ ਲੈ ਕੇ ਆਂਦਾ, ਤੇ ਸੋਲੂਸ਼ਨਸ ਵੀ ਉਹਨਾਂ ਦੇ ਦਿੱਤੇ ਨੇ, ਵਿਚ ਇਜ਼ ਨਾਈਸ। I want to say ਕਿ ਜਿਹੜਾ ਸਾਡੇ ਗੁਰਮਤ ਟੀਚਰ ਹੋਣਾ ਚਾਹੀਦਾ, ਇੱਕ ਸਿਪਲ ਜਿਹੜਾ ਨਾਈਸ ਕਰੇ, that should be a paid position instead of volunteer position, ਤਾਂ ਕਿ ਉਹਦੇ ਵਿੱਚ ਉਹ ਬੰਦੇ ਪ੍ਰੋਪਰ ਲਿਆਕਤ ਵਾਲੇ ਸ਼ੇਅਰ ਕੀਤੇ ਜਾ ਸਕਣ, ਤੇ ਜਿਹੜੇ ਰਿਸਪੌਂਸਿਬਿਲਿਟੀ ਰਹਿਣ ਕੋਆਰਡੀਨੇਟ ਕਰਦੇ, ਤੇ ਟੀਚਰਸ ਨੂੰ ਵੀ ਇੰਸਟਰਕਸ਼ਨ ਦੇਣ ਦੇ ਬਿਫੋਰ ਦੇ ਸਟਾਰਟ ਡੂਇੰਗ ਦ ਕਲਾਸਰੂਮਸ। ਗੱਲ ਇਹ ਹੁੰਦੀ ਹੈ ਕਿ ਬੱਚੇ ਜਿਹੜੇ ਨੇ ਉੱਥੇ ਪੜ੍ਹਦੇ ਨੇ, ਉਹੀ ਗੱਲ ਮੁੜ ਹੋਈ ਜਾਂਦੀ ਆ। ਫਾਰ ਐਗਜ਼ਾਮਪਲ ਪੰਜਾਬੀ ਪੜ੍ਹਾਉਣ ਦੀ ਹੋਵੇ, ਉਹ ਊੜਾ ਹੀ ਚੱਲਦਾ ਰਹਿੰਦਾ ਸਾਲਾਂ ਬਾਅਦ। ਬੱਚੇ ਕੁਝ ਲਰਨ ਨਹੀਂ ਕਰ ਸਕਦੇ, ਕਿਉਂਕਿ ਟੀਚਰ ਇਹਨਾਂ ਨੂੰ ਪਤਾ ਹੀ ਸੈਕੰਡ ਲੈਂਗੁਏਜ ਪੰਜਾਬੀ ਕਿਵੇਂ ਟੀਚ ਕਰਨੀ ਹੈ ਗੁਰਦੁਆਰਿਆਂ ਦੇ ਵਿੱਚ। ਬੱਚੇ ਕਹਿੰਦੇ ਆ ਵੀ ਅਸੀਂ ਸਪੈਨਿਸ਼ ਤਾਂ ਲਰਨ ਕਰ ਲੈਨੇ ਆ, ਫ੍ਰੈਂਚ ਲਰਨ ਕਰ ਲੈਨੇ ਆ, ਸਾਨੂੰ ਪੰਜਾਬੀ ਕਿਉਂ ਨਹੀਂ ਆਉਂਦੀ, ਕਿਉਂ ਨਹੀਂ ਇਸ ਤਰੀਕੇ ਨਾਲ ਪੜ੍ਹਾਈ ਜਾਂਦੀ ਕਿ ਵੀ ਅਸੀਂ ਉਹਨੂੰ ਸਮਝ ਸਕੀਏ। ਦੈਟਸ ਵਨ। ਸੈਕੰਡ ਥਿੰਗ ਇਜ਼ ਕਿ ਵੀ ਸਾਡੇ, ਅਸੀਂ ਜਦੋਂ ਗੁਰਦੁਆਰੇ 'ਚ ਕੋਈ ਆਵੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਫਲਾਨਾ ਆਇਆ ਜਾਂ ਬੱਚੇ ਫਲਾਨੇ ਚਰਚ ਦੇ ਆਏ। ਕਦੇ ਅਸੀਂ ਇਹ ਨਹੀਂ ਕੋਸ਼ਿਸ਼ ਕਰਦੇ ਕਿ ਅਸੀਂ ਆਪਣੇ ਬੱਚੇ ਵੀ ਜਿਹੜੇ ਨੇ ਉਹਨਾਂ ਨੂੰ ਲੈ ਕੇ ਜਾਈਏ ਚਰਚ ਦੇ ਵਿੱਚ, ਸਿਨਾਗੋਗ ਦੇ ਵਿੱਚ, ਤਾਂ ਮੰਦਿਰ ਦੇ ਵਿੱਚ ਦਿਖਾਈਏ। ਹੁਣ ਸੋਦਰ ਦੀ ਪੌੜੀ ਆ ਜਿਹਦੇ ਸਾਰੇ ਇੰਨੇ ਮਤਲਬ ਪਿਛਲੀ ਹਿੰਦੂ ਮੈਥੋਲੋਜੀ ਆ ਜਾਂਦੀ ਹੈ ਸਾਰੀ ਗਿਣੀ ਜਾਂਦੀ। ਕਦੇ ਅਸੀਂ ਬੱਚਿਆਂ ਦੱਸਿਆ ਕਿ ਵੀ ਆਹ ਜਿਹਦੀ ਅਸੀਂ ਗੱਲ ਕਰਦੇ ਆ ਨਾ, ਵੀ ਦੇ ਅੰਦਰ ਦੇ ਵਿੱਚ ਇਸ ਤਰ੍ਹਾਂ ਉਹਨਾਂ ਨੂੰ ਪੂਜਾ ਕਰਦੇ ਆ, ਆਹ ਬੁੱਤ ਪੂਜਾ, ਉਹਨਾਂ ਨੂੰ ਪ੍ਰੈਕਟੀਕਲ ਐਕਸਪੀਰੀਅੰਸ ਨਹੀਂ ਦਿੰਦੇ, ਉਹ ਮੂੰਹ ਜਵਾਨੀ ਉਹਨਾਂ ਨੂੰ ਘੋਟਾ ਲਵਾਈ ਜਾਂਦੇ ਆ, and that does not make a sense at all. I just wanted to add these couple of points, and I think Kulveer Singh has done a great job. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਨਹੀਂ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਇੱਕ ਕਰਕੇ ਰਿਸਪੌਂਡ ਕਰੋਗੇ ਜਾਂ ਕਿ ਇਕੱਠੇ ਸੁਣ ਕੇ ਕਰੋਗੇ? ਇੱਕ ਕਰਕੇ, ਇੱਕ ਠੀਕ ਹੈ ਜੀ, ਇੱਕ ਠੀਕ ਹੈ। ਤੁਸੀਂ ਕਰੋ ਜੀ। ਜਿਹੜਾ ਤੁਹਾਡਾ ਸਰਦਾਰ ਕਿਰਪਾਲ ਸਿੰਘ ਜੀ ਪਹਿਲਾ ਪੁਆਇੰਟ ਆ, ਮੈਂ ਉਹਦੇ ਨਾਲ ਟੋਟਲੀ ਐਗਰੀ ਹੈ ਕਿ ਪੰਜਾਬੀ ਭਾਸ਼ਾ ਨੂੰ ਨਾ ਤਾਂ ਪੁਆਇੰਟਸ ਬੇਸ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਕੋਈ ਤਰਜੀਹ ਦਿੱਤੀ ਗਈ ਹੈ ਵੀ ਇਹਦੇ ਨਾਲ ਤੁਹਾਨੂੰ ਕੋਈ ਕ੍ਰੈਡਿਟ ਮਿਲਣਾ ਹੈ ਤੁਹਾਡੀ ਭਾਸ਼ਾ ਦੇ ਕਰਕੇ। ਪੰਜਾਬੀ ਭਾਸ਼ਾ ਨੂੰ ਅਸੀਂ ਸਿਰਫ ਸਿੱਖ ਧਰਮ ਦੀ ਭਾਸ਼ਾ ਸੀਮਤ ਕਰਕੇ ਰੱਖਤਾ, ਹਾਲਾਂਕਿ ਇਹ ਭਾਸ਼ਾ ਗਿਆਨ ਦੀ ਭਾਸ਼ਾ ਆ। ਇਹ ਭਾਸ਼ਾ ਦੁਨਿਆਵੀ ਤਰੱਕੀ ਦੇ ਵਿੱਚ ਵੀ ਤੁਹਾਡੀ ਮਹੱਤਤਾ ਜਾਂ ਮਹੱਤਵਪੂਰਨ ਹੋ ਸਕਦੀ ਹੈ, ਉਸ ਪੱਖ ਤੋਂ ਕਦੇ ਇਹਦੀ ਨਾ ਚਰਚਾ ਹੋਈ, ਨਾ ਜ਼ੋਰ ਲਗਾਇਆ ਗਿਆ। ਅਗਲਾ ਜਿਹੜਾ ਤੁਹਾਡਾ ਪੁਆਇੰਟ ਹੈ ਕਿ ਸਾਡੇ ਵਿੱਚ ਇੱਕ ਇਨਫੀਰੀਅਰ ਕੰਪਲੈਕਸ ਆ ਗਿਆ ਵੀ ਸਾਡੇ ਬੱਚੇ ਜੇ ਮੰਦਰਾਂ, ਮਸਜਿਦਾਂ ਦਾ, ਚਰਚਾਂ ਦੇ ਵਿੱਚ ਜਾਣਗੇ ਤੇ ਕਿਤੇ ਉਹਨਾਂ ਦਾ ਪ੍ਰਭਾਵ ਨਾ ਕਬੂਲ ਲੈਣ। ਜੇ ਅਸੀਂ ਉਹਨਾਂ ਨੂੰ ਇਹ ਸਮਝ ਕੇ ਨਹੀਂ ਲੈ ਕੇ ਜਾਂਦੇ ਨਾ, ਤੇ ਆਲਰੇਡੀ ਉਹ ਪ੍ਰਭਾਵ ਕਬੂਲ ਚੁੱਕੇ ਨੇ, ਕਿਉਂਕਿ ਉਹਨਾਂ ਦੇ ਨਾਲ ਦੇ ਬੱਚੇ ਜਿਹੜੇ ਨੇ ਜਾਂ ਮੰਦਿਰ ਜਾਣ ਵਾਲੇ ਨੇ, ਚਰਚ ਜਾਣ ਵਾਲੇ ਨੇ, ਮਸਜਿਦ ਜਾਣ ਵਾਲੇ ਆ, ਸਕੂਲ ਕਾਲਜ ਦੇ ਵਿੱਚ ਉਹਨਾਂ ਦੇ ਉੱਤੇ ਪ੍ਰਭਾਵ ਹੈਗਾ ਆ। ਤਾਂ ਜਿੰਨਾ ਚਿਰ ਤਾਂ ਅਸੀਂ ਉਹਨਾਂ ਨੂੰ ਆਪਣੇ ਦਬਾਅ ਥੱਲੇ ਰੱਖਾਂਗੇ, ਉਹਨਾਂ ਚਿਰ ਨਹੀਂ ਜਾਣਗੇ। ਜਿਸ ਦਿਨ ਉਹਨਾਂ ਦਾ ਲਾਇਸੈਂਸ ਆਪਣਾ ਮਿਲ ਗਿਆ, ਬੱਚੇ ਆਪਣੇ ਅਪਾਰਟਮੈਂਟ 'ਚ ਰਹਿਣ ਲੱਗ ਪਏ, ਫਿਰ ਉਹ ਇਹਨਾਂ ਚੀਜ਼ਾਂ, ਇਹਨਾਂ ਥਾਵਾਂ ਦੇ ਉੱਪਰ ਆਪਣੇ ਆਪ ਜਾਂਦੇ ਆ, ਕਿਉਂਕਿ ਉਹਨਾਂ ਦੇ ਨਾਲ ਦਿਆਂ ਨੇ ਕਹਿਣਾ ਵੀ ਜੇ ਅਸੀਂ ਤੁਹਾਡੇ ਗੁਰਦੁਆਰੇ ਜਾ ਸਕਦੇ ਹਾਂ, ਤੁਸੀਂ ਕਿਉਂ ਨਹੀਂ ਸਾਡੇ ਥਾਂ ਤੇ ਆ ਸਕਦੇ। ਤਾਂ ਅਸੀਂ ਇਨਫੀਰੀਅਰ ਕੰਪਲੈਕਸ ਦੇ ਵਿੱਚੋਂ ਕਿਸੇ ਅਣਜਾਣੇ ਡਰ ਦੇ ਕਰਕੇ ਅਸੀਂ ਉਹਨਾਂ ਦੀ ਜਿਹੜੀ ਐਕਸਪਲੋਰਿੰਗ ਟੈਂਡੈਂਸੀ ਹੈ ਉਹਨੂੰ ਬੰਦ ਕਰ ਰਹੇ ਹੈਗੇ ਆ, ਹਾਲਾਂਕਿ ਹੋਣਾ ਨਹੀਂ ਚਾਹੀਦਾ। ਸਾਨੂੰ ਆਪਣੀ ਬੱਚਿਆਂ ਦੀ ਪਰਵਰਿਸ਼ ਤੇ, ਉਹਨਾਂ ਦੀ ਪੜ੍ਹਾਈ ਤੇ ਆਪਣੇ ਤੇ ਇੰਨਾ ਭਰੋਸਾ ਹੋਣਾ ਚਾਹੀਦਾ ਹੈ ਵੀ ਜੋ ਅਸੀਂ ਇਹਨਾਂ ਨੂੰ ਸਿੱਖੀ ਬਾਰੇ ਦੱਸਿਆ, ਪੜ੍ਹਾਇਆ ਨਾ, ਇਹ ਕਿਸੇ ਥਾਂ ਤੇ ਵੀ ਚਲੇ ਜਾਣ, ਇਹ ਜਾ ਕੇ ਆਪਣੇ ਧਰਮ ਦੀ, ਸਿੱਖੀ ਦੀ ਗੱਲ ਕਰਨਗੇ, ਉੱਥੇ ਸਿੱਖ ਕੇ ਵੀ ਆਉਣਗੇ, ਪਰ ਕਿਸੇ ਦਾ ਪ੍ਰਭਾਵ ਨਹੀਂ ਕਬੂਲ ਕਰਨਗੇ। ਤਾਂ ਇਹ ਤੁਹਾਡਾ ਪੁਆਇੰਟ ਟੋਟਲੀ ਵੈਲਿਡ ਆ ਕਿ ਅਸੀਂ ਉਹਨਾਂ ਨੂੰ ਐਕਸਪਲੋਰ ਨਹੀਂ ਕਰਵਾ ਸਕੇ। ਸਾਇੰਸ ਦੇ ਵਾਸਤੇ ਬੱਚਿਆਂ ਨੂੰ ਸਾਇੰਸ ਸਿਟੀ, ਲੈਬਸ ਦੇ ਵਿੱਚ ਲਿਜਾਇਆ ਜਾਂਦਾ ਹੈ,
ਬੱਚਿਆਂ ਨੂੰ ਜਾਨਵਰਾਂ ਦੇ ਬਾਰੇ ਜਾਣਕਾਰੀ ਦੇਣੀ ਹੈ ਤੇ ਜ਼ੂ ਦੇ ਨਾਲੋਂ ਬੈਸਟ ਥਾਂ ਕੋਈ ਨਹੀਂ ਹੈਗੀ ਗੀ। ਜੇ ਬੱਚਿਆਂ ਨੂੰ ਨੇਚਰ ਬਾਰੇ ਦੱਸਣਾ ਹੈ ਤੇ ਉਹਨਾਂ ਨੂੰ ਪਾਣੀ ਦੇ ਝਰਨੇ ਤੇ ਪਹਾੜ ਤੇ ਕੈਂਪਿੰਗ ਤੇ ਇਹ ਸਾਰਾ ਕੁਛ ਟ੍ਰੇਲਸ ਜਿਹੜੀਆਂ ਕੀਤੀਆਂ ਜਾਂਦੀਆਂ ਉਹਨਾਂ ਨਾਲੋਂ ਬੈਟਰ ਕੋਈ ਆਪਸ਼ਨ ਨਹੀਂ। ਜਦੋਂ ਧਰਮ ਦੀ ਗੱਲ ਸਿਖਾਉਣੀ ਹੈ ਤੇ ਉਹਨਾਂ ਨੂੰ ਅਸੀਂ ਸੀਮਤ ਰੱਖਦੇ ਹਾਂ ਕਿ ਸਿਰਫ ਜੋ ਅਸੀਂ ਤੁਹਾਨੂੰ ਪੜ੍ਹਾਤਾ ਇਸ ਤੋਂ ਵੱਧ ਤੁਹਾਨੂੰ ਕੁਝ ਵੀ ਐਕਸਪਲੋਰ ਕਰਨ ਦੀ ਲੋੜ ਨਹੀਂ ਹੈਗੀ। ਅਸੀਂ ਉਹਨਾਂ ਦੀ ਇੱਕ ਐਕਸਪਲੋਰਿੰਗ ਰੁਚੀ ਹੈ ਜਿਹੜੀ ਉਹਦੇ ਤੇ ਚੈੱਕ ਮਾਰਕ ਲਾ ਦਿੰਦੇ ਆ ਵੀ ਨਹੀਂ ਇਹ ਤੇਰਾ ਐਵੀਨਿਊ ਹੀ ਨਹੀਂ ਹੈਗਾ ਗਾ। ਪਰ ਉਹ ਜਦੋਂ ਉਹਨੂੰ ਪਤਾ ਲੱਗੂਗਾ ਵੀ ਮੇਰੇ ਨਾਲ ਦੇ ਇਹ ਗੱਲਾਂ ਕਰ ਰਹੇ ਨੇ ਜਾਂ ਮੇਰੇ ਗੁਰਦੁਆਰਾ ਸਾਹਿਬ ਜਿਹੜੇ ਆ ਰਹੇ ਨੇ, ਮੇਰੇ ਹਿੰਦੂ ਦੋਸਤ, ਮੁਸਲਮਾਨ ਦੋਸਤ, ਈਸਾਈ ਦੋਸਤ, ਮੈਂ ਉਹਨਾਂ ਦੇ ਕਿਉਂ ਨਹੀਂ ਜਾ ਸਕਦਾ ਗਾ। ਫਿਰ ਉਹਨਾਂ ਦੇ ਅੰਦਰ ਇੱਕ ਵਿਰੋਧ ਪੈਦਾ ਹੋਊਗਾ ਆਪਣਿਆਂ ਦੇ ਬਾਰੇ ਵੀ ਇਹਨਾਂ ਨੇ ਨਹੀਂ ਜਾਣ ਦਿੱਤਾ ਮੈਨੂੰ ਹੁਣ ਤੱਕ। ਤਾਂ ਫਿਰ ਉਹਦੀ ਉਹ ਲੀਨਿੰਗ ਹੋਊਗਾ, ਇੱਕ ਪਾਸੇ ਉਲਾਰੂ ਹੋਊਗਾ ਉਹ। ਹਾਂਜੀ ਨੈਕਸਟ ਜੀ ਸਰਦਾਰ ਤਮਿੰਦਰ ਸਿੰਘ। ਗੁਰਫਤਿਹ ਭਾਈ ਸਾਹਿਬ, ਵੈਰੀ ਗੁੱਡ ਟੌਪਿਕ, ਬਹੁਤ ਹੀ ਅੱਛਾ ਤੁਸੀਂ ਦਿੱਤਾ। ਉਹਦੇ ਵਿੱਚ ਕਹਿਣਾ ਚਾਹੁੰਦਾ ਅਸੀਂ ਇੰਗਲਿਸ਼ ਦੀ ਟਰਾਂਸਲੇਸ਼ਨ ਹੋ ਚੁੱਕੀ ਹੈ ਗੁਰੂ ਗ੍ਰੰਥ ਸਾਹਿਬ ਦੀ, ਲੇਕਿਨ ਅਗਰ ਅਸੀਂ ਪੈਨੀਟ੍ਰੇਸ਼ਨ ਦੀ ਗੱਲ ਕਰਾਂਗੇ, ਸਾਡੇ ਗੁਰਦੁਆਰਿਆਂ ਵਿੱਚ ਕੋਈ ਸੈਸ਼ਨ ਨਹੀਂ ਹੈਗਾ ਇੰਗਲਿਸ਼ ਦਾ, ਇੰਗਲਿਸ਼ ਸੈਸ਼ਨ ਹੈ ਹੀ ਨਹੀਂ, ਟੋਟਲ ਜ਼ੀਰੋ ਹੈਗਾ। ਔਰ ਈਵਨ ਮੈਂ ਲੋਕਲ ਪ੍ਰਬੰਧਕਾਂ ਨਾਲ ਗੱਲ ਕੀਤੀ ਸੀ ਕਿ ਤੁਸੀਂ ਇੱਕ ਇੰਗਲਿਸ਼ ਸੈਸ਼ਨ ਕਿਉਂ ਨਹੀਂ ਸ਼ੁਰੂ ਕਰਦੇ। ਫੋਰ ਐਗਜ਼ਾਮਪਲ ਮੇਰਾ ਬੇਟਾ ਹੈਗਾ, ਗੁਰਸਿੱਖ ਹੈਗਾ, ਟੋਟਲ ਗੁਰਮੁਖੀ ਆਉਂਦੀ ਹੈ ਉਹਨੂੰ, ਲੇਕਿਨ ਉਹਦੀ ਫਸਟ ਲੈਂਗੁਏਜ ਹੈਗੀ ਇੰਗਲਿਸ਼। ਇੰਗਲਿਸ਼ ਵਿੱਚ ਕੋਈ ਹੈਗਾ ਨਹੀਂ, ਕੋਈ ਸੈਸ਼ਨ ਨਹੀਂ ਹੈਗਾ, ਕੁਝ ਨਹੀਂ ਹੈਗਾ। I mean, it's such a disturbing thing ਕਿ ਕੋਈ ਜਿੰਨੇ ਵੀ ਸਾਡੇ ਪ੍ਰਬੰਧਕ ਹੈਗੇ ਆ ਉਹ ਇੰਗਲਿਸ਼ ਸੈਸ਼ਨ ਹੀ ਨਹੀਂ ਸ਼ੁਰੂ ਕਰਨਾ ਚਾਹੁੰਦੇ। ਔਰ ਉਹਨਾਂ ਨੂੰ ਮੈਂ ਆਪਣੇ ਪ੍ਰਬੰਧਕਾਂ ਨੂੰ ਐਗਜ਼ਾਮਪਲ ਵੀ ਦਿੱਤਾ ਹੈ। ਮੈਂ ਕਿਹਾ ਤੁਸੀਂ ਚਰਚ ਜਾਓ, ਡਾਇਮੰਡ ਬਾਰ ਚਰਚ ਜਾਓ, ਉਹਦੇ 'ਚ ਉਹਨਾਂ ਨੇ ਡੋਨਰਸ ਦੇ ਲਿਖੇ ਹੋਏ ਲਿਸਟ ਲੱਗੀ ਹੋਈ ਹੈ ਉੱਤੇ ਡੋਨਰਸ ਦੀ। ਉਹਦੇ 'ਚ ਤੁਹਾਨੂੰ ਇੱਕ ਸਿੰਘ ਮਿਲੇਗਾ 250,000 ਉਹਨੇ ਡੋਨੇਟ ਕੀਤਾ ਉਸ ਚਰਚ ਨੂੰ। ਮੈਂ ਕਿਹਾ ਤੁਸੀਂ ਕਮਰਸ਼ੀਅਲੀ ਦੇਖੋ, ਜਿੰਨੇ ਵੀ ਸਾਡੇ ਬੱਚੇ ਹੈਗੇ ਆ, ਦੇ ਆਰ ਮੇਕਿੰਗ 100,000, 400,000, 500,000, couple of $1 million a month ਜਿਹੜੀ ਸੈਲਰੀਜ਼ ਹੈਗੀਆਂ। ਮੈਂ ਕਿਹਾ ਵਾਈ ਆਰ ਯੂ turning them away from Gurdwara? Why can't we have a English session just focused on those kids for English session? ਹੁਣ ਅਸੀਂ ਪੰਜਾਬ ਵਿੱਚ ਜਾਂਦੇ ਆ, ਪੰਜਾਬ ਵਿੱਚ ਮੈਂ ਚਰਚ ਵਿੱਚ ਗਿਆ ਹੈਗਾ, ਉਹਦੇ ਟੋਟਲ ਪੜ੍ਹਾਈ ਉਹਨਾਂ ਨੇ ਕਰਾਈ ਜਿਹੜੀ ਚਰਚ ਕਰਦੇ ਪਏ ਸੀ ਉਹ ਪੰਜਾਬੀ 'ਚ ਕਰਦੇ ਪਏ ਸੀ। ਦੇ ਹੈਵ ਲੋਕਲਾਈਜ਼ਡ ਦੈਮਸੈਲਵ। ਇਸ ਦੇ ਵਿੱਚ ਅਸੀਂ SGGS ਆਨਲਾਈਨ ਵਿੱਚ ਅਸੀਂ ਟਰਾਂਸਲੇਸ਼ਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਇਨ ਅਬਾਊਟ 14 ਲੈਂਗੁਏਜ, 15 ਲੈਂਗੁਏਜਿਸ ਕਰਦੇ ਪਏ ਹਾਂ। ਫ੍ਰੈਂਚ ਵਿੱਚ, ਅਰੇਬਿਕ ਵਿੱਚ, ਮਲਿਆਲਮ ਵਿੱਚ, ਮਰਾਠੀ 'ਚ, ਗੁਜਰਾਤੀ ਵਿੱਚ, ਐਂਡ ਆਲਮੋਸਟ 300 ਤੋਂ ਲੈ ਕੇ 800 ਪੇਜਸ ਤੱਕ ਟਰਾਂਸਲੇਟ ਹਰ ਲੈਂਗੁਏਜ 'ਚ ਹੋ ਚੁੱਕੇ ਹੈ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਗੁਜਰਾਤੀ ਟਰਾਂਸਲੇਟਰ ਦਾ। ਗੁਜਰਾਤੀ ਟਰਾਂਸਲੇਟਰ ਇਹ 4 ਮਹੀਨੇ ਪੁਰਾਣੀ ਗੱਲ ਹੈ, 6 ਮਹੀਨੇ ਪੁਰਾਣੀ ਗੱਲ ਹੈਗੀ। ਗੁਜਰਾਤੀ ਟਰਾਂਸਲੇਟਰ ਨੇ ਜਦ ਟਰਾਂਸਲੇਸ਼ਨ ਸ਼ੁਰੂ ਕੀਤੀ ਗੁਰੂ ਗ੍ਰੰਥ ਸਾਹਿਬ ਦੀ, ਕਹਿੰਦਾ ਮੈਂ 3 ਦਿਨ ਭੁੱਖਾ ਸੁੱਤਾ ਰਿਹਾ। ਆਈ ਵਾਸ ਸੋ ਇੰਪ੍ਰੈਸਡ ਬਾਈ ਦੀ ਟਰਾਂਸਲੇਸ਼ਨ, ਬਾਈ ਦੀ ਗੁਰਬਾਣੀ। ਕਹਿੰਦਾ ਮੇਰਾ ਦਿਮਾਗ ਖਰਾਬ ਹੋ ਗਿਆ, 3 ਦਿਨ ਕਹਿੰਦਾ ਮੈਂ ਬੇਸੁੱਧ ਹੋ ਕੇ ਸੁੱਤਾ ਰਿਹਾ ਔਰ ਅੱਜ ਤੱਕ ਉਹਦਾ ਬਿੱਲ ਹੀ ਨਹੀਂ ਆਉਂਦਾ, ਇਨਵੋਇਸ ਹੀ ਨਹੀਂ ਆਉਂਦੀ। ਬਾਰ-ਬਾਰ ਉਹਨੂੰ ਹਰ ਹਫਤੇ ਜਦੋਂ ਆਪਣੀ ਟਰਾਂਸਲੇਸ਼ਨ ਭੇਜਦਾ, ਉਹਨੂੰ ਮੈਂ ਕਹਿੰਦਾ ਭਾਈ ਸਾਹਿਬ ਤੁਸੀਂ ਆਪਣਾ ਇਨਵੋਇਸ ਤੇ ਭੇਜੋ। ਕਹਿੰਦਾ ਭਾਈ ਸਾਹਿਬ ਇਕੱਠੇ ਲੈ ਲੈਂਗੇ। ਸੇਮ ਚੀਜ਼ ਇਜ਼ ਵਿਦ ਦੀ ਫ੍ਰੈਂਚ ਟਰਾਂਸਲੇਟਰ। ਜਿਹੜੀ ਕੁੜੀ ਸਾਡੀ ਫ੍ਰੈਂਚ ਟਰਾਂਸਲੇਸ਼ਨ ਕਰਦੀ ਪਈ, ਇੰਡੀਆ ਤੋਂ ਕਰਦੀ ਪਈ ਹੈ, ਸ਼ੀ ਇਜ਼ ਅਮੇਜ਼ਿੰਗ। ਸੇਮ ਥਿੰਗ ਉਹਦਾ ਇਨਵੋਇਸ ਹੀ ਨਹੀਂ ਆਉਂਦੀ ਐਂਡ ਸ਼ੀ ਇਜ਼ ਸੋ ਇੰਪ੍ਰੈਸਡ ਵਿਦ ਦੀ ਬਾਣੀ। ਉਹ ਬਾਰ-ਬਾਰ ਹਰ ਦੂਜੇ ਦਿਨ ਬਾਅਦ ਕੁਐਸਚਨ ਪੁੱਛਦੀ ਹੈ। I mean, it is, our Bani has so much of depth. ਅਸੀਂ ਸਾਡੇ ਪ੍ਰਬੰਧਕ or everything, we have not been able to put it forward. So we have to make a consistent effort. ਜਿਵੇਂ ਕੁਲਬੀਰ ਜੀ ਕਹਿ ਰਹੇ, we have to take it out. ਮੈਂ ਮੈਕਸੀਕੋ ਗਿਆ, ਮੈਕਸੀਕੋ ਮੈਂ ਦੇਖੇ ਸੀ ਗੁਰਸਿੱਖ ਪੂਰੇ ਦਾੜੇ ਵਾਲੇ ਗੁਰਸਿੱਖ, ਨਾ ਉਹਨਾਂ ਨੂੰ ਗੁਰਮੁਖੀ ਆਉਂਦੀ ਹੈ ਨਾ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ, ਔਰ ਉਹ ਗੁਰਸਿੱਖ ਬਣੇ ਹੈ ਉਹਦੇ ਨਾਲ ਸਪੈਨਿਸ਼ ਦੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ। ਐਂਡ ਉੱਥੇ ਗੁਰਦੁਆਰੇ ਹੈਗੇ ਆ ਖਾਲੀ ਸਪੈਨਿਸ਼ ਪੜ੍ਹਾਉਂਦੇ ਆ।
ਖਾਲੀ ਸਪੈਨਿਸ਼ ਵਿੱਚ ਪਾਠ ਕਰਦੇ ਹੈਗੇ। ਘਰਾਂ 'ਚ ਹੀ ਗੁਰਦੁਆਰੇ ਹੈਗੇ ਆ, 5-6 ਪਿੰਡਾਂ ਵਿੱਚ ਮੈਂ ਗਿਆ, ਦੇਖੇ ਹੈਗੇ ਆ, ਲੇਕਿਨ ਟੋਟਲੀ ਸਪੈਨਿਸ਼ ਬੋਲਦੇ ਆ, ਕੋਈ ਗੁਰਮੁਖੀ ਨਹੀਂ, ਕੋਈ ਕੁਛ ਨਹੀਂ, ਜਸਟ ਦੇ ਡੂ ਪਾਠ ਇਨ ਸਪੈਨਿਸ਼ ਓਨਲੀ। ਕਿਊਬਾ ਵਿੱਚ ਵੀ ਹੈਗੇ, ਕਿਊਬਾ ਵਿੱਚ ਵੀ ਘਰ ਵਿੱਚ ਗੁਰਦੁਆਰੇ ਬਣਦੇ ਆ, ਮਤਲਬ ਪਾਠ ਹੁੰਦਾ, ਸਾਰਾ ਕੁਝ ਹੁੰਦਾ, ਲੇਕਿਨ ਐਵਰੀਥਿੰਗ ਇਜ਼ ਟੋਟਲ ਸਪੈਨਿਸ਼, ਟੋਟਲ। ਇਹ ਹੈਪਨ ਇਸ ਲਈ ਹੋਇਆ ਕਿ ਸਾਡੇ ਕੋਲ ਸਪੈਨਿਸ਼ ਦੀ ਗੁਰੂ ਗ੍ਰੰਥ ਸਾਹਿਬ ਸੀ, ਉਹਨਾਂ ਨੂੰ ਪੜ੍ਹ ਕੇ ਉਹਨਾਂ ਨੇ ਅੱਗੇ ਬਾਣੀ ਮੈਸੇਜ ਲੱਗੇਗੇ ਗੁਰੂ ਸਾਹਿਬਾਨ ਦਾ। So all of us, it's a joint effort. It's not one person effort. We all have to combine together to bring this forward. ਕਿ ਗੁਰੂ ਸਾਹਿਬਾਨ ਦਾ ਮੈਸੇਜ ਜਿਹੜਾ ਹੈ ਗੁਰਮੁਖੀ ਵਿੱਚ ਨਾ ਬੰਦ ਕਰਕੇ ਉਹ ਤਾਲੀਆਂ ਵਿੱਚੋਂ ਬਾਹਰ ਕੱਢੀਏ। ਥੈਂਕ ਯੂ ਗੁਰਬੀਰ ਜੀ। ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਹੈਗਾ ਜੀ, ਪਰ ਇਹਦੇ ਨਾਲ ਇੱਕ ਚੀਜ਼ ਹੋਰ ਹੈਗੀ ਹੈ ਜਿਹੜੀ ਦੇ ਉੱਪਰ ਮੈਂ ਵਜ਼ਨ ਦੇਣਾ ਚਾਹੁੰਦਾ ਆ। ਗੁਰਮੁਖੀ ਅੱਖਰਾਂ ਦੇ ਕਰਕੇ ਤੁਸੀਂ ਆਈ ਥਿੰਕ ਕੁਝ ਦਿਨ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਸੀਗੀ ਵੀ ਜਿਹੜੇ ਗੁਰਮੁਖੀ ਅੱਖਰ ਨੇ ਨਾ, ਇਹਨਾਂ ਨੂੰ ਸਿਰਫ ਅਸੀਂ ਇੱਕ ਭਾਸ਼ਾ ਨਾ ਸਮਝੀਏ, ਗੁਰਮੁਖੀ ਅੱਖਰਾਂ ਦੇ ਰਾਹੀਂ ਅਸੀਂ ਗੁਰੂ ਤੱਕ ਪਹੁੰਚ ਕਰਦੇ ਹੈਗੇ ਆ। ਇਸ ਕਰਕੇ ਉਹਦਾ ਜੇ ਅਸੀਂ ਰੋਮਨਾਈਜ਼ ਕਰਦੇ ਹਾਂ ਜਾਂ ਸਿਰਫ ਟਰਾਂਸਲੇਸ਼ਨ ਤੱਕ ਡਿਪੈਂਡ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਨੌਲੇਜ ਤਾਂ ਹੋਊਗੀ ਪਰ ਕਨੈਕਸ਼ਨ ਨਹੀਂ ਸਾਡਾ ਉਸ ਤਰ੍ਹਾਂ ਦਾ ਬਿਲਡ ਅਪ ਹੋਣਾਗਾ ਇੰਟਰਨਲ ਤੌਰ ਦੇ ਉੱਪਰ। ਵਿਆਪਕ ਪੱਧਰ ਤੇ ਇੰਡੀਵਿਜੂਅਲਸ ਹੋਣਗੇ, ਜਿਵੇਂ ਤੁਸੀਂ ਜਿਨ੍ਹਾਂ ਨੇ ਗੁਜਰਾਤੀ ਭਾਸ਼ਾ ਦਾ ਜ਼ਿਕਰ ਕੀਤਾ ਜਾਂ ਫ੍ਰੈਂਚ ਭਾਸ਼ਾ ਦੇ ਤਰਜਮੇ ਦਾ ਜ਼ਿਕਰ ਕੀਤਾ, ਇੰਡੀਵਿਜੂਅਲਸ ਹੋਣਗੇ ਜਿਹੜੇ ਇੰਨੇ ਕੁ ਪ੍ਰਭਾਵਿਤ ਹੋਣਗੇ ਵੀ ਉਹ ਆਪਣਾ ਆਪ ਸਮਰਪਿਤ ਕਰਨਗੇ। ਪਰ ਜੇ ਵੱਡੇ ਵਿਆਪਕ ਪੱਧਰ ਦੇ ਉੱਪਰ ਅਸੀਂ ਦੇਖਣਾ ਆ ਤਾਂ ਸਾਡੀ ਕੋਸ਼ਿਸ਼ ਨਾਲ ਇਹ ਹੋਣੀ ਚਾਹੀਦੀ ਹੈਗੀ ਹੈ ਕਿ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਿਖਾ ਰਹੇ ਹਾਂ ਉਹਨਾਂ ਨੂੰ ਅਸੀਂ ਨਾਲ ਗੁਰਮੁਖੀ ਦੇ ਵਿੱਚ ਪੜ੍ਹਨ ਦੀ ਮਹੱਤਤਾ ਵੀ ਨਾਲ ਦੱਸਦੇ ਜਾਈਏ ਤਾਂ ਕਿ ਉਹਨਾਂ ਕੋਲ ਇੱਕ ਗੁਰਮੁਖੀ ਭਾਸ਼ਾ ਦੇ ਰਾਹੀਂ ਗੁਰਮੁਖ ਹੋਣ ਦਾ ਰਾਹ ਖੁੱਲ ਸਕੇ। ਮੈਂ ਤੁਹਾਡੀ ਗੱਲ ਨੂੰ ਟੋਟਲੀ ਐਗਰੀ ਕਰਦਾ ਹੈਗਾ ਆ। ਇਸ ਪਾਸੇ ਕੰਮ ਸ਼ੁਰੂ ਹੋਇਆ। ਫਰਸਟ ਸਟੈਪ ਇਜ਼ ਪੈਨੀਟ੍ਰੇਸ਼ਨ। ਰਾਈਟ ਨਾਓ ਇਨ ਗੁਜਰਾਤ, ਅਗਰ ਗੁਜਰਾਤ ਦੇ ਕਿਸੇ ਵੀ ਗੁਰਦੁਆਰੇ ਜਾਓਗੇ, ਮੈਂ ਗਿਆ ਹੋਇਆ, you find 0 people, 0%, total 0 local population ਗੁਜਰਾਤੀ। ਤੁਸੀਂ ਕੀਨੀਆ 'ਚ ਮੈਂ ਗਿਆ ਗੁਰਦੁਆਰੇ ਵਿੱਚ, ਕੀਨੀਆ ਨੈਰੋਬੀ ਗੁਰਦੁਆਰੇ 'ਚ ਗਿਆ, I found 0% penetration। ਭਾਈ ਸਾਹਿਬ, ਇੰਜੀਨੀਅਰਿੰਗ ਦਾ ਫਾਰਮੂਲਾ ਹੁੰਦਾ, ਜਿਹੜਾ ਫਾਰਮੂਲਾ ਕੰਮ ਕਰ ਰਿਹਾ ਹੈ ਉਹਦੇ ਉੱਤੇ ਜ਼ੋਰ ਦਿਓ। ਅਗਰ ਅਸੀਂ ਕਾਰ ਦਾ ਡਿਜ਼ਾਈਨ ਕਰਦੇ ਹਾਂ, we go back to the not to be the basics, we see whichever is the known formula, just work on it। ਰਾਈਟ ਨਾਓ ਸਾਡੀ ਜਿਹੜਾ ਹੈਗਾ ਸਾਡੀ ਪੈਨੀਟ੍ਰੇਸ਼ਨ ਹਰ ਗੁਰਦੁਆਰੇ ਵਿੱਚ ਕਲੋਜ਼ ਟੂ 0 ਹੈਗੀ ਹੈ। ਔਰ ਵੀ ਹੈਵ ਟੂ ਗੈਟ ਅਵੇ ਫਰੋਮ ਦੀ ਫੇਲੀਅਰ ਮਾਡਲਸ। ਅਗਰ ਕਿਹੜੇ ਮਾਡਲ ਸਾਡੇ ਕੰਮ ਨਹੀਂ ਆਏ, ਅਜੇ ਤੱਕ ਫੇਲੀਅਰ ਹੋਇਆ ਉਸ ਮਾਡਲ ਦੇ ਉੱਤੇ, ਵਾਈ ਅਸੀਂ ਇਨਵੈਸਟਮੈਂਟ ਉਸੇ ਮਾਡਲ ਦੇ ਉੱਤੇ ਕਰਦੇ ਜਾਈਏ। ਸੋ ਵੀ ਹੈਵ ਯੰਗ ਪੀਪਲ ਲਾਈਕ ਯੂ ਦੇਅਰ, ਸੋ these people have to come into the forefront। ਨਾ ਕਿ ਗੁਰਦੁਆਰੇ ਫੋਕਸਡ ਕੀਤੇ ਜਾਣ ਬੁੱਢੇ ਹੋਤੇ, ਮੇਰੇ ਜਿਹੋ ਜਿਹੇ ਬੁੱਢੇ ਹੋਤੇ, which are we call it dying breed। They have to be more focused on the young people like you। I agree। ਚਲੋ ਅਗਲਾ ਵੀ ਲੈ ਲੈਂਦੇ ਹਾਂ। there are 5 more hands raised। so next is Sardar Tejinder Singh, ਆਸਟ੍ਰੇਲੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੜਾ ਅਟੈਂਟਿਵਲੀ ਸੁਣ ਰਿਹਾ ਸੀਗਾ ਸਰਦਾਰ ਕੁਲਬੀਰ ਸਿੰਘ ਜੀ ਦਾ ਲੈਕਚਰ। ਮੈਂ ਤੇ ਸੋਚ ਰਿਹਾ ਸੀਗਾ ਕਿ ਇੰਨੀ ਇਨ ਡੈਪਥ ਸਟੱਡੀ ਕਰਨ ਤੋਂ ਬਾਅਦ ਉਹ ਕੋਈ ਇਹਦਾ ਸੋਲੂਸ਼ਨ ਵੀ ਥਰੋ ਅਪ ਕਰਨਗੇ, ਲੇਕਿਨ ਉਹਨਾਂ ਨੇ ਸ਼ਾਇਦ ਇਹ ਠੀਕ ਸਮਝਿਆ ਕਿ ਬਾਕੀ ਸਾਰਿਆਂ ਨਾਲ ਸਲਾਹ ਕੀਤੀ ਜਾਏ। ਲੇਕਿਨ ਫਿਰ ਵੀ ਮੈਂ ਰਿਕੁਐਸਟ ਕਰਾਂਗਾ ਕਿ ਸਰਦਾਰ ਕੁਲਬੀਰ ਸਿੰਘ ਜੀ ਨੂੰ ਕਿ ਇਨ ਦੀ ਕਨਕਲੂਜਨ ਉਹ ਜਿਹੜਾ ਇਸ ਦਾ ਸੋਲੂਸ਼ਨ ਦੇਖਦੇ ਹਨ ਇੱਕ ਡਿਸਟੈਂਟ ਫੋਰਨ ਕੰਟਰੀ ਵਿੱਚ ਬੈਠ ਕਰਕੇ, ਕਿ ਉੱਥੇ ਦੇ ਹਿਸਾਬ ਨਾਲ ਜਾਂ ਜਿਵੇਂ ਉਹਨਾਂ ਨੇ ਕੈਨੇਡਾ ਦੇ ਵਿੱਚ ਜਾਂ UK ਦੇ ਵਿੱਚ ਦੇਖਿਆ ਹੈ, ਉਸ ਤਰ੍ਹਾਂ ਬੇਸ ਕਰਕੇ ਉਹ ਕੀ ਸਮਝਦੇ ਹਨ ਕਿ ਗਲੋਬਲੀ ਕਿਵੇਂ ਇਸ ਪ੍ਰੋਬਲਮ ਨੂੰ ਟੈਕਲ ਕੀਤਾ ਜਾ ਸਕਦਾ ਹੈ। ਮੈਂ ਤੇ ਸਮਝਦਾ ਕਿ ਜਿੱਥੇ ਗੁਰਦੁਆਰਿਆਂ ਨੇ, ਗੁਰਦੁਆਰਿਆਂ ਦੇ ਵਿੱਚ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੇ ਉਹ ਸ਼ਾਇਦ ਬਿਲਕੁਲ ਹੀ ਖਾਲੀ ਉੱਥੋਂ ਗੁਰਦੁਆਰੇ ਮੱਥਾ ਟੇਕ ਕੇ ਚਲੇ ਜਾਂਦੇ ਹੋਣਗੇ। ਤੇ ਕਈ ਜਗ੍ਹਾ ਦੇ ਉੱਪਰ ਹੈ, ਇੰਡੀਆ 'ਚ ਵੀ ਕਈ ਐਸੇ ਹੈ ਨੇ ਜਿਹੜੇ ਬੱਚੇ, ਇਸੇ ਕਰਕੇ ਉਹਨਾਂ ਦੀ ਜਿਹੜੀ ਗਿਣਤੀ ਹੈ ਗੁਰਦੁਆਰਿਆਂ 'ਚ ਘੱਟ ਗਈ ਹੈ। ਤੇ ਕਿਉਂਕਿ ਉਹਨਾਂ ਨੂੰ ਪੰਜਾਬੀ ਜਿਹੜੀ ਭਾਸ਼ਾ ਉਹ ਨਹੀਂ ਆਉਂਦੀ ਹੈ। ਤੇ ਜਿਵੇਂ ਤੁਸੀਂ ਸੋਲੂਸ਼ਨ ਦੱਸਿਆ ਕਿ ਪੰਜਾਬੀ ਦੇ ਨਾਲ ਚੱਲਣਾ ਚਾਹੀਦਾ ਹੈ, ਲੇਕਿਨ ਇਹ ਵੀ ਸਾਨੂੰ ਸੋਚਣਾ ਚਾਹੀਦਾ ਕਿ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਅਸੀਂ ਉਹਨੂੰ ਛੱਡ ਨਹੀਂ ਸਕਦੇ ਹੈਗੇ।
ਤੇ ਉਹਨਾਂ ਵਾਸਤੇ ਵੀ ਕੋਈ ਗੁਰਦੁਆਰਾ ਸਾਹਿਬ ਦੇ ਨਾਲ ਕੋਈ ਆਡੀਟੋਰੀਅਮ ਜਾਂ ਕੋਈ ਐਸੀ ਜਗ੍ਹਾ ਹੋਵੇ। ਇਹ ਵੀ ਐਕਸਪੈਰੀਮੈਂਟ ਇੰਡੀਆ ਦੇ ਵਿੱਚ ਵੀ ਕੀਤਾ ਗਿਆ, ਕੁਝ ਕੁ ਬੰਦਿਆਂ ਨੇ, ਜਿਵੇਂ ਵੀਰ ਭੁਪਿੰਦਰ ਸਿੰਘ ਨੇ ਜਾਂ ਦੂਸਰੇ, ਉਹਨਾਂ ਨੇ ਵੀ ਆਡੀਟੋਰੀਅਮ ਲੈ ਕਰਕੇ ਤੇ ਉੱਥੇ ਆਡੀਅנס ਨੂੰ ਬੁੱਕ ਕਰਕੇ ਉਹਨਾਂ ਨੇ ਗੁਰਬਾਣੀ ਦਾ ਮੈਸੇਜ ਜਿਹੜਾ ਹੈ ਉਹ ਰਿਲੇ ਕੀਤਾ ਹੈਗਾ ਔਨ ਗਿਵਨ ਟੌਪਿਕਸ। तो ऐसा चीज़ ਜਿਹੜੀ ਹੈ ਉਹ ਵੀ ਫੋਰਨ ਕੰਟਰੀਜ਼ ਦੇ ਅੰਦਰ ਇੱਕ ਆਡੀਟੋਰੀਅਮ ਦੇ ਨਾਲ ਗੁਰਦੁਆਰੇ ਨਾਲ ਅਟੈਚ ਹੋਵੇ ਜਾਂ ਅਲੱਗ ਕਰਕੇ ਤੁਹਾਡੇ ਵਰਗੇ ਜਿਹੜੇ ਨੌਜਵਾਨ ਹਨ ਜਿਹੜੇ ਬਾਈਲਿੰਗੁਅਲ ਹਨ, ਉਹ ਗੁਰਬਾਣੀ ਦੀ ਜਿਹੜੀ ਭਾਸ਼ਾ ਪੰਜਾਬੀ ਦੇ ਵਿੱਚ ਉਹਨੂੰ ਬੇਸ ਬਣਾ ਕਰਕੇ ਇੰਗਲਿਸ਼ ਲੈਂਗੁਏਜ ਵਿੱਚ ਜਾਂ ਸਪੈਨਿਸ਼ ਵਿੱਚ ਜਾਂ ਫ੍ਰੈਂਚ ਵਿੱਚ ਉਹ ਮੈਸੇਜ ਜਿਹੜਾ ਗੁਰੂ ਸਾਹਿਬ ਦਾ ਉਹ ਰਿਲੇ ਕਰਦੇ ਨੇ। ਮੈਂ ਸੋਚਦਾ ਕਿ ਜੋ ਗੁਰੂ ਸਾਹਿਬ ਦਾ ਮੈਸੇਜ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਕਿ ਜਿਹਦੇ ਨਾਲ ਲੋਕਾਂ ਨੂੰ ਅਸੀਂ ਗਲੋਬਲੀ ਜੋੜ ਸਕਦੇ ਹਾਂ। ਪੰਜਾਬੀ ਅੱਖਰ ਬਹੁਤ ਇੰਪੋਰਟੈਂਟ ਹਨ ਜਦ ਗੁਰੂ ਪੜ੍ਹਨਾ ਚਾਹੇ, ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਚਾਹੇ, ਲੇਕਿਨ ਇਹ ਵੀ ਇੰਪੋਰਟੈਂਟ ਹੈ ਕਿ ਅਸੀਂ ਗੁਰੂ ਸਾਹਿਬ ਦਾ ਮੈਸੇਜ ਉਹਨਾਂ ਤੱਕ ਕਨਵੇ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਤੁਹਾਡੀ ਗੱਲ ਨਾਲ ਟੋਟਲੀ ਐਗਰੀ ਕਰਦਾ ਜੀ। ਆਈ ਥਿੰਕ ਇਹਦਾ ਇੱਕ ਇਨੀਸ਼ੀਏਟਿਵ ਸਟਰਕਚਰ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਤੁਹਾਨੂੰ ਵੇਖਣ ਨੂੰ ਮਿਲਦਾ ਆ। ਪਰ ਜਿਹੜੀ ਨਾਲ ਮੈਂ ਗੱਲ ਕੀਤੀ ਹੈ ਵੀ ਕੈਨੇਡਾ ਦੇ ਜੰਪਲ ਬੱਚਿਆਂ ਨੂੰ ਕਿਉਂ ਲੋਕ ਸੁਣਦੇ ਆ, ਨੌਜਵਾਨ ਉੱਥੋਂ ਦਾ, ਜੇ ਇੰਗਲੈਂਡ ਦੇ ਬੱਚਿਆਂ ਨੂੰ ਜੰਪਲ ਨੂੰ ਕਿਉਂ ਸੁਣਦੇ ਆ, ਕਿਉਂਕਿ ਉਹ ਭਾਸ਼ਾ ਦੇ ਨਾਲ ਨਾਲ ਉੱਥੋਂ ਦੀਆਂ ਲੋਕਲ ਉਦਾਹਰਨਾਂ ਦੇ ਨਾਲ ਕਨੈਕਟ ਕਰਦੇ ਆ। ਇਹ ਗੁਰੂ ਕਾਲ ਦੇ ਵਿੱਚ ਹੋਇਆ, ਜਿੱਥੇ ਗੁਰੂ ਸਾਹਿਬ ਗਏ ਨੇ, ਜਿਸ ਇਲਾਕੇ 'ਚ ਪ੍ਰਚਾਰ ਕੀਤਾ, ਉੱਥੋਂ ਦਾ ਪ੍ਰਚਾਰਕ ਉਸ ਇਲਾਕੇ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਪੈਦਾ ਕਰਤਾ ਹੈ। ਇਹ ਨਹੀਂ ਸੀਗਾ ਵੀ ਤੁਹਾਨੂੰ ਹੁਣ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਨਕਾਣਾ ਸਾਹਿਬ ਤੋਂ ਕੋਈ ਪਿੱਛੇ ਪ੍ਰਚਾਰਕ ਜਾਂ ਕੀਰਤਨੀਆ ਆ ਰਿਹਾ ਨਾ। ਜਿੱਥੇ ਗਏ ਨੇ ਸੰਗਤ ਦੇ ਵਿੱਚੋਂ ਹੀ ਉਹਨਾਂ ਨੇ ਸੰਗਤ ਦੇ ਨਾਲ ਵਿਚਾਰ ਵਟਾਂਦਰਾ ਕਰਨ ਵਾਲਾ ਕੋਈ ਗੁਰਮੁਖ ਪਿਆਰਾ ਪ੍ਰਗਟ ਕਰ ਦਿੱਤਾ ਆ। ਇਹ ਚੀਜ਼ ਦੀ ਕਮੀ ਸਾਡੇ ਹੁਣ ਦੇ ਸਟਰਕਚਰ ਦੇ ਵਿੱਚ ਮੌਜੂਦ ਆ ਕਿ 100 ਸਾਲ ਹੋ ਗਏ ਅਮਰੀਕਾ 'ਚ ਗੁਰਦੁਆਰੇ ਬਣਿਆ ਨੂੰ, ਪਰ ਅਮਰੀਕਨ ਇੱਕ ਵੀ ਪੰਜਾਬੀ ਮੂਲ ਦਾ ਇੱਕ ਵੀ ਪ੍ਰਚਾਰਕ ਜਿਹੜਾ ਆ ਉਸ ਲੈਵਲ ਤੇ ਮੈਨੂੰ ਨਹੀਂ ਵੇਖਣ ਨੂੰ ਮਿਲ ਰਿਹਾ ਹੈਗਾ। ਕੈਨੇਡਾ 'ਚ ਹੁਣ ਗੱਲ ਸ਼ੁਰੂ ਹੋਈ ਹੈ, ਇੰਗਲੈਂਡ ਦੇ ਵਿੱਚ ਪਿਛਲੇ 5-7 ਸਾਲਾਂ ਦੇ ਵਿੱਚ ਹੋਈ ਹੈ, ਆਸਟ੍ਰੇਲੀਆ ਦਾ ਬੈਟਰ ਤੁਸੀਂ ਦੱਸ ਸਕਦੇ ਹੋ। ਤਾਂ ਜਿੱਥੇ ਗੁਰਦੁਆਰਿਆਂ ਦੇ ਵਿੱਚ 100 ਸਾਲ ਤੋਂ 50 ਸਾਲ ਤੋਂ ਬਾਹਰਲੇ ਮੁਲਕਾਂ 'ਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਐਵਰੀ ਸੰਡੇ ਦੀਵਾਨ ਹੁੰਦੇ ਆ। ਪੰਜਾਬ ਦੇ ਗੁਰਦੁਆਰਿਆਂ 'ਚ ਤਾਂ ਹੁੰਦਾ ਹੀ ਸੰਗਰਾਮ ਦਾ ਹੈਗਾ ਆ ਸਿਰਫ, ਜਾਂ ਗੁਰਪੁਰਬਾਂ ਦਾ। ਇੱਥੇ ਐਵਰੀ ਸੰਡੇ ਜਾਂ ਵੀਕਐਂਡ ਤੇ ਵੀਕਡੇਜ਼ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ। ਫਿਰ ਵੀ ਅਸੀਂ ਕੋਈ ਪ੍ਰਚਾਰਕ ਕਿਉਂ ਨਹੀਂ ਪੈਦਾ ਕਰ ਸਕੇ ਜਿਹੜਾ ਉੱਥੋਂ ਦੀ ਭਾਸ਼ਾ, ਉੱਥੋਂ ਦੀ ਬੋਲੀ, ਉੱਥੋਂ ਦੇ ਕਲਚਰ, ਉੱਥੋਂ ਦੇ ਸਮਾਜ ਨੂੰ ਸਮਝਦਾ ਵੀ ਹੈ। ਉਹਦਾ ਕਾਰਨ ਹੈ ਵੱਡਾ ਇੱਕ, ਜਿਹੜਾ ਮੈਂ ਸ਼ੁਰੂ 'ਚ ਵੀ ਕਿਹਾ ਕਿ ਪੰਜਾਬੀ ਜਾਂ ਗੁਰਬਾਣੀ, ਪੰਜਾਬੀ ਵੀ ਛੱਡੋ, ਗੁਰਬਾਣੀ ਜਾਂ ਸਿੱਖੀ ਦੇ ਨਾਲ ਜਿਹੜਾ ਰੁਜ਼ਗਾਰ ਸਤਿਕਾਰ ਹੈ ਉਹ ਉਹਨਾਂ ਨੇ ਦੇਖਿਆ ਹੈਗਾ ਆ। ਇਸ ਕਰਕੇ ਉੱਥੋਂ ਦਾ ਜੰਪਲ ਬੱਚਾ ਉਹ ਇਸ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਸੇਫ ਫੀਲ ਹੀ ਨਹੀਂ ਕਰਦਾ, ਜਾਂ ਆਪਣੇ ਆਪ ਨੂੰ ਮੰਨਦਾ ਆ ਵੀ ਇਹਦੇ ਵਿੱਚ ਓਪਰਚੁਨਿਟੀਜ਼ ਨਹੀਂ ਹੈਗੀਆਂ, ਇਹਦੇ ਵਿੱਚ ਜ਼ਿੰਦਗੀ ਦੀਆਂ ਜਿਹੜੀਆਂ ਬੇਸਿਕ ਨੀਡਸ ਨੇ ਮੈਂ ਉਹ ਵੀ ਨਹੀਂ ਪੂਰੀਆਂ ਕਰ ਸਕਦਾ ਗਾ। ਇਸ ਕਰਕੇ ਉਹ ਚਾਹੁੰਦਿਆਂ ਨਾ ਚਾਹੁੰਦਿਆਂ ਹੋਇਆਂ ਵੀ ਪਿੱਛੇ ਹਟਿਆ ਰਹਿੰਦਾ ਆ। ਤਾਂ ਸਾਡਾ ਜਿਹੜਾ ਸੋਲਿਊਸ਼ਨ ਹੈਗਾ ਆ, ਆਈ ਥਿੰਕ ਨਬਜ਼ ਤੁਸੀਂ ਪਕੜ ਲਈ ਹੈ। ਚਰਚਾਂ ਦੇ ਵਿੱਚ ਬੱਚਿਆਂ ਵਾਸਤੇ ਅਲੱਗ ਚਰਚ ਰੂਮ ਬਣੇ ਹੁੰਦੇ ਨੇ, ਸੈਮੀਨਰੀਜ਼ ਬਣੀਆਂ ਹੁੰਦੀਆਂ ਨੇ ਪਨੀਰੀ ਪੈਦਾ ਕਰਨ ਵਾਸਤੇ। ਸਾਡੇ ਇੱਥੇ ਖਾਲਸਾ ਸਕੂਲ, ਪੰਜਾਬੀ ਸਕੂਲ ਬਣੇ ਹੋਏ ਨੇ, ਪਰ ਜਿਵੇਂ ਪਹਿਲਾਂ ਵੀ ਗੱਲ ਹੋਈ ਸੀ ਵੀ ਉਹ ਉਹਨਾਂ ਨੂੰ ਸਿਰਫ ਹਰ ਸਾਲ ਊੜਾ ਊਠ ਤੱਕ ਹੀ ਸੀਮਤ ਰੱਖਿਆ ਜਾ ਰਿਹਾ। ਹਾਲੇ ਉਹਨਾਂ ਨੂੰ ਊੜੇ ਦੇ ਨਾਲ ਓਅੰਕਾਰ ਦੀ ਕੀ ਕਹਾਣੀ ਜੁੜੀ ਹੋਈ ਹੈ, ਉੱਥੋਂ ਤੱਕ ਪੰਜਾਬੀ ਸਕੂਲਾਂ ਨੇ ਪਹੁੰਚ ਨਹੀਂ ਕੀਤੀ। ਇਸ ਕਰਕੇ ਬੱਚਿਆਂ ਨੂੰ ਥੋੜ੍ਹੀ ਬਹੁਤੀ ਮਾੜੀ ਮੋਟੀ ਪੰਜਾਬੀ ਓਨੀ ਕੁ, ਮੈਂ ਚਾਹ ਪੀਂਦਾ ਆ ਤੇ ਮੈਂ ਕਿਤੇ ਜਾਣਾ ਮੰਗਦਾ ਆ, ਪੰਜਾਬੀ ਵੀ ਉਹਨਾਂ ਦੀ ਉਸ ਲੈਵਲ ਦੀ, ਉਸ ਪੱਧਰ ਦੀ ਉਹਨਾਂ ਨੂੰ ਨਾ ਉਤਸ਼ਾਹ, ਨਾ ਉਹਨਾਂ ਨੂੰ ਉਮਾ, ਨਾ ਉਹਨਾਂ ਦਾ ਪਿਆਰ, ਨਾ ਉਹਨਾਂ ਦਾ ਮਾਣ ਮਹਿਸੂਸ ਕਰਦੇ ਆ ਵੀ ਮੈਂ ਅੱਜ ਪੰਜਾਬੀ 'ਚ ਗੱਲ ਕੀਤੀ। ਤੇ ਮੈਨੂੰ ਲੱਗਦਾ ਵੀ ਸਾਨੂੰ ਗੁਰਦੁਆਰਿਆਂ ਦੇ ਵਿੱਚੋਂ ਪ੍ਰਬੰਧਕੀ ਸਿਸਟਮ ਦੇ ਨਾਲ ਚੱਲਦਿਆਂ ਹੋਇਆਂ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਤੇ ਤਰਜੀਹ ਦੇਣ ਦੀ ਲੋੜ ਹੈ। ਤੇ ਮੈਂ ਤੁਹਾਡੀਆਂ ਗੱਲਾਂ ਦੇ ਨਾਲ ਬਿਲਕੁਲ ਸਹਿਮਤ ਹਾਂ ਜੀ। ਸੋਲਿਊਸ਼ਨ ਦੇਖੋ ਇਹ ਹੁੰਦਾ ਹੈ ਜੀ ਵੀ ਜਿਹੜਾ ਵਕਤੀ ਸੋਲਿਊਸ਼ਨ ਮੈਂ ਤੁਹਾਨੂੰ ਦੇ ਸਕਦਾ ਆ ਵਿਦਿਨ ਦਾ ਸੈਟਿੰਗਸ, ਵਿਦਿਨ ਯੂਰ ਓਨ ਕਲਚਰ ਸਿਸਟਮ, ਉਹ ਲਾਗੂ ਹੁੰਦਾ ਨਹੀਂ ਹੁੰਦਾ, ਉਹਦੇ ਤੇ ਪ੍ਰੋ ਐਂਡ ਕੋਨਸ ਨੇ, ਨੁਆਂਸਸ ਨੇ, ਉਹ ਅੱਗੇ ਪਿੱਛੇ ਕਰਨੇ ਪੈਂਦੇ ਆ। ਹਾਂਜੀ, ਆਪਾਂ ਟਾਈਮ ਦੇ ਹਿਸਾਬ ਦੇ ਨਾਲ ਇੱਕ ਦੋ ਸਵਾਲ ਥੋੜਾ ਜਿਹਾ ਰਹਿ ਗਿਆ ਸਾਡੇ ਕੋਲ, ਤੇ ਮੇਰੇ ਸਾਰਿਆਂ ਨੂੰ ਰਿਕੁਐਸਟ ਹੈ ਜੀ ਕਿ ਪਲੀਜ਼ ਬੀ ਬਰੀਫ, ਤੇ ਆਪਣੀ ਗੱਲ ਜੇ ਕੋਈ ਤੁਹਾਡਾ ਪੁਆਇੰਟ ਆਲਰੇਡੀ ਕਵਰ ਹੋ ਚੁੱਕਾ ਹੈ ਤੇ ਪਲੀਜ਼ ਰਿਪੀਟ ਨਾ ਕਰਨਾ। ਹਾਂ, ਜੇ ਕੋਈ ਸਵਾਲ ਹੈਗਾ ਤਾਂ ਉਹ ਜ਼ਰੂਰ ਪੁੱਛੋ ਜੀ, ਵੀ ਜੇ ਤੁਸੀਂ ਮੇਰੇ ਪੁਆਇੰਟ ਦੇ ਨਾਲ ਕੋਈ ਐਡ ਹੀ ਕਰਨਾ ਹੈਗਾ ਆ
ਆਈ ਥਿੰਕ ਉਹ ਫਿਰ ਤੁਸੀਂ ਬਾਅਦ Drop ਵਿੱਚ ਕਰ ਵੀ ਦਿਓ ਉਹਨਾਂ ਤਾਂ ਚੀਜ਼ਾਂ ਨੂੰ ਬਿਹਤਰ ਐਡ ਕਰ ਹੋਏਗਾ। ਸਕਦੇ ਹੋ। ਜੇ ਸਵਾਲ ਹੈਗਾ ਹੈ ਤਾਂ ਔਨ ਦਾ ਸਪੌਟ ਤੁਸੀਂ ਪੁੱਛ ਜੇ ਸਕਦੇ ਤੁਸੀਂ ਸਿਰਫ ਐਪਰੀਸ਼ੀਏਟ ਹੀ ਕਰਨਾ ਹੈ ਤੇ ਉਹ ਵੀ ਪਲੀਜ਼ ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਤੁਸੀਂ ਐਪਰੀਸ਼ੀਏਟ ਕਰਦੇ ਹੋ। ਸੋ ਪਲੀਜ਼ ਟਾਈਮ ਦਾ ਖਿਆਲ ਰੱਖ ਕੇ ਪਲੀਜ਼ ਬੀ ਬਰੀਫ। ਉਹ ਤਾਂ ਜਿਹੜੇ ਹੁਣ ਤੱਕ ਸਾਰੇ ਜੁੜੇ ਹੋਏ ਨੇ ਉਹ ਐਪਰੀਸ਼ੀਏਟ ਹੀ ਕਰ ਰਹੇ ਨੇ, ਜਿੰਨੇ ਹੁਣ ਤੱਕ ਜੁੜੇ ਹੋਏ ਹੈਗੇ ਨੇ ਜੀ ਉਹ ਸਾਰੇ ਐਪਰੀਸ਼ੀਏਟ ਕਰ ਰਹੇ ਆ। ਆਈ ਗੈਟ ਇਟ। ਇਹ ਮੇਰੇ ਵਾਸਤੇ ਕੰਪਲੀਮੈਂਟ ਹੈ ਕਿ ਤੁਸੀਂ ਜੁੜੇ ਹੋਏ ਹੋ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਆਨੰਦ ਆਇਆ ਤੁਹਾਡਾ ਸੁਣ ਕੇ, ਤੇ ਜਿਹੜੀ ਤੁਸੀਂ ਡਿਸਕ੍ਰਿਪਸ਼ਨ ਪੇਂਟ ਕੀਤੀ ਹੈ ਯੰਗਸਟਰਸ ਦੀ, ਇਟ ਇਜ਼ ਪ੍ਰੋਬੇਬਲੀ ਟਰੂ। ਮੈਂ ਇੱਥੇ 13 ਸਾਲ ਦਾ ਆਇਆ ਸੀ, ਇੱਥੇ ਕੋਈ ਗੁਰਦੁਆਰਾ ਨਹੀਂ ਸੀ ਟੋਰਾਂਟੋ ਦੇ ਵਿੱਚ। ਪਹਿਲਾ ਗੁਰਦੁਆਰੇ ਦੇ 50 ਸਾਲ ਹੋ ਗਏ। ਅਗਰ ਬੱਚੇ ਨੂੰ ਜਾਂ ਵੱਡੇ ਨੂੰ ਪੁੱਛਣ ਪਹਿਲਾ ਗੁਰਦੁਆਰਾ ਕਦੋਂ ਇੱਥੇ ਬਣਿਆ ਸੀਗਾ, ਕਿਸੇ ਨੂੰ ਪਤਾ ਨਹੀਂ ਹੈਗਾ। ਕਿਉਂਕਿ ਅਸੀਂ ਧਰਮ ਪੜ੍ਹਾਉਂਦੇ ਹਾਂ ਜਿਸ ਤਰੀਕੇ ਦੇ ਨਾਲ, ਉਹ ਰਿਲੀਜਨ ਦੇ ਤੌਰ ਤੇ ਸਿਖਾਉਣਾ ਚਾਹੁੰਦੇ ਹਾਂ ਕਿ ਇੱਦਾਂ ਕਰੋਗੇ ਤੇ ਇੱਦਾਂ ਚੰਗੇ ਹੋ ਜਾਓਗੇ। ਬਟ ਪ੍ਰੋਬਲਮ ਇਹ ਹੈ ਇਸ ਡੈਫੀਨੀਸ਼ਨ ਦੇ ਵਿੱਚ, ਕਿਉਂਕਿ ਅਸੀਂ ਆਪਣੀ ਡਿਸਕ੍ਰਿਪਸ਼ਨ ਤੇ ਸਭ ਕੁਝ ਜਿਹੜਾ ਸਿਖਾਉਣਾ ਚਾਹੁੰਦੇ ਬੱਚਿਆਂ ਨੂੰ, ਉਹਦੀ ਡੈਫੀਨੇਸ਼ਨ ਜਿਹਨੂੰ ਪੜ੍ਹਾਉਣਾ ਚਾਹੁੰਦੇ ਉਹਦੀ ਡਿਫਰੈਂਟ ਹੈਗੀ ਹੈ। ਗੁਰੂਆਂ ਨੇ ਜਿਹੜੀ ਗੁਰਬਾਣੀ ਲਿਖੀ ਹੈ ਉਹ ਇਨਸਾਨੀਅਤ ਦੇ ਲਈ ਲਿਖੀ ਹੈ ਕਿ ਜਿਹੜਾ ਨਿਢਾਲ ਉਜੜਿਆ ਹੋਇਆ ਸਮਾਜ ਦੇ ਵਿੱਚ ਤੇ ਸਪਿਰਿਚੁਅਲੀ ਤੇ ਅੰਡਰਸਟੈਂਡਿੰਗ ਦੇ ਵਿੱਚ ਡਰਪੋਕ ਹੈ। ਅਗਰ ਅਸੀਂ ਉਹ ਤਰੀਕੇ ਦੇ ਨਾਲ ਗੁਰਬਾਣੀ ਪੜ੍ਹਾਈਏ ਤੇ ਉਹਦੇ ਨਾਲ ਕੀ ਹੋਏਗਾ ਕਿ ਇਨਸਾਨ ਨੂੰ, ਮੈਂ ਇੱਥੇ ਸਿੱਖ ਨਹੀਂ ਕਹਿ ਰਿਹਾ, ਹਰ ਇੱਕ ਨੂੰ ਉਸਦਾ ਫਾਇਦਾ ਨਜ਼ਰ ਆਏਗਾ, ਤੇ ਜਿਸ ਚੀਜ਼ ਦੇ ਨਾਲ ਉਹਨੂੰ ਫਾਇਦਾ ਨਜ਼ਰ ਆਏਗਾ ਉਹ ਨਾਲ ਚਿੰਬੜ ਜਾਏਗਾ। ਮੇਰੀ ਤਾਂ ਇਹ ਅਪਰੋਚ ਹੈਗੀ ਹੈ। ਕਿਉਂਕਿ ਅਗਰ ਤੁਸੀਂ ਲੈਕਚਰ ਕਰੋਗੇ ਉਹ ਇੱਕ ਆਮ ਲੈਕਚਰ ਦੀ ਤਰ੍ਹਾਂ ਬਣ ਜਾਏਗਾ, ਪਰ ਅਗਰ ਤੁਸੀਂ ਸੁਭਾਅ ਤੇ ਆਪਣੀ ਸਟਾਈਲ ਜਿਹੜਾ ਲਾਈਫ ਦਾ ਚੇਂਜ ਕਰੋਗੇ, ਆਮ ਤੌਰ ਤੇ ਜਿਹੜੇ ਇੰਟੈਲੀਜੈਂਟ ਬੱਚੇ ਹੈਗੇ ਆ ਤੇ ਇੰਟੈਲੀਜੈਂਟ ਨੌਨ ਸਿੱਖ ਵੀ ਹੈਗੇ, ਉਹ ਆਊਟਕਮਸ ਰਿਲੇਟਡ ਦੇਖਦੇ ਆ। ਆਊਟਕਮਸ ਰਿਲੇਟਡ, ਮੈਂ ਉਸ ਦੇ ਉੱਤੇ ਰਿਸਰਚ ਵੀ ਕਾਫੀ ਕਰਦਾ, ਤੇ ਮੈਂ ਇੰਡੀਆ ਵੀ ਪਿਛਲੇ 40 ਸਾਲਾਂ 'ਚ ਆਉਂਦਾ ਜਾਂਦਾ ਰਹਿਣਾ ਕਾਫੀ, ਜਸਟ ਟੂ ਅੰਡਰਸਟੈਂਡ ਵਾਈ ਵੀ ਆਰ ਦ ਵੇ ਵੀ ਆਰ। ਉਹ ਮੇਰੇ ਸਵਾਲਾਂ ਦੇ ਜਵਾਬ ਕਾਫੀ ਮਿਲ ਗਏ ਆ। ਤੇ ਅਸੀਂ ਜਿਹੜੀ ਡੈਫੀਨੇਸ਼ਨਸ ਦੇ ਲੇਬਲ ਹੈ ਨਾ ਗੁਰਬਾਣੀ ਦੇ ਵਿੱਚ ਮਿਲੇ, ਜੋ ਅਸੀਂ ਇੰਗਲਿਸ਼ ਤੌਰ ਦੇ ਬੱਚਿਆਂ ਨੂੰ ਸਮਝਾਉਂਦੇ ਹਾਂ, ਤੇ ਉਹ ਡੈਫੀਨੇਸ਼ਨ ਅਸੀਂ ਅਡਾਪਟ ਕਰ ਲੈਂਦੇ ਹਾਂ, ਪਰ ਉਹ ਗਲਤ ਚੀਜ਼ ਹੈ। ਯੈਸ, ਵੀ ਵਾਂਟ ਟੂ ਟੀਚ them ਇਨ ਡਿਫਰੈਂਟ ਲੈਂਗੁਏਜਸ। ਮੈਂ ਨਾਰਵੇ ਵੀ ਗਿਆ ਤੇ ਉੱਥੇ ਉਹਨਾਂ ਨੇ ਨੋਰਵੀਜਨ ਦੇ ਵਿੱਚ ਸਾਰੀ ਸਿੱਖੀ ਦੀ ਪ੍ਰਚਾਰੀ ਕੀਤੀ, ਤੇ ਸੰਤੀਆਗੋ ਪਰੂਚ ਵਿੱਚ ਗਿਆ ਹੈਗਾ, ਚਿਲੀ 'ਚ ਗਿਆ ਹੈਗਾ। ਮਗਰ ਦੀ ਅੰਡਰਸਟੈਂਡਿੰਗ ਇਜ਼ ਕਿ ਇਨਸਾਨ ਨੂੰ ਨਿਡਾਲ ਹੋਣ ਤੋਂ ਬਚਾਉਣ ਤੋਂ ਲਈ ਗੁਰਬਾਣੀ ਦੀ ਜਿਹੜੀ ਅੰਡਰਸਟੈਂਡਿੰਗ ਹੈ, ਹੁਣ ਅਮਰੀਕਨ ਸਿੱਖ ਜਿਹੜੇ ਬਣੇ ਆ, ਯੈਸ ਅੰਗਰੇਜ਼ੀ ਪੜ੍ਹ ਕੇ, ਪਰ ਉਹਨ ਕਾਫੀਆਂ ਨੂੰ ਹੁਣ ਪੰਜਾਬੀ ਪੜ੍ਹਨੀ ਆ ਗਈ ਆ। ਮੈਂ ਵੀ ਇੰਗਲਿਸ਼ ਦੇ ਵਿੱਚ ਪੜ੍ਹਿਆ, ਪਰ ਜੋ ਮੈਨੂੰ ਸਵਾਦ ਆਇਆ ਡੈਫੀਨੇਸ਼ਨਸ ਪੜ੍ਹਨ ਨੂੰ ਗੁਰਮੁਖੀ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਦਾ, ਇਟ ਗਲੂਡ ਮੀ ਕਿ ਮੈਂ ਸਾਰੀ ਪੜ੍ਹਾਂ ਐਂਡ ਟੂ ਐਂਡ, ਬਟ ਆਈ ਡੋਂਟ ਅੰਡਰਸਟੈਂਡ ਐਵਰੀਥਿੰਗ। ਪਰ ਮੈਂ ਇਨਵੋਕ ਕਰੂੰਗਾ ਕਿ ਹਰ ਸਿੱਖ ਨੂੰ ਇਹ ਪੜ੍ਹਨੀ ਚਾਹੀਦੀ ਹੈ, ਕਿਉਂਕਿ ਇਹ ਉਹਦੀ ਜ਼ੁਬਾਨ ਦੇ ਵਿੱਚ ਲਿਖੀ ਹੈ। ਅਸੀਂ ਇਸ ਚੀਜ਼ ਤੇ ਕਾਫੀ ਡਿਸਕਸ ਕਰ ਸਕਦੇ ਹਾਂ, ਪਰ ਉੱਥੇ ਲਿਖਿਆ ਹੋਇਆ ਹੈ। ਸੋ ਮੈਂ ਇੱਥੇ ਬੰਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰ ਰਿਹਾ, ਧੰਨਵਾਦ ਜੀ ਤੁਹਾਡੇ ਵਿਚਾਰਾਂ ਵਾਸਤੇ। ਹਾਂਜੀ, ਅੱਗੇ। ਇੱਕ ਮਿੰਟ, ਹਰਜੀਤ ਸਿੰਘ ਜੀ ਪਹਿਲਾਂ ਕੁਝ ਕਹਿਣਾ ਚਾਹ ਰਹੇ। ਮੇਰੀ ਬੇਨਤੀ ਹੈ ਜੀ, ਦੇਖੋ 7 ਸਾਡੇ ਕੋਲ ਹੋਰ ਕੁਐਸਚਨ ਅੱਗੇ ਹੈਗੇ ਨੇ, ਤੇ ਅਸੀਂ 9:15 ਤਕਰੀਬਨ ਸਮਾਪਤੀ ਕਰ ਦਿੰਦੇ ਹਾਂ। ਮੇਰੀ ਪਲੀਜ਼ ਸਾਰਿਆਂ ਨੂੰ ਬੇਨਤੀ ਹੈ, ਕੁਐਸਚਨ ਟਾਈਪ ਕੋਈ ਕੁਐਸਚਨ ਹੈ ਤਾਂ ਕਰੋ, ਤੇ ਜਿਹੜੀ ਲੈਕਚਰ ਅਸੀਂ ਜਾਂ ਹੋਰ ਵਿਚਾਰ ਅਸੀਂ ਬਾਕੀ ਕਲਾਸਾਂ 'ਚ ਵੀ ਅਸੀਂ ਸਾਂਝੇ ਕਰ ਸਕਦੇ ਹਾਂ। ਤਾਂ ਮੇਰੀ ਬੇਨਤੀ ਸਿਰਫ ਕੁਐਸਚਨ ਦੇ ਵਿੱਚੋਂ ਨਿਕਲਦਾ ਜ਼ਰੂਰ ਕਰੋ। ਕਿਉਂਕਿ ਕੁਐਸਚਨ ਕੋਈ ਜਿਹੜਾ ਇੱਕ ਸੈਸ਼ਨ ਕੋਈ ਹੋਰ ਵੀ ਕਰ ਲਾਂਗੇ, ਤੁਸੀਂ ਆਪਣੇ ਜਿਨ੍ਹਾਂ ਨੇ ਵਿਚਾਰ ਸ਼ੇਅਰ ਕਰਨੇ ਨੇ ਨਾ ਉਹ ਉਦੋਂ ਵੀ ਕਰ ਸਕਦੇ ਨੇ। ਵੀਲ ਟੇਕ ਅਨਦਰ ਸੈਸ਼ਨ ਫॉर ਦਿਸ। ਚਲੋ ਨੈਕਸਟ ਜਸਵੰਤ ਕੌਰ ਜੀ, ਕੁਐਸਚਨ ਪੁੱਛ ਲਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I'll just take a minute on this. ਮੈਂ ਇੰਨਾ ਕਹਿਣਾ ਚਾਹੁੰਦੀ ਕਿ ਭਾਈ ਮੈਨੂੰ ਪੱਕਾ ਯਾਦ ਨਹੀਂ ਨਾ, ਧਰਮਿੰਦਰ ਸਿੰਘ ਜੀ, ਉਹਨਾਂ ਨੇ ਜੋ ਕਮੈਂਟਸ ਕੀਤੇ ਹੈ, we need to focus on that. ਅਗਰ ਬੱਚਿਆਂ ਨੂੰ through an English medium, ਜਿਸ ਤਰ੍ਹਾਂ ਅਸੀਂ ਪ੍ਰਚਾਰਕ ਹੁੰਦੇ ਨੇ ਗੁਰਦੁਆਰਿਆਂ ਦੇ ਵਿੱਚ, ਜੇ we have somebody who can speak in English and ask them answer their questions, that will bring them to the essence of Sikhi.
फिर yes, then they themselves will want to learn Gurmukhi and understand more. I have seen this through my years here. ਥੈਂਕ ਯੂ। ਨਹੀਂ ਥੈਂਕ ਯੂ ਜੀ। ਪਰ ਇਹਦਾ ਮੈਂ ਨਾਲ ਇੱਕ ਗੱਲ ਐਡ ਕੀਤੀ ਹੈਗੀ ਸੀ ਕਿ ਇਹਦੇ ਵਿੱਚ ਹੁਣ ਮੈਂ ਜਿਵੇਂ ਆਪਣੀ ਪਰਸਨਲ ਗੱਲ ਕੀਤੀ ਸੀ, ਮੇਰੀ ਸਿਲੈਕਸ਼ਨ ਹੀ ਅੰਗਰੇਜ਼ੀ ਬੇਸ ਇੱਥੇ ਹੋਈ ਸੀਗੀ ਵੀ ਸਾਨੂੰ ਅੰਗਰੇਜ਼ੀ ਵਾਲਾ ਪ੍ਰਚਾਰਕ ਚਾਹੀਦਾ ਆ, ਹੋ ਗਈ। ਪਰ ਮੇਰੀ ਸਕਿੱਲ ਦਾ ਪ੍ਰਬੰਧਕਾਂ ਨੇ ਕੋਈ ਫਾਇਦਾ ਨਹੀਂ ਉਠਾਇਆ, ਕਿਉਂਕਿ ਬੱਚਿਆਂ ਨੂੰ, ਸੰਗਤ ਨੂੰ ਇੱਥੇ ਜੋੜਨਾ, ਉਹਨਾਂ ਵਾਸਤੇ ਕੋਈ ਪ੍ਰੋਗਰਾਮ ਟੇਲਰ ਕਰਨੇ, ਇਨੀਸ਼ੀਏਟਿਵ ਲੈਣਾ, ਉਹਨਾਂ ਨੂੰ ਰਿਵਾਰਡ ਦੇਣਾ, ਐਪਰੀਸ਼ੀਏਟ ਕਰਨਾ, ਜਾਂ ਉਹਨਾਂ ਨੂੰ ਦੱਸਣਾ, ਜਿਵੇਂ ਦੱਸਿਆ ਹੁਣੇ ਪਿਛਲੇ ਸਵਾਲ ਦੇ ਵਿੱਚ, ਕਿ ਫਾਇਦਾ ਕੀ ਹੈਗਾ। ਜਦੋਂ ਉਹਨਾਂ ਨੂੰ ਫਾਇਦਾ ਦਿਸੂਗਾ ਤੇ ਉਹ ਜੁੜਨਗੇ। ਦੇਖੋ ਮੈਂ ਜਦੋਂ ਕਥਾ ਕਰਨੀ, ਪ੍ਰਚਾਰ ਕਰਨਾ, ਮੈਂ ਤਾਂ ਦੀਵਾਨ ਦੇ ਵਿੱਚ ਹੀ ਕਰਨਾ ਨਾ, ਪਰ ਪ੍ਰਬੰਧਕਾਂ ਦੇ ਕੋਲੇ ਇੱਕ ਵੱਡੀ ਜ਼ਿੰਮੇਵਾਰੀ ਤੇ ਓਪਰਚੁਨਿਟੀ ਤੇ ਰਸਤੇ ਹੁੰਦੇ ਆ, ਜਿਹਦੇ ਵਿੱਚ ਉਹ ਫੈਮਲੀਜ਼ ਨੂੰ ਅਪਰੋਚ ਕਰ ਸਕਦੇ ਆ, ਵੱਡੇ ਪੱਧਰ ਦੇ ਉੱਪਰ ਬੱਚਿਆਂ ਦੇ ਵਾਸਤੇ ਪ੍ਰੋਗਰਾਮ ਟੇਲਰ ਕਰ ਸਕਦੇ, ਮੇਰੀ ਡਿਊਟੀ ਲਾ ਸਕਦੇ ਆ। ਭਾਈ ਸਾਹਿਬ ਨੈਕਸਟ ਵੀਕ ਸਾਡੇ ਕੋਲੇ 12 ਤੋਂ 15 ਸਾਲ ਦੇ ਬੱਚਿਆਂ ਦਾ 100 ਜਣਿਆਂ ਦਾ ਗਰੁੱਪ ਇੱਥੇ ਆਉਣਾ ਆ, ਤੁਸੀਂ ਆਪਣੇ ਇਸ ਵਿਸ਼ੇ ਦੇ ਉੱਪਰ ਕੋਈ ਲੈਕਚਰ ਜਾਂ ਕੋਈ ਸਲਾਈਡ ਸ਼ੋ ਪ੍ਰਪੇਅਰ ਕਰਨਾ ਹੈ। ਤੇ ਇਹ ਇਸ ਤਰ੍ਹਾਂ ਦੇ ਨਾਲ ਹਾਲੇ ਪ੍ਰਬੰਧਕੀ ਨਿਯਮਾਂ, ਪ੍ਰਬੰਧਕੀ ਢਾਂਚੇ ਦੇ ਵਿੱਚ ਵੀ ਉਸ ਤਰ੍ਹਾਂ ਦੀ ਰੁਚੀ ਨਹੀਂ ਪੈਦਾ ਹੋਈ। ਸਿੱਖੀ ਪ੍ਰਚਾਰ ਵਾਸਤੇ ਬਿਲਡਿੰਗਾਂ ਵਾਸਤੇ ਹੈਗੀ ਹੈ, ਨਵੀਂ ਡੈਕੋਰੇਸ਼ਨ ਵਾਸਤੇ ਹੈਗੀ ਹੈ, ਪ੍ਰਚਾਰ ਵਾਸਤੇ ਅਜੇ ਤੱਕ ਉਸ ਤਰ੍ਹਾਂ ਦੀ ਰੁਚੀ ਪ੍ਰਬੰਧਕੀ ਢਾਂਚੇ ਦੇ ਵਿੱਚ ਵੇਖਣ ਨੂੰ ਨਹੀਂ ਮਿਲੀ ਹੈਗੀ। ਹਾਂਜੀ, ਨੈਕਸਟ ਸਰ ਪ੍ਰੇਮ ਸਿੰਘ ਦੁੱਗਲ। ਵਾਹਿਗੁਰੂ ਖਾਲਸਾ ਫਤਿਹ ਜੀ। ਮੈਂ ਇਹ ਬਹੁਤ ਸ਼ਾਰਟ ਦੇ ਵਿੱਚ ਇੱਕ ਸਿਰਫ ਇਹ ਗੱਲ ਕਹਿਣੀ ਚਾਹੁੰਦਾ ਕਿ ਠੀਕ ਹੈ, ਜਿਹੜੇ ਪ੍ਰਬੰਧਕ ਆ ਜਾਂ ਲੈਕਚਰਾਰ ਆ, ਪ੍ਰਚਾਰ ਕਰਦੇ ਆ, ਉਹ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ, ਦੈਟਸ ਵੈਰੀ ਵੈਰੀ ਗੁੱਡ। ਪਰ ਇੱਕ ਚੀਜ਼ ਹੈ ਕਿ ਜਿਹੜੇ ਬੰਦੇ ਨੇ ਆਪ ਲੈਕਚਰ ਕਰਦੇ ਆ ਜਾਂ ਸਿਖਾਉਂਦੇ ਆ ਨਾ, ਉਹਨਾਂ ਦੀ ਆਪਸ ਵਿੱਚ ਹੀ ਇੱਦਾਂ ਦੀ ਜ਼ੂਮ ਮੀਟਿੰਗ ਰੱਖੋ ਤਾਂ ਕਿ ਉਹ ਚੀਜ਼ ਦਾ ਫੇਸ ਕਰ ਸਕਣ, ਜਿੱਦਾਂ ਗੁਰੂ ਨਾਨਕ ਚੇਅਰ ਇੰਗਲੈਂਡ ਵਿੱਚ ਤੇ ਕੈਨੇਡਾ ਵਿੱਚ ਬਾਈ ਇੰਡੀਆ ਗਵਰਨਮੈਂਟ ਉਹਨੇ ਬਣਾਈ ਆ। ਉਹਨਾਂ ਨੇ ਕੀ ਕਰਨਾ ਹੈਗਾ ਆ, ਉਹਨਾਂ ਦਾ ਜਿਹੜਾ ਐਕਸ਼ਨ ਤੇ ਰਿਐਕਸ਼ਨ ਹੈ ਨਾ, ਉਹਦੇ ਉੱਤੇ ਅਸੀਂ ਵਿਚਾਰਾਂ ਕਰ ਸਕੀਏ, ਤਾਂ ਕਿ ਸਾਨੂੰ ਜਿਹੜਾ ਨਾ ਜਿਹਨਾਂ ਬੰਦਿਆਂ ਨੇ ਸਾਨੂੰ ਅਪੋਜ਼ ਕਰਨਾ, ਉਹਨਾਂ ਨੂੰ ਅਸੀਂ ਕੀ ਜਵਾਬ ਦੇਣਾ ਹੈਗਾ। ਮੈਂ ਆਪਣੇ ਸਾਰਿਆਂ ਨੂੰ ਬੇਨਤੀ ਕਰਦਾ, ਭਾਈ ਸਾਹਿਬ ਹਰਜੀਤ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਜ਼ਰੂਰ ਇਹਦੇ ਬਾਰੇ ਜੋ ਖਿਆਲ ਰੱਖਣ ਜਰਾ। ਗੁਰੂ ਫਤਿਹ ਜੀ। ਨਹੀਂ ਬਿਲਕੁਲ ਜੀ, ਇਹ ਵੀ ਇੱਕ ਕਹਿੰਦੇ ਆ ਬਰਨਿੰਗ ਇਸ਼ੂ ਸਾਡੀ ਕੌਮ ਦੇ ਵਿੱਚ ਆਇਆ ਹੈਗਾ ਆ, ਵੀ ਸਾਡੇ ਪ੍ਰਚਾਰ ਸਿਸਟਮ ਵੱਡੇ ਪੱਧਰ ਤੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਉਹ ਹੈਂਡਲ ਕਰ ਰਹੇ ਆ ਜਿਨ੍ਹਾਂ ਦਾ ਸਿੱਖੀ ਦੇ ਨਾਲ, ਧਰਮ ਦੇ ਨਾਲ, ਜਾਂ ਖਾਸ ਤੌਰ ਦੇ ਉੱਪਰ ਗੁਰਮਤ ਦੇ ਨਾਲ ਕੋਈ ਲਗਾਓ ਨਹੀਂ ਹੈਗਾ ਉਹਦਾ, ਹੈਂਡਲ ਉਹਨਾਂ ਦੇ ਹੱਥਾਂ 'ਚ ਆ ਗਿਆ ਹੈਗਾ ਆ। ਇਸ ਕਰਕੇ ਜੀ ਅਵਦੀਪ ਸਿੰਘ ਜੀ ਦਾ, ਪਰ ਉਹਨਾਂ ਦਾ ਆਡੀਓ ਸ਼ਾਇਦ ਕਨੈਕਟਡ ਨਹੀਂ ਹੈ। ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਜੇ ਆਡੀਓ ਕਨੈਕਟ ਕਰਕੇ ਜੁਆਇਨ ਕਰ ਸਕਦੇ ਆ ਤਾਂ ਕਰ ਲਓ। ਉਹਨਾਂ ਚਿਰ ਨੈਕਸਟ ਲੈ ਲਓ। ਹਾਂਜੀ ਹਾਂਜੀ, ਉਨੀ ਦੇਰ ਮੈਂ ਨੈਕਸਟ ਰਿਕੁਐਸਟ ਕਰ ਰਿਹਾ ਜਸਬੀਰ ਭਾਟੀਆ ਜੀ। ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸਭ ਵੀਰਾਂ ਨੂੰ ਧੰਨਵਾਦ ਜੀ। ਮੈਂ ਬਰੀਫਲੀ ਬੋਲਾਂਗਾ। ਵੀਰ ਜੀ, आपने जो किया है ना कि जो मैनेजमेंट ने ਤੁਹਾਡੇ ਸਕਿੱਲ ਦਾ, ਇੰਗਲਿਸ਼ ਸਪੀਕਿੰਗ ਸਕਿੱਲ ਦਾ ਫਾਇਦਾ ਨਹੀਂ ਉਠਾਇਆ, ਇਸ ਗੱਲ ਤੋਂ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਕਿ ਦੇਖੋ, ਜਦ ਉਹਨਾਂ ਨੂੰ ਤੁਸੀਂ ਸਮਝਣਾ ਪਏਗਾ, ਜਿਹੜੇ ਅਸੀਂ ਲੋਕ ਜਿਹੜੇ ਸੋ ਕਾਲਡ ਮੈਨੇਜਮੈਂਟ ਹੈਗੇ ਆ, ਅਸੀਂ ਕੌਣ ਹੈਗੇ ਆ? ਸੰਗਤ ਵਿੱਚੋਂ ਇਲੈਕਟ ਕੀਤੇ ਹੋਏ ਵੋਟਾਂ ਦੇ ਨਾਲ ਕਦੀ 2 ਸਾਲ ਬਾਅਦ ਕੋਈ ਆ ਜਾਂਦਾ, ਕਈ 2 ਸਾਲ ਬਾਅਦ ਕੋਈ ਆ ਜਾਂਦਾ। ਹਰ ਗੁਰਦੁਆਰੇ ਦਾ ਆਪਣਾ ਆਪਣਾ ਕਨਸਟੀਟਿਊਸ਼ਨ ਹੈਗਾ, ਲੇਕਿਨ ਉਹਨਾਂ ਕੋਲ ਤੁਸੀਂ ਗਾਈਡੈਂਸ ਨਾ ਮੰਗੋ, ਤੁਸੀਂ ਉਹਨਾਂ ਨੂੰ ਗਾਈਡ ਕਰਨਾ ਹੈਗਾ। ਤੁਸੀਂ ਇਹ ਪ੍ਰਪੋਜ਼ ਕਰਨਾ, ਦੇਖੋ ਜੀ ਤੁਸੀਂ ਮੈਨੂੰ ਇਸ ਬੇਸਿਸ ਤੇ ਹਾਇਰ ਕੀਤਾ ਹੈਗਾ, ਮੈਨੂੰ ਇੰਗਲਿਸ਼ ਸਪੀਕਿੰਗ ਸਕਿੱਲ ਵਾਸਤੇ ਮੈਨੂੰ ਤੁਸੀਂ ਰੱਖਿਆ ਹੈ, ਪਰ ਮੇਰੇ ਇਹ ਵਿਚਾਰ ਨੇ, ਮੇਰੀ ਸਕਿੱਲ ਨੂੰ ਇਸ ਤਰ੍ਹਾਂ ਯੂਜ਼ ਕਰਨਾ ਹੈ। ਤੁਸੀਂ ਅਗਰ ਤੁਸੀਂ ਨਹੀਂ ਯੂਜ਼ ਕਰਦੇ ਤਾਂ ਮੇਰੇ ਹੋਣ ਦਾ ਕੀ ਫਾਇਦਾ? ਤੁਸੀਂ ਇਹ ਨਾ ਵੇਟ ਕਰਦੇ ਰਹੋ, ਇੰਤਜ਼ਾਰ ਕਰਦੇ ਰਹੋ ਜੋ ਸਾਨੂੰ ਕਹਿਣਗੇ ਤਾਂ ਮੈਂ ਕੁਝ ਕਰੂੰਗਾ। ਇਹ ਗੱਲ ਤੇ ਮੇਰੇ ਮਨ 'ਚ ਕੋਈ ਟਿਕੀ ਨਹੀਂ। ਮੈਨੂੰ ਮਾਫੀ ਚਾਹੁੰਦਾ, ਮੈਂ ਮੇਰਾ ਕਹਿਣ ਦਾ ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹੈਗਾ ਆ। ਇਹ ਮੈਂ ਆਲਰੇਡੀ 1-2 ਵਾਰੀ ਉਹਨਾਂ ਨਾਲ ਅਪਰੋਚ ਕਰ ਚੁੱਕਾ ਹੈਗਾ ਆ, ਤੇ ਸੰਗਤ ਦੇ ਵਿੱਚ ਵੀ ਮੈਂ ਸੰਗਤ ਨੂੰ ਵੀ ਬੇਨਤੀ ਕਰ ਚੁੱਕਾ ਆ ਤੇ ਮੇਰੀ ਸਿਲੈਕਸ਼ਨ ਇੱਥੇ ਅੰਗਰੇਜ਼ੀ ਕਰਕੇ ਹੋਈ ਹੈ, ਤੇ ਤੁਹਾਡੇ ਬੱਚੇ ਜਾਂ ਤਾਂ ਬਾਹਰ ਬਾਸਕਟਬਾਲ ਖੇਡ ਰਹੇ ਆ ਜਾਂ ਢਾਣੀਆਂ ਬਣਾ ਕੇ ਥੱਲੇ ਬੈਠੇ ਆ, ਜੇ ਉਹਨਾਂ ਨੇ ਇੱਥੇ ਅੰਗਰੇਜ਼ੀ 'ਚ ਕਥਾਵਾਚਕ ਰੱਖ ਕੇ ਤੇ ਕਥਾ ਸੁਣਨੀ ਨਹੀਂ ਹੈਗੀ ਤਾਂ ਚਲੋ ਉਹਦਾ ਲਾਭ ਕੀ ਹੈਗਾ ਆ? ਨਹੀਂ, ਪਰ ਤੁਹਾਡੀ ਗੱਲ ਠੀਕ ਹੈ, ਮੈਂ ਉਹਨਾਂ ਨਾਲ
You have to answer. Second question मैं कहना चाहता ਸੀ ਜੋ ਆਪ ਜੀ ਨੇ ਕਿਹਾ ਹੈ ਕਿ ਗੁਰਮੁਖੀ ਅੱਖਰਾਂ ਨਾਲ ਹੀ ਅਸੀਂ ਗੁਰੂ ਨਾਲ ਜੁੜ ਸਕਦੇ ਹਾਂ। ਮੈਨੂੰ ਇਹ ਗੱਲ ਅਪੀਲ ਨਹੀਂ ਕੀਤੀ ਜੀ, ਮਾਫੀ ਚਾਹੁੰਦਾ, ਲੇਕਿਨ ਅੱਖਰਾਂ ਦੇ ਨਾਲ ਗੁਰੂ ਨਹੀਂ ਜੁੜਨਾ, ਅਸੀਂ ਵਿਚਾਰਧਾਰਾ ਨਾਲ ਗੁਰੂ ਨਾਲ ਜੁੜਨਾ ਹੈਗਾ, ਨਾ ਕਿ ਅੱਖਰਾਂ ਨਾਲ। ਔਰ ਜੋ ਵੀਰ ਜੀ ਧਰਮਿੰਦਰ ਸਿੰਘ ਨੇ ਗੱਲ ਕੀਤੀ ਹੈ, ਮੈਂ ਉਹਨਾਂ ਨਾਲ ਗੱਲਬਾਤ ਕਰ ਚੁੱਕਿਆ ਅੱਗੇ। ਸਪੈਨਿਸ਼ ਵਿੱਚ ਅਸੀਂ ਵੀ ਲੋਕਾਂ ਨਾਲ ਇੰਟਰੈਕਟ ਕਰ ਰਹੇ ਹਾਂ, ਉੱਥੇ ਪੀਰੂ ਵਿੱਚ ਉੱਥੇ ਹੈਗੇ ਨੇ ਸੰਗਤ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਥਰੂ ਇੰਗਲਿਸ਼ ਟ੍ਰਾਂਸਲੇਸ਼ਨ ਥਰੂ ਕਰਦੇ ਹਾਂ। ਇਹ ਲੈਂਗੁਏਜਸ ਨੂੰ ਸਾਨੂੰ ਜੇ ਗੁਰੂ ਸਾਹਿਬ ਦਾ ਮੈਸੇਜ ਦੁਨੀਆ ਨੂੰ ਪਹੁੰਚਾਉਣਾ ਹੈਗਾ ਤਾਂ ਸਾਨੂੰ ਲੈਂਗੁਏਜ ਬੈਰੀਅਰ ਦੂਰ ਕਰਨੇ ਪੈਣਗੇ। ਪੰਜਾਬੀ ਤੇ ਫੋਕਸ ਨਹੀਂ ਰੱਖਣਾ ਸੀ। ਇਹ ਅਸੀਂ ਦੇਖੋ, ਜਿਨ੍ਹਾਂ ਨੇ, ਮੈਂ ਪੰਜਾਬ ਵਿੱਚ ਪਲਿਆ ਹੈਗਾ, ਮੇਰੀ ਉਮਰ ਕਾਫੀ ਹੋ ਗਈ, ਤੇ ਹਾਲਾਂ ਪੂਰੀ ਤਰ੍ਹਾਂ ਅੱਛੀ ਤਾਂ ਪੰਜਾਬੀ ਜਾਣ ਸਕਦੇ ਹਾਂ, ਫਿਰ ਵੀ ਸਾਨੂੰ ਪੂਰੀ ਸਮਝ ਨਹੀਂ ਆਉਂਦੀ ਗੁਰਬਾਣੀ। ਜਦ ਤੱਕ ਉਹਨੂੰ ਪੂਰੀ ਤਰ੍ਹਾਂ ਕੋਈ ਐਕਸਪਲੇਨ ਨਾ ਕਰੇ ਤਾਂ ਸਾਨੂੰ ਸਮਝ ਨਹੀਂ ਆਉਂਦੀ ਗੁਰਬਾਣੀ, ਕਿ ਗੁਰਬਾਣੀ ਦੀ ਜੋ ਲੈਂਗੁਏਜ ਹੈ, ਭਾਸ਼ਾ ਪੁਰਾਣੀ ਹੋ ਚੁੱਕੀ ਹੈ। ਮੇਰੇ ਕਹਿਣ ਦਾ ਹੋ ਸਕਦਾ ਆ ਵੀ ਮੇਰਾ ਕਹਿਣ ਦਾ ਢੰਗ ਜਿਹੜਾ ਹੈਗਾ ਆ ਉਹ ਕਲੀਅਰ ਨਾ ਹੋਵੇ, ਪਰ ਮੈਂ ਇਹ ਨਹੀਂ ਕਹਿ ਰਿਹਾ ਵੀ ਦੂਜੀਆਂ ਭਾਸ਼ਾਵਾਂ ਦੇ ਵਿੱਚ ਪ੍ਰਚਾਰ ਨਹੀਂ ਕਰਨਾ ਜਾਂ ਕੋਈ ਸਿੱਖ ਨਹੀਂ ਹੋ ਸਕਦਾ। ਮੇਰੀ ਮਨਸ਼ਾ ਇਹ ਹੈ ਕਿ ਜਿੱਥੇ ਅਸੀਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਸਿੱਖੀ ਮੈਸੇਜ ਦੇਣਾ ਹੈਗਾ ਆ, ਉੱਥੇ ਮੂਲ ਰੂਪ ਦੇ ਵਿੱਚ ਜੋ ਗੁਰੂ ਸਾਹਿਬਾਨਾਂ ਨੇ ਲਿਪੀ ਰਚੀ ਹੈ, ਭਾਸ਼ਾ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਨੇ, ਪਰ ਜਿਹੜੀ ਮੂਲ ਲਿਪੀ ਹੈ ਉਸ ਸਮੇਂ ਦੇ ਵਿੱਚ ਵੀ ਭਾਸ਼ਾਵਾਂ ਸੰਸਕ੍ਰਿਤ ਵੀ ਹੈ, ਬ੍ਰਿਜ ਵੀ ਹੈ, ਜਾਂ ਮਰਾਠੀ ਦੇ ਸ਼ਬਦ ਵੀ ਨੇ, ਭਗਤ ਜੈਦੇਵ ਜੀ ਦਾ ਪਦਾ ਆ, ਪਰ ਜਿਹੜੀ ਮੂਲ ਲਿਪੀ ਗੁਰੂ ਸਾਹਿਬ ਜੀ ਨੇ 750 ਸਾਲ ਬਾਬਾ ਫਰੀਦ ਸਾਹਿਬ ਜੀ ਦੇ ਤੋਂ ਲੈ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੱਕ ਦੇ ਸਮੇਂ ਦੀ ਭਾਸ਼ਾ ਦੀ ਲਿਪੀ ਦੀ ਚੋਣ ਕੀਤੀ ਹੈ। ਉਸ ਲਿਪੀ ਦੀ ਮਹੱਤਤਾ ਨੂੰ ਅਸੀਂ ਨਾਲ ਲੈ ਕੇ ਚੱਲੀਏ। ਹੋ ਸਕਦਾ ਮੈਂ ਪਹਿਲਾਂ ਆਪਣੀ ਗੱਲ ਕਰਨ ਦੇ ਵਿੱਚ ਕਲੀਅਰ ਨਾ ਹੋਵਾਂ, ਪਰ ਮੈਂ ਦੂਜੀਆਂ ਭਾਸ਼ਾਵਾਂ ਨੂੰ ਕੋਈ ਅਣਦੇਖਾ ਨਹੀਂ ਕਰਨਾ ਚਾਹੁੰਦਾ। ਮੈਂ ਕਿਉਂਕਿ ਇਸ ਗੱਲ ਨਾਲ ਮੈਂ ਖੁਦ ਸਹਿਮਤ ਹਾਂ ਵੀ ਮੈਂ ਅੰਗਰੇਜ਼ੀ ਦੇ ਕਰਕੇ ਇੱਥੇ ਮੇਰੀ ਸਿਲੈਕਸ਼ਨ ਹੋਈ ਹੈ, ਤੇ ਮੈਂ ਉਹ ਦੂਸਰੀਆਂ ਭਾਸ਼ਾਵਾਂ ਨੂੰ ਮੈਂ ਡਿਨਾਈ ਨਹੀਂ ਕਰਦਾ ਜਾਂ ਓਵਰਸੀ ਨਹੀਂ ਕਰਦਾ, ਪਰ ਨਾਲ ਮਹੱਤਤਾ ਇਹ ਜ਼ਰੂਰ ਰੱਖਦਾ ਹੈਗਾ ਆ ਵੀ ਗੁਰਮੁਖੀ ਲਿਪੀ ਹੈ ਜਿਹੜੀ, ਉਹਦਾ ਵੀ ਨਾਲ ਪ੍ਰਚਾਰ ਉਸ ਪੱਧਰ ਦਾ ਹੋਵੇ। ਦੂਜੀਆਂ ਭਾਸ਼ਾ ਸਿੱਖਣ ਤੇ ਕੋਈ ਪਾਬੰਦੀ ਨਹੀਂ ਜੀ, ਪ੍ਰਚਾਰ ਕਰਨ ਤੇ ਕੋਈ ਪਾਬੰਦੀ ਨਹੀਂ, ਲੇਕਿਨ ਮਾਤ ਭਾਸ਼ਾ ਜਿਹੜੀ ਸਾਡੀ ਮੇਜਰ ਭਾਸ਼ਾ ਉਹਨੂੰ ਛੱਡ ਕੇ ਅਸੀਂ ਦੂਜੀ ਭਾਸ਼ਾ ਸਿੱਖਾਂਗੇ ਤੇ ਫਿਰ ਅਸੀਂ ਮੂਲ ਨਾਲ ਟੁੱਟ ਜਾਵਾਂਗੇ। ਨਹੀਂ ਵੀਰ ਜੀ, ਯੂ ਆਰ ਰਾਈਟ, ਐਬਸੋਲੂਟਲੀ ਰਾਈਟ, ਲੇਕਿਨ ਕੁਐਸਚਨ ਇਹ ਹੈ ਕਿ ਬਾਹਰਲੇ ਮੁਲਕਾਂ ਵਿੱਚ ਉਹ ਪੰਜਾਬੀ ਦੀ ਪ੍ਰੋਫੀਸ਼ੀਐਂਸੀ ਅਚੀਵ ਕਰਨਾ ਜਾਂ ਉਹ ਐਕਸਪੈਕਟ ਕਰਨਾ ਬਹੁਤ ਮੁਸ਼ਕਿਲ ਹੈ। ਇਹ ਪ੍ਰੈਕਟੀਕਲੀ ਉੱਥੇ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਪ੍ਰੈਕਟੀਕਲੀ ਇਹ ਚੀਜ਼ ਪੋਸੀਬਲ ਨਹੀਂ ਹੈਗੀ। ਅਸੀਂ ਕੋਸ਼ਿਸ਼ ਡਾਂਸ ਕਰਦੇ ਜਿਹੜਾ ਗੁਰਦੁਆਰੇ 'ਚ ਬੜੀ ਕੋਸ਼ਿਸ਼ ਕੀਤੀ ਹੈ, ਕਲਾਸਾਂ ਲਗਾਉਂਦੇ ਆ, ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਆ, ਫਿਰ ਵੀ ਉਹ ਕੁਝ ਹੱਦ ਤੱਕ ਜਾ ਕੇ ਉਹ ਫਿਰ ਅੱਗੋਂ ਖਤਮ ਹੋ ਜਾਂਦਾ ਹੈ। ਬਿਕੋਜ਼ ਇੱਥੇ ਆ ਕੇ ਜੋ ਮੇਜਰ ਜੋ ਫੋਕਸ ਹੈ ਲੋਕਾਂ ਦਾ ਉਹ ਹੈ ਦੁਨਿਆਵੀ ਐਜੂਕੇਸ਼ਨ, ਟੈਕਨੀਕਲ ਐਜੂਕੇਸ਼ਨ, ਉੱਥੇ ਬਹੁਤ ਜ਼ੋਰ ਹੈ। ਇੱਥੇ ਨਾਲ ਸਾਈਡ ਲੈਂਗੁਏਜ ਕਰਕੇ ਵੀ ਬੱਚੇ ਹਾਂ ਥੋੜ੍ਹਾ ਜਿਹਾ ਬੋਲ ਸਕਦੇ ਨੇ, ਸਿੰਪਲ ਪੰਜਾਬੀ ਬੋਲ ਸਕਦੇ ਨੇ, ਲੇਕਿਨ ਉਹ ਗੁਰਬਾਣੀ ਵਾਲੀ ਪੰਜਾਬੀ ਉਹਨਾਂ ਵਾਸਤੇ ਹਾਲੇ ਵੀ ਏਲੀਅਨ ਹੈਗੀ, ਔਰ ਉਹ ਬਹੁਤ ਹੀ ਮੁਸ਼ਕਿਲ ਹੈ ਕਿ ਉਹ ਉਸ ਹੱਦ ਤੱਕ ਪਹੁੰਚ ਸਕਣ। ਬਸ ਇਹ ਨਹੀਂ ਬੇਨਤੀ ਹੈ ਜੀ। ਭਾਸ਼ਾ ਤਾਂ ਇੱਕ ਟੂਲ ਹੈਗਾ ਆ ਜੀ, ਤੇ ਚਲੋ ਆਪਾਂ ਕੋਈ ਹੋਰ ਕਹਿੰਦੇ ਆ ਜਿਹੜਾ ਕੰਸਰਨਿੰਗ ਕੁਐਸਚਨ ਹੈਗਾ ਆ ਤੁਹਾਡਾ ਤਾਂ ਤੁਸੀਂ ਜ਼ਰੂਰ ਪੁੱਛੋ। ਦੂਜੇ ਪੁਆਇੰਟ ਲੈ ਲਓ, ਲੈਂਗੁਏਜ ਦੀ ਗੱਲ ਕਾਫੀ ਡਿਟੇਲਸ ਹੋ ਚੁੱਕੀ ਹੈ, ਸੋ ਲੈਟ ਅਸ ਹੀਅਰ ਅਦਰ ਵਿਊਜ਼। तो नेक्स्ट सरदार भवदीप सिंह जी, ਹੁਣ ਉਹਨਾਂ ਦਾ ਆਡੀਓ ਕਨੈਕਟਡ ਹੈ। ਹਾਂਜੀ ਪਲੀਜ਼ ਆਪਣੀ ਗੱਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। My Punjabi is not very good, so if I can speak in English. Yeah, perfect. Okay. Totally fine. I had a couple of questions from some points that we mentioned before. So one of them was parents don't want their children in other temples such as churches and such. But we should allow them because and teach them enough so that they do not leave Sikhi and they can still explore their religions. I think it's more important that they should learn that Sikhi is a universal religion and therefore should be learned along with other religions equally, and then to apply them to Sikhi so that we can understand them better. Because I've seen many of those like TikToks you were mentioning where a lot of these pastors would get on there and preach, and whenever they talk about, for example, hell or heaven, I wouldn't really listen because I don't believe that. But some of their points are very valid, like their 10 commandments. But when I talk to them about that with my parents, and they get very upset, why don't you do it in why don't you read the Granth and then you'll understand? I get it, but the Granth says the same thing. I don't see the purpose in then reading them both. And then also with how we're talking about
the gurdwaras are failing, like the system is failing in teaching us about Sikhi, it's because those other temples, they exist outside of their place of worship. So it becomes a way of life for them. For us, it's nowadays, at least. In the past, it probably wasn't, but nowadays it's like a formality. Like Sundays, we have to go to the Gurdwara, or like during Vaisakhi, we have to go to the Gurdwara. And and the way the parents are now looking at it, where it's like they're so scared we're going to leave, it's almost like a cult-like organization. Now it's more like a religious organization, and before it used to be a faith. So that's why it's like, what's stopping me from not learning about Sikhi just through my own morals? Would you repeat the? Would you please mind repeating the end part, because of your echo and the reverberance and the background noise? I'm getting hard to get the point. Right. Sorry. So I was saying that Sikhi has now sort of become a religious organization more than it has been a faith, because of the way that it's going right now. All the gurdwaras are doing something different. The words in the ardas are changing, like everything is different. And now it's just an organization. A lot of people are just making money off of it more than anything else. And so I'm saying that like now that it's such like it's like a very cult-like feeling, where it's like if you leave, you'll be like sort of socially ridiculed, or if you stay, then you have to do everything perfect, right? And you don't really learn how to do that correctly, because half of what they're telling you is just formality. You go to the Gurdwara, and when I ask my parents why can't I just learn from home, they're like, because there's no sangat. I'm like, yes, there's no sangat because you believe that you can only do this part in the Gurdwara. Right. So then there's like this cult-like thing where it's like everybody has to meet up in order for Sikhi to thrive. And I don't think that's true. Right. So what's stopping me from learning Sikhi just by following my own moral behavior? Yeah. Okay. No, I agree to the point. Some things are stopping you from practicing the Sikhi the way you want to practice it. Or parents' influence, or something like that. You don't believe in the congregation setup of the Sikhi culture. But one thing is, for worshipping, you can perfectly fine do it at your home, in your couch, in your even computers, the table, in your chair, wherever you are comfortable to do worship. That's totally fine. But for learning, you go out there. You go to the learning places. You go library, you go school class, you go to a teacher to explore more, to learn from others, or to share your learnings with others. So Guru Sahib Ji has set up a culture of congregation, a sangat, where we learn from each other. We appreciate each other. We share our part. We share in other words, ਕਿ ਸਿੱਖੀ ਦੇ ਕੋਡਸ ਨੇ ਜਿਹੜੇ ਐਸੈਂਸ ਹੈ ਜਿਹੜਾ ਉਹ ਅਸੀਂ ਸ਼ੇਅਰ ਕਰਦੇ ਹਾਂ and I think that's why congregation or company or the sangat is important, in my opinion. I might be incomplete in explaining what I want to say, but Gurbani time and again says, Sat Sangat Mile So Tarya. That Sangat is also in your mind, in your thoughts, in your vision, in your approach, but it's also the Sangat as a whole, ਜਿੱਥੇ ਅਸੀਂ ਬੈਠਦੇ ਹਾਂ ਤਾਂ ਕਿ ਅਸੀਂ ਇੱਕ ਦੂਸਰੇ ਨੂੰ ਐਪਰੀਸ਼ੀਏਟ ਕਰ ਸਕੀਏ ਜਾਂ ਇੱਕ ਦੂਸਰੇ ਦੀ ਕੰਪਨੀ ਦਾ ਆਨੰਦ ਮਾਣ ਸਕੀਏ. No, I believe in Sangat. That's not, I'll rephrase. I believe in Sangat, but the gathering that we see in the Gurdwara today. So what part Sangat, right? which reflects on the point that it's almost like you're feeling it like a cult, because Gurdwara Sahib has some management to perform, some managing things to do. That's why there is a committee, there is a board, so the things in the paperwork, because of the tax issues, because of the building structure, because of the renovation extension, meeting the requirements, because of the programs, ਉਹਦੇ ਵਾਸਤੇ organization ਦੀ ਲੋੜ ਹੈ. But what thing which make you feel like it's becoming a cult, or okay, organization is needed, management is needed? So if you look at, like, I'm curious about religious history. So if you look at the other religious histories, right? If you look at, for example, Christianity, now it's become this like $1 billion foundation. It's more about
money than it is about true like preaching and all that. And so that's so if you see Christians now versus back then, now it seems very, very cult like, right? Like where they have to go to Sunday school and they have to do all these stuff, right? And they can't accept that, they can't accept homophobia and things like that, right? Gurdwara is, I'm not saying that it is a cult. I'm saying that it feels like a cult because there's all these rules that I didn't think we had, right? For example, like if I don't go to the Gurdwara, my mom says I'm going to go away from Sikhi, right? But there's no Gurdwara where I live. What am I supposed to do, right? So there's not like introduction देना please किथों आप किहड़ी जगह तो ਤੁਹਾਡੇ ਸਾਡੇ ਨਾਲ ਪਹਿਲਾਂ introduction ਨਹੀਂ ਹੋਈ आपकी ਕਿਹੜੀ ਜਗ੍ਹਾ ਤੋਂ ਔਰ ਕਿੱਥੋਂ ਬੋਲ ਰਹੇ ਹੋ ਕਿਹੜੀ ਇੱਥੇ USA ਤੋਂ ਜਾਂ ਕਿਹੜੀ ਜਗ੍ਹਾ ਤੋਂ Canada. I'm from Woodstock, Ontario. जरा अपना नंबर प्लीज सेंड कर ले शेयर करोगे ਇੱਥੇ Yeah. चैट ਦੇ ਵਿੱਚ ਵੀ ਰਾਇਆ ਸਿੰਘ ਜੀ ਨੰਬਰ ਨੋਟ ਕਰਨਾ ਪਲੀਜ਼ ਠੀਕ ਹੈ ਜੀ Yeah, so Pavdeep Singh, I agree on the point because in Christianity, when it was becoming a cult, there was a new sect of the within the Christianity, Protestants. Same like when Gurdwara Sahib were becoming cult, or Gurdwara Sahib was performing rituals which are not in consonance with the Sikh ideology or the Sikh religion, then became the Singh Sabha Lair or the Sikh missionary colleges or Singh Sabha Lair after if we were losing in the political stream, there was a Shromani Akali Dal. Yeah, so Akali Singhs back in the in the beginning of 20th century. So if it's making you like it's a becoming a cult, and I don't agree with, I don't disagree with it. But I also would like to know more and more from you later on, not in this session, but later on, if it made you feel like that, what do you see the solutions to it? Because may I request Sir Pavdeep Singh that this issue is going to take a lot more time, and our question and answer session is now drawing to a close. So we would request him to please keep on joining our classes in the future also, and be in touch, and we'll discuss this topic once more. Yeah, of course. Just a second, ਮੈਨੂੰ ਇੱਕ ਕਹਿੰਦੇ ਆ ਇੱਕ ਸੈਕਿੰਡ ਵਾਸਤੇ ਮੈਂ ਮਿਊਟ ਕਰਨ ਲੱਗਾ। Sure. Share your number please. ਅਮਰਜੀਤ ਸਿੰਘ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੁਣੀ ਹੈ discussion. It is very good and it's in the right direction. But all I want to add to what Veerji has already, I think Kulbir Singh was his name, I don't remember the name. कहना मैं बहुत ਵਧੀਆ that ਸਾਨੂੰ focused ਬੱਚਿਆਂ ਇੱਥੋਂ ਦੇ ਬੱਚਿਆਂ ਨੂੰ ਇੱਥੋਂ ਦੀ ਸੰਗਤ ਨੂੰ ਕਿ ordinary human being ਨੂੰ forget about ਬੱਚੇ ਵੱਡੇ adult ਜੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਮੈਥਡਸ ਦਾ ਪ੍ਰਚਾਰ ਅਸੀਂ ਕਰਨਾ ਤੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ we should use his example ਕਿ ਦੁਨੀਆ ਨੂੰ ਦੱਸਣਾ ਹੈ ਕਿ ਇਹਦਾ ਫਾਇਦਾ ਕੀ ਹੈ ਇਹ ਸਿੰਪਲ ਹਿਸਟਰੀ ਇਹਦੀ ਇਸ ਦਾ ਐਡਵਾਂਟੇਜ ਤੁਹਾਡੀ ਲਾਈਫ ਦੇ ਵਿਚਕਾਰ ਤੇ it can be practiced along with your normal life. This is the important. This will avoid from this being a cult. ਜਿਸ ਤਰ੍ਹਾਂ ਬੱਚੇ ਨੇ cult ਦੇ ਭਵਦੀਪ ਸਿੰਘ ਨੇ ਗੱਲ ਕੀਤੀ ਹੈ cult ਤਾਂ ਬਣ ਜਾਂਦਾ ਕਿ when we do not understand what we are doing about it. Guru Nanak Pasha ਦਾ method ਹੀ ਇਹੀ ਸੀ ਕਿ to get into, talk to each other, understand, find the best thing. And that is the way ਅਸੀਂ ਪ੍ਰਚਾਰ ਇੱਥੇ ਵੀ ਤੇ ਹੋਰ ਕਿਧਰੇ ਵੀ ਕਿਸੇ ਕੰਟਰੀ 'ਚ ਕਿਸੇ ਲੈਂਗੁਏਜ ਕਰ ਸਕਦੇ ਹਾਂ ਕਿ ਜੇਕਰ ਅਸੀਂ ਆਪ ਪਹਿਲਾਂ ਸਮਝ ਲਈਏ ਕਿ ਇਸ ਜੋ ਅਸੀਂ ਕਰ ਰਹੇ ਹਾਂ ਇਹਦਾ ਅਸੀਂ ਕੀ ਐਡਵਾਂਟੇਜ ਦੇਣਾ ਮੰਗਣਾ ਸਾਡੀ ਜ਼ਿੰਦਗੀ 'ਚ ਕੀ ਫਾਇਦਾ ਠੀਕ ਹੈ ਵੀਰ ਜੀ ਨੇ ਦੱਸਿਆ ਕਿ nobody wants to be a preacher because of not enough money. ਜਿਸ ਤਰ੍ਹਾਂ ਭਾਈ ਵੀਰ ਹਰਜੀਤ ਸਿੰਘ ਜੀ ਨੇ ਮੈਂਸ਼ਨ ਕੀਤਾ ਸੀਗਾ ਸਾਨੂੰ ਪ੍ਰੀਚਰ ਨੂੰ ਚਾਹੀਦੇ ਉਹੀ ਨੇ ਜਿਹੜੇ ਆਪਣੇ ਨਾਰਮਲ ਆਪਣੀ ਕਿਰਤ ਵੱਖਰੀ ਕਰਦੇ ਹੋਣ which is I love that idea which is the way it should be. even ਅਕਾਲ ਤਖਤ ਦੇ ਜਥੇਦਾਰ ਵੀਰ ਜੀ ਨੇ ਕਿਹਾ ਸੀਗਾ ਕਿ ਆਪਣਾ ਕਿਰਤੀ ਬੰਦਾ ਹੋਵੇ ਇਹ ਸਾਨੂੰ ਇਸ ਨੂੰ ਕਿਰਤ ਬਣਾਉਣ ਦੇ ਵਿਚਕਾਰ ਨਹੀਂ ਪਸੂੜੀ ਹੋਣੀ ਚਾਹੀਦੀ ਸਾਨੂੰ ਆਪਣੀ ਕਿਰਤ ਦੇ ਨਾਲ ਇਹ ਕੰਮ ਕਰਨਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਸਾਰੇ ਗੁਰੂਆਂ ਨੇ ਆਪਣੀ ਕਿਰਤ ਨਹੀਂ ਛੋੜੀ ਤੇ ਇਸ ਤੇ ਡਿਪੈਂਡੈਂਟ ਨਹੀਂ ਰਹੇ ਸਾਨੂੰ ਵੀ ਇਹ ਲੀਜ਼ ਤੇ ਇਸ ਆਈਡੀਆ ਤੇ ਜੋ ਮਹਾਰਾਜ ਸਾਡੇ ਨਾਲ ਐਗਜ਼ਾਮਪਲਾਂ ਸੈੱਟ ਕੀਤੀਆਂ ਨੇ ਉਸ ਤਰੀਕੇ ਨਾਲ ਮਹਾਰਾਜ ਨੇ ਸਾਰੇ ਅਮਰੀਕਾ ਸਾਰੇ ਇੰਡੀਆ
ਆਲ ਅਰਾਊਂਡ ਜਿਸ ਤੇ ਮਾਰਨ ਗਏ ਕਨਵਿੰਸ ਕਰਕੇ ਸਮਝਾਇਆ, ਕਿਉਂਕਿ ਉਹਨਾਂ ਨੂੰ ਉਹਦਾ ਆਪਣਾ ਐਡਵਾਂਟੇਜ ਦੱਸਿਆ। ਹਰ ਇੱਕ ਨੂੰ ਆਪਣੇ ਐਡਵਾਂਟੇਜ ਹੈ, ਮੈਨੂੰ ਕੀ ਫਾਇਦਾ ਇਸ ਚੀਜ਼ ਦਾ। ਉਹ ਹੈ ਜੇ ਸਕੂਲ ਜਾਂ ਗੁਰਦੁਆਰੇ ਬੱਚੇ ਨਹੀਂ ਬੈਠਦੇ ਅੰਦਰ, ਕਿਉਂਕਿ ਉਹਨਾਂ ਨੂੰ ਅੰਦਰ ਬੈਠਣ ਦਾ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ, ਤਦੇ ਉਹ ਬਾਸਕਟਬਾਲ ਖੇਡਦੇ ਨੇ, ਤਦੇ ਉਹ ਬਿਸਮਟ ਜਾਂਦੇ ਨੇ। ਜੇ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਦੱਸੇ ਕਿ ਤੁਹਾਡੇ ਜੀਵਨ ਦਾ ਫਾਇਦਾ, ਤੁਹਾਡੇ ਜੀਵਨ ਦਾ ਫਾਇਦਾ, ਮੇਰਾ ਨਹੀਂ ਫਾਇਦਾ, ਤੁਹਾਡੇ ਜੀਵਨ ਦਾ ਫਾਇਦਾ, ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਫਾਇਦਾ, ਤੁਹਾਨੂੰ ਫਾਇਦਾ। ਨਹੀਂ ਬਿਲਕੁਲ ਜੀ, ਤੁਹਾਡੀਆਂ ਗੱਲਾਂ ਨਾਲ ਤੁਹਾਡੀਆਂ ਗੱਲਾਂ ਦਾ ਵਜਨ ਹੈਗਾ ਆ, ਮੈਂ ਮੰਨਦਾ ਆ। ਪਰ ਨਾਲ ਭਵਦੀਪ ਸਿੰਘ ਜੀ ਹੋਣਾ ਦੇ ਜਿਹੜਾ ਸਵਾਲ ਹੈਗਾ, ਇਟਸ ਨਾਟ ਜਸਟ ਯੂਰ ਕੁਐਸਚਨ, I take it as a question of the youth, and that's why we're having this meeting today, emphasizing on the points. Now, thank you for bringing up that question to this meeting. Yeah, of course. ਨੰਬਰ ਨੈਕਸਟ ਲਾਸਟ ਕੁਐਸਚਨ ਜੀ ਪ੍ਰੀਤੀ ਆਲੂ ਵਾਲੀਆ ਲੈ ਕੇ ਸਮਾਪਤੀ ਕਰੋ ਐਮਪੀ ਸਿੰਘ ਜੀ। We are late for 15 minutes already. Anji, thank you so much for taking my question. Vaiji Khalsa, Vaiji Ki Fateh. Vaiji Ki Fateh ji. Thank you to the panel, and thank you to Kulbir Singh ji to table this important discussion. Then I want to just maybe I'm the missing link. I'm also a mom of a young Gursikh boy dealing with the same thing as Pavdeep Singh has done. So first and foremost, I commend you, Pavdeep, for voicing your opinion or your feelings, putting words to your feeling and putting it so bravely out there aloud. What I want you to think about is maybe to think about your religious or Sikhi as a journey, kiddo. Think of it as the two rails, and your own this thing is the journey. What you are saying that your morality is not affected by not being able to get to Gurdwara Sahib is totally acceptable. But if you can just go there, because if you go to Satsanga, then if you don't go to the Gurdwara and carry on with the moral individual steps that you're taking in your daily life, it'll only bring you more strength, is what maybe, the other way to look at it is you're walking these two lines, and if you get a chance to come to, like if you're driving in a lane, you're supposed to do that. And if that is what your religion is asking you to do, sometimes you drive closer to the left lane because you want to take over something, or you go to the right because you want to maybe, take a break and get to a cafeteria or something on a long journey. So whichever path that you're taking within those two rails, I think you should get strength from it and think of it as a journey. And commendable, keep it up, kiddo. And thank you so much to the whole panel for bringing it up. Thank you, Bridget ji. Thank you, Benji, for the add on the point. ਮੈਂ ਲਾਸਟ ਦੇ ਵਿੱਚ ਇੱਕ ਗੱਲ ਕਰਨੀ ਚਾਹੁੰਦਾ ਹੈਗਾ ਆ ਜੀ, now the Sikhi is the religion of ਆਪਾਂ ਇੰਝ ਕਹਿ ਲਈਏ ਵੀ ਸੁਸਾਇਟੀ। ਗੁਰੂ ਸਾਹਿਬ ਜੀ ਨੇ ਜਿਵੇਂ ਇਹਨੂੰ ਸੈਟਅਪ ਕੀਤਾ ਹੈਗਾ ਆ, ਇਹਦੇ ਪ੍ਰਿੰਸੀਪਲਸ ਤੋਂ ਲੈ ਕੇ ਇਹਦੀਆਂ ਪ੍ਰੈਕਟਿਸਿਸ ਤੱਕ, ਇਹਦੇ ਕਨਸੈਪਟਸ ਤੋਂ ਲੈ ਕੇ ਇਹਦੀਆਂ ਥਿਊਰੀਜ਼ ਤੱਕ, ਸਾਰੀਆਂ ਚੀਜ਼ਾਂ ਨੂੰ ਇਹ ਕੀਤਾ ਹੈਗਾ ਆ ਕਬੀਲਦਾਰਾਂ ਵਾਸਤੇ, ਗ੍ਰਹਿਸਤੀ ਜੀਵਨ ਵਾਲਿਆਂ ਵਾਸਤੇ। ਇਹ ਜੰਗਲ ਯੁੱਗ ਦੇ ਵਿੱਚ ਜਿਹੜੇ ਅਸੈਟਿਕਸ ਨੇ, ਹਰਮਿਟੇਜ ਹੈਗੇ ਨੇ, ਉਹਨਾਂ ਨੂੰ ਹੋ ਸਕਦਾ ਆ they can practice their concepts, their theories individually, ਪਰ ਕਿਉਂਕਿ ਅਸੀਂ ਸੁਸਾਇਟੀ ਦੇ ਵਿੱਚ ਰਹਿੰਦੇ ਆ, ਸੁਸਾਇਟੀ ਦੇ ਵਿੱਚ ਆਲੇ ਦੁਆਲੇ ਅਸੀਂ we practice Sikhi for our family, for our society, for our community। ਤੇ ਇਹ ਜਦੋਂ ਅਸੀਂ ਸੁਸਾਇਟੀ ਦੇ ਵਿੱਚ ਰਹਿ ਰਹੇ ਹੈਗੇ ਆ, ਜੇ ਤਿਆਗੀ ਸੰਨਿਆਸੀ ਹੋ ਕੇ ਜੰਗਲਾਂ 'ਚ ਰਹਿਣਾ ਹੋਵੇ, ਦੈਟਸ ਟੋਟਲੀ ਡਿਫਰੈਂਟ ਐਵੀਨਿਊ। ਜੇ ਅਸੀਂ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਰਹਿ ਰਹੇ ਹਾਂ, then we influence the society and we get influenced by the society. That's why ਸਾਨੂੰ ਆਪਣਾ ਇੰਡੀਵਿਜੂਅਲ ਸਿੱਖੀ ਪ੍ਰੈਕਟਿਸਿਸ ਦੇ ਨਾਲ ਜਿਹੜੀ ਸੰਗਤੀ ਹੈ, ਨਿੱਜੀ ਰਹਿਣੀ ਦੇ ਨਾਲ ਨਾਲ ਸਾਡੀ ਸਖਸ਼ੀ ਰਹਿਣੀ ਹੈ ਜਿਹੜੀ, ਉਹਨੂੰ ਵੀ ਰਹਿਤ ਮਰਜ਼ਾਦਾ 'ਚ ਥਾਂ ਦਿੱਤਾ ਗਿਆ। ਤੇ ਜਿੱਥੇ ਗੱਲ ਸੀ ਕਿ ਡਿਫਰੈਂਟ ਅਰਦਾਸ ਵਰਡਸ, ਡਿਫਰੈਂਟ ਥਿੰਗਸ ਆਫ ਐਕਸਪਲੇਨਿੰਗ, ਉਹਦੇ ਵਿੱਚ ਪਰਸਨਲ ਬਾਇਸਸ ਨੇ ਜਾਂ ਉਹਦੇ ਵਿੱਚ ਲੈਕ ਆਫ ਨੌਲੇਜ ਹੈਗਾ ਆ। ਇਸੇ ਕਰਕੇ ਅਕਾਲ ਤਖਤ ਸਾਹਿਬ ਜੀ ਨੇ ਸਿੱਖ ਰਹਿਤ ਮਰਜ਼ਾਦਾ ਦਾ ਇੱਕ ਢਾਂਚਾ ਬਣਾਇਆ ਹੋਇਆ ਉਹਦੇ ਵਾਸਤੇ ਕਿ ਉਹ ਜਿਹੜੀਆਂ ਬੇਸਿਕਸ ਨੇ ਉਹਨਾਂ ਦੇ ਵਿੱਚ ਇੱਕ ਯੂਨਿਟੀ ਤੇ ਯੂਨੀਫਾਰਮਿਟੀ ਹੋ ਸਕੇ। ਧੰਨਵਾਦ ਜੀ, ਬਹੁਤ ਬਹੁਤ ਕੁਲਵੀਰ ਸਿੰਘ ਜੀ।